ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਾਰੇ ਵੀਰਾਂ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਮਾਵਾਂ ਨੂੰ ਬੇਨਤੀ ਆ ਹੱਥ ਬੰਨ੍ਹ ਕੇ ਜਿੰਨੇ ਵੀ ਭੈਣ ਭਰਾ ਇਸ ਟਾਈਮ ਸਾਡੇ ਨਾਲ ਜੁੜ ਰਹੇ ਨੇ ਜਾਂ ਹੋਰ ਨਵੇਂ ਜੁੜਨਗੇ ਅੱਗੇ ਉਹਨਾਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਸਾਡੀ ਪਲੀਜ਼ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਸਾਡੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ 'ਚ ਇਹਨਾਂ ਨੂੰ ਇੱਕ ਲੋਕਤੰਤਰ ਆਜ਼ਾਦ ਹੋਣ ਦਾ ਅਹਿਸਾਸ ਕਰਾ ਰਹੇ ਹਾਂ। ਹੈ ਤਾਂ ਇੱਕ ਮਜ਼ਾਕ ਆ, ਹੈ ਤਾਂ ਇੱਕ ਵਿਅੰਗ ਆ, ਪਰ ਸਾਡੇ ਪਰਿਵਾਰ ਲਈ ਇਹ ਬਹੁਤ ਮਹੱਤਤਾ ਰੱਖਦਾ ਕਿਉਂਕਿ ਜਿਨ੍ਹਾਂ ਨੇ ਇਸ ਜ਼ਿੰਦਗੀ ਦੇ ਵਿੱਚ ਗੁਲਾਮੀ ਸਹੀ ਆ 40-40 ਸਾਲ, ਉਹਨਾਂ ਲਈ ਸਰਪੰਚ ਹੋਣਾ, ਉਹਨਾਂ ਲਈ ਵੋਟਾਂ ਪਾਉਣੀਆਂ, ਵੋਟਾਂ ਪੈਣਾ ਜਾਂ ਵੋਟਾਂ ਪਾਉਣ ਦਾ ਹੱਕ ਲੈਣਾ ਉਹ ਵੀ ਇੱਕ ਬਹੁਤ ਵੱਡੀ ਗੱਲ ਹੈ। ਅਸੀਂ ਇੱਕ ਛੋਟਾ ਜਿਹਾ ਇੱਕ ਚੋਟ ਕੀਤੀ ਅੱਜ ਦੇ ਲੋਕਤੰਤਰ ਤੇ। ਲੋਕਤੰਤਰ ਕਾਹਦਾ? ਸਾਡਾ ਪੰਜਾਬ, ਸਾਡਾ ਹਿੰਦੁਸਤਾਨ, ਸਾਡਾ ਭਾਰਤ, ਸਾਡਾ ਇੰਡੀਆ, ਜਿੰਨੇ ਮਰਜ਼ੀ ਨਾਂ ਰੱਖੀ ਫਿਰਦੇ ਨੇ ਭਾਰਤ ਮਾਤਾ ਦੀ ਜੈ ਜਾਂ ਹੋਰ ਜੋ ਵੀ ਮਰਜ਼ੀ ਕਹਿ ਲਓ। ਤੁਸੀਂ ਕਦੇ ਇਹ ਸੋਚਿਆ ਆਪਾਂ ਵੀ ਇਹਦੇ 'ਚ ਕੀ ਵਾਕਿਆ ਹੀ ਅਸੀਂ ਆਜ਼ਾਦ ਆ? ਕੀ ਸਾਨੂੰ ਆਜ਼ਾਦ ਹੋਣ ਦੇ ਹੱਕ ਇੱਥੇ ਮਿਲੇ ਹੋਏ ਆ? ਕੀ ਤੁਸੀਂ ਇੱਥੇ ਸੇਫ ਮਹਿਸੂਸ ਕਰਦੇ ਹੋ? ਕੀ ਤੁਸੀਂ ਜਦੋਂ ਸਵੇਰੇ ਘਰੋਂ ਕੰਮ ਤੇ ਨਿਕਲਦੇ ਹੋ, ਜਦੋਂ ਸ਼ਾਮ ਨੂੰ ਘਰੇ ਜਾਂਦੇ ਹੋ, ਉਹਦੇ ਵਿੱਚ ਤੁਹਾਡੇ ਦਿਲ 'ਚ ਕਿਤੇ ਸ਼ੰਕਾ ਰਹਿੰਦੀ ਹੈ ਇਸ ਗੱਲ ਦੀ ਵੀ ਅੱਜ ਹੋਊਗਾ ਕੀ? ਘਰੋਂ ਤੁਰਦੇ ਸਮੇਂ ਅਸੀਂ ਸੀਸ ਤਲੀ ਤੇ ਧਰ ਕੇ ਤੁਰਦੇ ਆ। ਇਦਾਂ ਦੇ ਦੇਸ਼ ਰਹਿੰਦੇ ਆ ਤੇ ਸਾਡਾ ਲੋਕਤੰਤਰ ਇਦਾਂ ਦਾ ਵੋਟਤੰਤਰ ਬਣ ਚੁੱਕਿਆ ਵਾ। ਸਾਡਾ ਸਮਾਜ ਇਦਾਂ ਦਾ ਅੰਨਾ ਬਣ ਚੁੱਕਿਆ, ਅੰਨਾ ਤੇ ਬੋਲਾ। ਸਾਡੇ ਸਾਹਮਣੇ ਲੋਕ ਗੁਲਾਮ ਬਣਾ ਕੇ ਰੱਖੇ ਹੋਏ ਨੇ। ਉਹਨਾਂ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਕਈ ਭੈਣ ਭਰਾ ਆਪਣਿਆਂ ਨੂੰ ਸੰਗਲਾਂ ਨਾਲ ਬੰਨੀ ਬੈਠੇ ਆ। ਕਈ ਇਦਾਂ ਦੇ ਬਾਪੂ ਰਮੇਸ਼ ਚੰਦ ਸ਼ਰਮਾ, ਬਾਪੂ ਗੁਲਾਮ ਗੋਪਾਲ ਬਾਪੂ, ਇਦਾਂ ਦੇ ਬੰਦਿਆਂ ਨੂੰ ਗੁਲਾਮ ਬਣਾਈ ਬੈਠੇ ਆ 20-30 40 ਸਾਲਾਂ ਤੋਂ। ਆ ਦੇਖੋ ਬਾਪੂ ਗੋਪਾਲ, ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੈਂ ਕਿੰਨੇ ਸਾਲਾਂ ਤੋਂ ਗੁਲਾਮ ਆ। ਮੈਂ ਸੁਣ ਸਕਦਾ, ਨਾ ਮੈਂ ਬੋਲ ਸਕਦਾ। ਜਿਹਨੇ ਮੇਰੇ ਹੱਥ ਵੱਢ ਕੇ ਵੇਚ ਦਿੱਤੇ, ਮੈਂ ਕਰਦਾ ਸਰਦਾਰ ਬੋੜ ਸਿੰਘ ਜੀ ਦੀ ਸੋਚ ਨੂੰ ਸਲਾਮ ਆ। ਮੈਨੂੰ ਤਾਂ ਇਹ ਵੀ ਨਹੀਂ ਪਤਾ ਮੈਂ ਕਿੰਨੇ ਸਾਲਾਂ ਤੋਂ ਗੁਲਾਮ ਆ। ਇਹ ਬਾਪੂ ਗੋਪਾਲ ਬੋਲਾ ਤੇ ਗੋਗਾ ਤੇ ਇੱਕ ਹੱਥ ਗਵਾ ਚੁੱਕਿਆ, ਜਿਹੜੇ ਹੱਥ ਨਾਲ ਫੜੀ ਖੜਾ ਅੱਜ ਆਪਣਾ ਉਹ ਬੈਨਰ, ਉਹਨੂੰ ਗਵਾ ਚੁੱਕਿਆ ਉਸ ਹੱਥ ਨੂੰ। ਬਾਪੂ ਸਾਡੀ ਬੇਨਤੀ ਆ, ਜੇ ਇਸ ਟਾਈਮ 400 ਦੇ ਕਰੀਬ ਬੰਦੇ ਦੇਖ ਰਹੇ ਆ ਵੀਡੀਓ ਨੂੰ, ਜੇ ਸਾਰੇ ਆਪਾਂ 2-2 ਵਾਰੀ ਸ਼ੇਅਰ ਕਰ ਦਈਏ, ਇੱਕ ਬੰਦੇ ਦਾ ਮਗਰ ਇੱਕ ਬੰਦਾ ਹੋਰ ਵੀ ਜੁੜ ਗਿਆ ਤਾਂ ਵੀ 1000 ਬੰਦਾ ਆਪਾਂ 5 ਮਿੰਟਾਂ ਦੇ ਵਿੱਚ ਸਾਰਿਆਂ ਨੂੰ ਇਕੱਠੇ ਕਰ ਸਕਦੇ ਆ। ਇਹ ਬਾਪੂ ਦੀ ਸੋਚ ਆ। ਮੈਨੂੰ ਇਹ ਵੀ ਨਹੀਂ ਪਤਾ ਮੈਂ ਕਿੰਨੇ ਸਾਲਾਂ ਤੋਂ ਗੁਲਾਮ ਆ। ਨਾ ਮੈਂ ਸੁਣ ਸਕਦਾ, ਨਾ ਮੈਂ ਬੋਲ ਸਕਦਾ। ਜਿਹਨੇ ਮੇਰੇ ਹੱਥ ਵੱਢ ਕੇ ਵੇਚ ਦਿੱਤਾ, ਮੈਂ ਕਰਦਾ ਉਸ ਸਰਦਾਰ ਬੋੜ ਸਿੰਘ ਨੂੰ ਸਲਾਮ ਆ। ਮੈਨੂੰ ਇਹ ਵੀ ਨਹੀਂ ਪਤਾ ਮੈਂ ਕਿੰਨੇ ਸਾਲਾਂ ਤੋਂ ਗੁਲਾਮ ਆ। ਇਹ ਬਾਪੂ ਗੋਪਾਲ ਜੀ, ਇਹ ਦੂਜੇ ਗੋਪਾਲ ਜੀ ਸਾਡੇ ਬ੍ਰਾਂਡ ਅੰਬੈਸਡਰ, ਸਾਡੀ ਸੰਸਥਾ ਦੇ ਉਹ ਮੈਂਬਰ ਜਿਨ੍ਹਾਂ ਨੂੰ, ਜਿਹੜੇ ਲੋਕ ਸਾਨੂੰ ਨਹੀਂ ਜਾਣਦੇ, ਸਾਡੇ ਚਿਹਰਿਆਂ ਨੂੰ ਨਹੀਂ ਜਾਣਦੇ, ਪਰ ਬਾਪੂ ਗੋਪਾਲ ਨੂੰ ਤੇ ਬਾਪੂ ਗੋਪਾਲ ਦੇ ਚਿਹਰੇ ਨੂੰ ਲਾਜ਼ਮੀ ਜਾਣਦੇ। ਬਾਪੂ ਗੋਪਾਲ ਵੀ 42 ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਿਆ ਸੀ। ਪੈਰਾਂ ਦੀਆਂ ਉਂਗਲਾਂ ਟੁੱਟ ਕੇ ਦੇਖੋ ਕਿੱਥੇ ਜਾ ਚੁੱਕੀਆਂ ਨੇ। ਹੱਥਾਂ ਦੇ ਅੱਟਣ ਪਏ ਹੋਏ ਉਂਗਲਾਂ ਟੁੱਟੀਆਂ ਹੋਈਆਂ ਦੱਸਦੀਆਂ ਨੇ ਵੀ ਬਾਪੂ ਨੇ ਕਿੰਨਾ ਦੁੱਖ ਸਹਿਆ। ਪਰ ਬਾਪੂ ਕਹਿੰਦਾ ਮੈਨੂੰ ਸਰਪੰਚ ਬਣਾਓ, ਮੈਂ ਪੂਰੀ ਦੁਨੀਆ ਚੋਂ ਗੁਲਾਮੀ ਖਤਮ ਕਰ ਦੂੰਗਾ। ਮੈਂ ਬਾਪੂ ਗੋਪਾਲ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ। ਇਹ ਸਾਰੇ ਜਿਹੜੇ ਤੁਸੀਂ ਦੇਖਦੇ ਹੋ ਲੱਗੇ ਹੋਏ ਬੈਨਰ, ਇਹ ਸਾਡੇ ਵੀਰ ਨੇ ਜਿਹੜੇ ਫਲੈਕਸਾਂ ਦਾ ਕੰਮ ਕਰਦੇ ਨੇ, ਉਹਨਾਂ ਨੇ ਸੇਵਾ ਕਰਵਾਈ ਆ। ਇਧਰ ਪਿੱਛੇ ਉਹਨਾਂ ਸਾਈਡ ਤੇ ਇਹ ਬਾਪੂ ਗੋਪਾਲ ਦਾ ਮੈਮੋਰੰਡਮ ਆ। ਬਾਪੂ ਗੋਪਾਲ ਦਾ ਇੱਕ ਮੇਨ ਪਹਿਰਾ ਵਾ। ਚੋਣ ਨਿਸ਼ਾਨ ਬਾਪੂ ਗੋਪਾਲ ਦਾ ਰੇਡੀਓ ਆ। ਅਪੀਲ ਕਰਦਾ ਬਾਪੂ ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸੇਵਾ ਪਰਿਵਾਰ ਦੀ ਸਰਪੰਚੀ ਲਈ ਪੜ੍ਹੇ ਲਿਖੇ ਸੂਝਵਾਨ ਮਿਹਨਤੀ ਅਣਥੱਕ ਉਮੀਦਵਾਰ ਸਰਦਾਰ ਗੋਪਾਲ ਸਿੰਘ ਜੀ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ। ਬਾਪੂ ਅਰੁਣ ਕੁਮਾਰ ਸ਼ੁਕਲਾ ਜੀ ਇਹਨਾਂ ਦੇ ਸਮਰਥਕ ਆ। ਬਾਪੂ ਬੇਅੰਤ ਸਿੰਘ ਢਿੱਲੋਂ ਜੀ ਇਹਨਾਂ ਦੇ ਸਮਰਥਕ ਆ। ਸ਼ੁਕਲਾ ਜੀ ਇਹ ਬੈਠੇ ਨੇ, ਇਹ ਵੀ ਇਹਨਾਂ ਦੇ ਸਮਰਥਕ ਨੇ। ਬਾਪੂ ਭਗਤ ਸਿੰਘ ਜਿਹੜਾ ਖੁਦ ਗੁਲਾਮ ਰਿਹਾ 40-45 ਸਾਲ, ਉਹ ਬਾਪੂ ਇਹ ਬੈਠੇ ਨੇ। ਬਾਪੂ ਭਗਤ ਸਿੰਘ ਜੀ ਇਹ ਵੀ ਇਹਨਾਂ ਦੇ ਸਮਰਥਕ ਨੇ। ਫਿਰ ਬਾਪੂ ਗੋਪਾਲ ਇਹ ਖੜੇ ਨੇ, ਬਾਪੂ ਗੋਪਾਲ ਸਿੰਘ ਜੀ
ये भी इन्होंने समर्थक ने। फिर जमातों बाई साडा ये भी 40 45 50 साल, इन्हूं पता ही नहीं कितने साल गुलाम रहा, ये भी समर्थक ने। सरदार इंद्रजीत सिंह जी खड़े ने पिछे, सरदार जी, ये भी इन्होंने समर्थक ने। ये भी बापू बहुत माड़े हालातां सानूं मिले। चोण दंगल गोपाल वर्सेस रमेश चंद शर्मा, 40 साल आजाद भारत में 40 साल गुलाम रहने वाले गोपाल बापू जी, आजाद भारत में 42 साल गुलाम रहने वाले। चोण निशान रेडियो ते चोण निशान हल। इधर भी मैं 40 सालों तो गुलाम आ, हुंदा साडा पंजाब बदनाम आ। जेड़े देख के भी नहीं बोले हालातां, मेरे हालातां नूं मैं किहड़ी जुबान नाल कहां। सरदार इन्हां कैरां दी जमातां नूं, इन्हां चंद लोकां करके हुंदा सारा पंजाब बदनाम आ। मैं 40 सालों तो गुलाम आ। मैनूं मैं तां 40 सालों तो गुलाम आ, हुंदा तुहाडा पंजाब बदनाम आ। जेड़े देख के भी नहीं बोले मेरे हालात नूं, मैं किहड़ी जुबान नाल कहां। सरदार इन्हां कैरां दी जमात नूं, इन्हां चंद लोकां करके हुंदा सारा पंजाब बदनाम आ। मैं तां 40 सालों तो गुलाम आ, हुंदा तुहाडा पंजाब बदनाम आ। पंजाब बदनाम हुंदा अपना। इन्हां दियां गुलामी भरियां जिंदगियां, इन्हां दियां गुलामी भरियां सोचां। आ देखो बापू केसर सिंह जी साबका सरपंच साहब साडे ਇਹ समर्थक ने। बापू रमेश चंद शर्मा जी दे, सरदार डॉक्टर सुखजिंदर सिंह जी ढालीवाल साहब समर्थक ने बापू रमेश चंद शर्मा जी दे। सरजीत सिंह रैकोटी बापू जी FCI तो रैकोट तो पल्लेदार यूनियन चो आए ने सरदार सरजीत सिंह जी। जग्गा कनेडा वाला साडा वीर पिछे खड़ा, ये भी समर्थक आ। बापू बब्बू सिंह जी, बब्बू बापू साडे आ रहे इधर खड़े सी बब्बू बाबा जी। ते उस तो अगे सरदार निशान सिंह जी साडे, ग्रांथी सिंह साडे बापू सरदार निशान सिंह जी, ये भी इन्हां दे समर्थक ते इन्हां दीयां पिछे बैनर देखो तुसीं खड़े हुए ने। मैनू सरपंच उच्चा चक्की करो, मैनू सरपंच बनाओ, मैं पूरी दुनिया चों कोरोना खत्म कर दांगा। मैनू सरपंच बनाओ, मैं पूरी दुनिया दे विचों कोरोना खत्म कर दांगा। ये बापू ने कहा मैनू सरपंच बनाओ, मैं पूरी दुनिया चो कोरोना खत्म कर दांगा। ये नारे आ, ये सारे समर्थक खड़े ने। एक तुहानू जाहो जलाल दिखाउणगे साडी सरपंची दा नारे ला के। बापू रमेश चंद शर्मा जिंदाबाद, बापू रमेश चंद शर्मा जिंदाबाद, रमेश चंद शर्मा मेरा आगे ठोक के, मैं तेरी सोच ते मेरा आगे ठोक के, आगे ठोक के शर्मा तेरी सोच ते, शर्मा तेरी सोच ते, आगे ठोक के, शर्मा तेरी सोच ते, आगे ठोक के, रमेश बापू जिंदाबाद, रमेश बापू जिंदाबाद, रमेश बापू जिंदाबाद, रमेश बापू जिंदाबाद। जितूगा मैं जितूगा, जितूगा जितूगा मैं जितूगा, जितूगा चंद जितूगा, गोपाल बाबा 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 जितूगा।
गोपाल बाबा जीतूगा। गोपाल जितूगा, गोपाल जितूगा, रमेश जितूगा, रमेश जितूगा। रुक जाओ रौला खत्म करते ਆਪਾਂ ਹੁਣੇ ਹੀ ਤੁਹਾਡੀਆਂ ਸਾਰਿਆਂ ਦੀਆਂ ਆਪਾਂ ਪੁੱਛਦੇ ਆ ਵੀ ਤੁਸੀਂ ਜੇ ਜਿੱਤ ਗਏ ਇਸ ਪਰਿਵਾਰ ਲਈ ਕੀ ਕਰੋਗੇ। ਇੱਕ ਬਾਪੂ ਗੋਪਾਲ ਜੀ ਦੀ ਥੋੜੀ ਸਿਹਤ ਤੁਹਾਨੂੰ ਪਤਾ ਸੀ ਠੀਕ ਨਹੀਂ, ਇੱਕ ਬੋਲਣ ਦੇ ਵਿੱਚ ਬਾਪੂ ਸਮਰੱਥ ਘੱਟ ਆ, ਬਹੁਤ ਸ਼ਾਈ ਨੇਚਰ ਦੇ ਆ, ਬਹੁਤ ਘੱਟ ਬੋਲਦੇ ਆ, ਤਾਂ ਕਿ ਬਾਪੂ ਦਾ ਸਪੋਕਸਮੈਨ ਨਿਯੁਕਤ ਕੀਤਾ ਸੀ ਸੋਨੂ ਹਰਿੰਦਰ ਸਿੰਘ ਸੋਨੂ। ਬਾਪੂ ਗੋਪਾਲ ਚੰਦ ਸ਼ਰਮਾ ਜੀ ਦਾ ਸਪੋਕਸਮੈਨ ਆ, ਇਹ ਬੋਲ ਕੇ ਦੱਸਣਗੇ ਬਾਪੂ ਕਿਹੜੀਆਂ ਕਿਹੜੀਆਂ ਸ਼ਰਤਾਂ ਪੂਰੀਆਂ ਕਰਨਗੇ, ਕਿਹੜੇ ਕਿਹੜੀਆਂ ਇਹਨਾਂ ਦੇ ਡਿਮਾਂਡ, ਕਿਹੜੇ ਕਿਹੜੇ ਜਿਹੜੇ ਦਾਅਵੇ ਜਿਹੜੇ ਸਾਡੇ ਲੀਡਰ ਕਰਦੇ ਆ ਨਾ ਝੂਠੀ ਬਾਹ ਕੱਢ ਕੇ ਝੂਠਾ ਦਾਵਾ ਕਰਦੇ ਆ, ਉਦਾਂ ਇਹ ਕਿਹੜੇ ਦਾਅਵੇ ਕਰਨਗੇ ਤੇ ਕਿੰਨੇ ਸੱਚੇ ਹੋਣਗੇ ਤੇ ਕਿੰਨੇ ਝੂਠ ਹੋਣਗੇ। ਜਿੱਦਾਂ ਸਾਡੇ ਲੀਡਰ ਦਾਅਵੇ ਕਰਦੇ ਆ ਬਿਨਾਂ ਜਾਣੀ ਕਿ ਐਡਾ ਸਫਾਈ ਦਾ ਝੂਠ, ਜਿਹੜੀ ਚੀਜ਼ ਦੁਨੀਆ ਤੇ ਵੀ ਨਹੀਂ ਹੋ ਸਕਦੀ ਉਹ ਵੀ ਹਰੀ ਭਰੀ ਦਿਖਾ ਦਿੰਦਾ ਸਾਨੂੰ ਸਾਹਮਣੇ, ਸਾਨੂੰ ਕੈਲੀਫੋਰਨੀਆ ਬਣਾ ਕੇ ਦਿਖਾ ਦਿੰਦੇ ਨੇ। ਉਦਾਂ ਦੇ ਦਾਅਵੇ ਵਾਅਦੇ ਇਹ ਵੀ ਕਰ ਰਹੇ ਨੇ ਆਪਣੀ ਇਲੈਕਸ਼ਨਾਂ ਦੇ ਵਿੱਚ, ਤੇ ਉਹ ਕੀ ਆ ਤੇ ਕਿੰਨੇ ਸੱਚੇ ਤੇ ਕਿੰਨੇ ਦਿਲੋਂ ਨਿਕਲੇ ਹੋਏ ਦਾਅਵੇ ਆ, ਉਹਨਾਂ ਤੋਂ ਵੀ ਤੁਹਾਨੂੰ ਜਾਣੂ ਕਰਾਉਣੇ ਆ। ਅਸੀਂ ਬਾਪੂ ਰਮੇਸ਼ ਚੰਦ ਸ਼ਰਮਾ ਜੀ ਤੋਂ ਸ਼ੁਰੂਆਤ ਕਰਦੇ ਆ। ਬਾਪੂ ਰਮੇਸ਼ ਚੰਦ ਸ਼ਰਮਾ ਜੀ, ਜੇ ਤੁਸੀਂ ਸਰਪੰਚ ਬਣ ਗਏ ਇੱਥੋਂ ਦੇ, ਤੁਹਾਡਾ ਕੀ ਏਮ ਹੈ ਵੀ ਤੁਸੀਂ ਕੀ ਕੰਮ ਕਰੋਗੇ ਇਸ ਪਰਿਵਾਰ ਵਾਸਤੇ? ਅੱਛਾ ਜੀ, ਪੱਕਾ ਰਾਹ ਕਰਦਾ, ਵੱਡਾ ਦੋਨੇ ਰਾਹ ਪੱਕੇ ਕਰ ਦੇਣ, ਸੜਕਾਂ ਪੱਕੀਆਂ ਵੀ। ਹੋਰ ਦੂਸਰਾ 2 ਨੰਬਰ ਦਾ ਹਸਪਤਾਲ ਕਿੱਡਾ ਵੱਡਾ, ਥੱਲੇ ਵੀ ਰਿਹਾ ਕਰਨਗੇ। ਕਿੰਨਾ ਵਾਸਤੇ ਆਇਆ ਹਸਪਤਾਲ, ਕਿੰਨਾ ਵਾਸਤੇ? ਮੁਫਤ ਇਲਾਜ ਗਰੀਬਾਂ ਦਾ ਮੁਫਤ ਇਲਾਜ ਹੋਇਆ। ਅੱਛਾ, ਹੋਰ ਬਾਪੂ ਕੀ ਕੰਮ ਕਰੋਗੇ ਅੰਦਰ? ਪੈਣ ਪੂਣ ਦਾ ਪ੍ਰਬੰਧ ਆ ਜਿਹੜਾ, ਕਿਹੜੇ ਢੋ ਵਾਲੇ ਸਾਰਿਆਂ ਨੂੰ ਦੇਵੋਗੇ? ਸਾਰਿਆਂ ਢੋ ਵਾਲੇ। ਤੇ ਜੇ ਮੰਨ ਲਓ ਤੁਸੀਂ ਜਿੱਤ ਕੇ ਪਾਰਟੀ ਪੂਲਟੀ ਵੀ ਕਰੋਗੇ? ਕੋਈ ਨਸ਼ਾ ਪੱਤਾ ਤਾਂ ਨਹੀਂ ਵੰਡੋਗੇ? ਨਸ਼ੇ ਤਾਂ ਨਹੀਂ ਵੰਡਣਾ ਨਾ? ਕੀ ਕਾਹਦੇ ਲੰਗਰ ਲਾਓਗੇ? ਬ੍ਰੈਡ ਤੇ ਹੋਰ ਗੋਭੀ ਦੇ ਪਕੌੜੇ ਤੇ ਹੋਰ ਬਦਾਨਾ ਭੁਜੀਆ ਸੇਵੀਆਂ। ਬੋਲੇ ਸੋਨਾ। ਸਾਡੇ ਬਾਪੂ ਰਮੇਸ਼ ਚੰਦ ਸ਼ਰਮਾ ਜੀ, ਤੁਸੀਂ ਆਪ ਸੋਚੋ ਵੀ ਕਿੰਨੀ ਦਿਲ ਤੋਂ ਗੱਲ ਕਹੀ ਆ, ਕਿੰਨੀ ਸੱਚੀ ਤੇ ਸੁੱਚੀ ਗੱਲ ਕਹੀ ਢਿੱਡੋਂ। ਇਹ ਸੱਚ ਬੋਲਣਾ ਕਹਿੰਦਾ ਢਿੱਡੋਂ। ਇਹ ਜਿਹੜੇ ਸੁਪਨੇ ਬਾਪੂ ਨੇ ਲਏ ਆ ਨਾ, ਤੁਹਾਨੂੰ ਅਸੀਂ ਜਾਣਕਾਰੀ ਲਈ ਦੱਸ ਦਿੰਦੇ। ਬਾਪੂ ਸਾਡੀਆਂ ਗੱਲਾਂ ਬਾਤਾਂ ਵੀ ਸੁਣਦੇ ਰਹਿੰਦੇ ਆ ਤੇ ਕੁਝ ਅਸੀਂ ਵੀ ਚਰਚਾਵਾਂ ਕਰਕੇ ਬਾਪੂ ਨੂੰ ਦੱਸਿਆ ਵੀ ਆਪਾਂ ਏਦਾਂ ਦੀਆਂ ਚੀਜ਼ਾਂ ਕਰਨੀਆਂ। ਯਾਨੀ ਕਿ ਸਾਡਾ ਸੁਪਨਾ ਲਿਆ ਹੋਇਆ ਜਿਹੜਾ ਨਾ ਹਸਪਤਾਲ ਬਣਾਉਣ ਦਾ, ਇੱਥੇ ਗਰੀਬ ਤੇ ਲਾਚਾਰ ਮਰੀਜ਼ਾਂ ਦੇ ਲਈ ਇੱਕ ਫ੍ਰੀ ਆਫ ਕਾਸਟ ਹਸਪੀਟਲ ਬਣਾਉਣ ਦਾ ਅਸੀਂ ਇੱਕ ਸੁਪਨਾ ਲਿਆ ਹੋਇਆ। ਉਹਦੀ ਅੱਧੀ ਤੋਂ ਵੱਧ ਬਿਲਡਿੰਗ ਬਣੀ ਖੜੀ ਆ ਪਿੱਛੇ, 2.5 ਸਾਲ ਹੋ ਗਏ ਇਹਨੂੰ ਬਣੀ ਨੂੰ, ਤੇ ਅਸੀਂ ਸੁਪਨਾ ਲਿਆ ਸੀ ਵੀ ਇੱਥੇ ਇੱਕ 20 ਬੈੱਡ ਦਾ ਹਸਪੀਟਲ ਬਣਾ ਲਈਏ। ਅਸੀਂ ਚੰਗੇ ਵੱਡੇ ਹਸਪਤਾਲਾਂ ਨਾਲ 2-3 ਨਾਲ ਸੰਪਰਕ ਕੀਤਾ। ਤੁਸੀਂ ਯਕੀਨ ਮੰਨਿਓ, ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ ਤੇ ਉਹ ਸਾਨੂੰ ਪੁੱਛਦੇ ਆ ਵੀ ਕਿੰਨਾ ਪਰਸੈਂਟੇਜ ਹੋਊਗਾ ਸਾਡਾ ਬਿਲਡਿੰਗ ਤੇ ਖਰਚਾ, ਤੇ ਜਿਹੜਾ ਸਾਰਾ ਤੁਸੀਂ ਕਰਨਾ ਸਾਡਾ ਹਿੱਸਾ ਕਿੰਨਾ ਹੋਊ। ਅਸੀਂ ਉਹਨਾਂ ਨੂੰ ਦੱਸਿਆ ਬਾਈ ਜੀ ਹਿੱਸੇ ਵਾਲੀ ਤਾਂ ਗੱਲ ਹੀ ਨਹੀਂ ਕੋਈ। ਜਿਹੜੇ ਬੰਦੇ ਨੇ ਉੱਥੇ ਇਲਾਜ ਕਰਾਉਣ ਆਉਣਾ ਉਹ ਖਾਲੀ ਜੇਬ ਵਾਲਾ, ਉਹਦੀਆਂ ਜੇਬਾਂ ਪੁੱਠੀਆਂ ਹੋਈਆਂ ਹੋਣਗੀਆਂ ਪਹਿਲਾਂ ਹੀ, ਵੀ ਉਹਨੇ ਆਉਣਾ ਉੱਥੇ ਇਲਾਜ ਕਰਾਉਣ ਜਿਹਦੀ ਜੇਬ 'ਚ 1 ਰੁਪਈਆ ਪਰਚੀ ਕਟਾਉਣ ਨੂੰ ਵੀ ਹੈ ਨਹੀਂ। ਉਹਨਾਂ ਵਾਸਤੇ ਅਸੀਂ ਹਸਪਤਾਲ ਬਣਾਉਣਾ ਵੀ ਤੁਹਾਡੇ ਦਿਲ 'ਚ ਜੇ ਕਿਤੇ ਮਨ 'ਚ ਕੋਈ ਹੈ ਇਨਸਾਨੀਅਤ ਦਾ ਦੀਵਾ ਜਾਗਦਾ, ਜੇ ਤੁਸੀਂ ਸਾਨੂੰ ਥੋੜੀ ਜਿਹੀ ਵੀ ਲੋ ਦੇ ਦਿਓ, ਉਹਦੀ ਥੋੜਾ ਜਿਹਾ ਵੀ ਚਾਨਣ ਕਰ ਦਿਓ, ਤਾਂ ਅਸੀਂ 20-25 ਬੈੱਡਾਂ ਦਾ ਇੱਕ ਹਸਪਤਾਲ ਬਣਾ ਲਈਏ। ਸਾਡਾ ਲੁਧਿਆਣਾ ਜ਼ਿਲ੍ਹਾ ਤੇ ਨਾਲ ਲੱਗਦੇ ਹੋਰ ਕਸਬੇ ਆ ਵੀ ਉਹਨਾਂ ਦੇ ਵਿੱਚ ਜਿਹੜੇ ਲੋਕ ਮਰ ਰਹੇ ਨੇ ਛੋਟੇ-ਛੋਟੇ ਇਲਾਜਾਂ ਦੇ ਕਰਕੇ, ਅਸੀਂ ਉਹਨਾਂ ਨੂੰ ਇੱਕ ਫ੍ਰੀ ਆਫ ਕਾਸਟ ਹਸਪਤਾਲ ਬਣਾ ਕੇ ਦੇਣਾ ਚਾਹੁੰਦੇ ਆ। ਸਾਡੇ ਸੁਪਨੇ ਆ ਮਨੁੱਖਤਾ ਦੀ ਸੇਵਾ ਪਰਿਵਾਰ, ਤੇ ਉਹਨਾਂ ਨੇ ਸਾਨੂੰ ਸਾਫ਼ ਜਵਾਬ ਦਿੱਤਾ ਵੀ ਪਰਸੈਂਟੇਜ ਚੱਲਦੀ ਹੈ ਤੇ ਫ੍ਰੀ ਹਸਪਤਾਲ ਬਣਾਉਣਾ ਲਾਉਡ ਹੀ ਨਹੀਂ, ਜੇ ਤੁਸੀਂ ਬਣਾਓਗੇ ਚੱਲਣਾ ਨਹੀਂ। ਸਾਨੂੰ ਉਹਨਾਂ ਨੇ ਇਸ ਦੇ ਕਈ ਇਦਾਂ ਦੀਆਂ ਗੱਲਾਂ ਕਹੀਆਂ ਜਿਹੜੀਆਂ ਅਸੀਂ ਤੁਹਾਨੂੰ ਔਨ ਰਿਕਾਰਡ ਕਹਿ ਵੀ ਨਹੀਂ ਸਕਦੇ, ਯਾਨੀ ਕਿ ਕਿਉਂਕਿ ਉਹਨਾਂ ਦਾ ਧੰਦਾ ਬੰਦ ਹੋ ਜੂਗੀ। ਇੱਥੇ ਹਸਪਤਾਲ ਖੁੱਲ ਗਿਆ ਏਦਾਂ ਦਾ ਫ੍ਰੀ ਆਫ ਕਾਸਟ, ਸਰਕਾਰੀ ਹਸਪਤਾਲ ਖੁੱਲੇ, ਸਿਵਲ ਹਸਪਤਾਲ, ਡਿਸਪੈਂਸਰੀਆਂ ਵਾ, ਪਰ ਉਹਨਾਂ ਤੇ ਇਲਾਜ ਦੇ ਨਾਂ ਤੇ ਕੁਝ ਵੀ ਨਹੀਂ ਮਿਲਦਾ। ਉੱਥੇ ਲੜਾਈਆਂ ਝਗੜਿਆਂ ਦੇ ਪਰਚੇ ਦਰਜ ਕੀਤੇ ਜਾਂਦੇ ਆ। ਪਰ ਅੱਜ ਬਾਪੂ ਜੀ ਨੇ ਦਿਲੋਂ ਆਪਦੇ ਉਹ ਡਿਮਾਂਡ ਰੱਖੀ ਆ ਵੀ ਮੈਂ ਜੇ ਸਰਪੰਚ ਬਣ ਗਿਆ ਹਸਪਤਾਲ ਬਣਾਉਂਗਾ। ਸਰਪੰਚ ਵੀ ਤੁਹਾਨੂੰ ਪਤਾ ਕਿੱਦਾਂ ਦਾ ਬਣਨਾ ਸੀ।
ਸਾਡੀ ਸਰਪੰਚੀ ਕਿਹੜੀ ਆ ਤੁਹਾਨੂੰ ਇਹ ਵੀ ਪਤਾ, ਸਾਨੂੰ ਕਿਹੜੀਆਂ ਗ੍ਰਾਂਟਾਂ ਆਉਣੀਆਂ ਤੁਹਾਨੂੰ ਇਹ ਵੀ ਪਤਾ, ਤੁਹਾਨੂੰ ਇਹ ਵੀ ਪਤਾ ਸਾਡੇ ਅੱਜ ਤੱਕ ਇੱਥੇ ਲੋਕਲ ਸਾਡੇ ਕੋਈ ਵੀ ਨੁਮਾਇੰਦਾ ਅੱਜ ਤੱਕ ਸਾਡੇ ਪਰਿਵਾਰ ਦੇ ਵਿੱਚ ਮਿਲਣ ਤੱਕ ਨਹੀਂ ਆਇਆ ਸਾਨੂੰ, ਚਾਹੇ ਉਹ ਰੂਲਿੰਗ ਪਾਰਟੀ, ਚਾਹੇ ਉਹ ਜਿਹੜੀ ਪਾਰਟੀ ਆਪੋਜੀਸ਼ਨ ਪਾਰਟੀ ਆ, ਚਾਹੇ ਜਿਹੜੀ ਪਾਰਟੀ ਮਰਜ਼ੀ ਆ, ਅੱਜ ਤੱਕ ਇੱਕ ਵੀ ਚੁਣਿਆ ਹੋਇਆ ਨੁਮਾਇੰਦਾ ਸਾਡੇ ਪਰਿਵਾਰ ਦੇ ਵਿੱਚ ਅਫੀਸ਼ਲੀ ਤਰੀਕੇ ਨਾਲ ਹਾਲ ਚਾਲ ਪੁੱਛਣ ਤੱਕ ਨਹੀਂ ਆਇਆ ਕੋਈ। ਇਦਾਂ ਦੀ ਸਾਡੀ ਸਰਪੰਚੀ ਆ, ਪਰ ਸਾਡੇ ਸੋਚ ਤੇ ਸਾਡੇ ਸੁਪਨੇ ਆ ਜਿਹੜੇ ਉਹ ਵੱਡੇ ਆ, ਤੇ ਸੁਪਨਾ ਜੇ ਦਵਾਂਗੇ ਤੇ ਸੱਚ ਤਾਂ ਹੀ ਹੋਊਗਾ। ਅਸੀਂ ਇਹ ਸੁਪਨਾ ਲਿਆ ਵਾ, ਅਸੀਂ ਇੱਕ ਦਿਨ ਇੱਥੇ ਹਸਪਤਾਲ ਬਣਾਵਾਂਗੇ। ਜੇ ਅਸੀਂ ਇੱਕ ਸੁਪਨਾ ਲਿਆ ਸੀ ਇੱਕ ਸੁਪਨਿਆਂ ਦਾ ਘਰ ਬਣਾਉਣ ਦਾ, ਤੇ ਉਹ ਸੁਪਨਾ ਪੂਰਾ ਹੋ ਕੇ ਸੁਪਨਿਆਂ ਦਾ ਘਰ ਬਣ ਗਿਆ। ਤੇ ਇੱਕ ਸੁਪਨਾ ਹੁਣ ਸਾਡਾ ਇਹ ਵੀ ਆ ਕਿ ਅਸੀਂ ਇੱਕ ਸੁਪਨਿਆਂ ਦਾ ਹਸਪਤਾਲ ਬਣਾਵਾਂਗੇ, ਤੇ ਇਹ ਵੀ ਸੁਪਨਾ ਜ਼ਰੂਰ ਪੂਰਾ ਹੋਊਗਾ। ਇਦਾਂ ਹੀ ਬਾਪੂ ਰਮੇਸ਼ ਚੰਦ ਸ਼ਰਮਾ ਜੀ ਨੇ ਜਿਹੜਾ ਸੁਪਨਾ ਲਿਆ, ਇਹ ਕਹਿੰਦੇ ਇੱਕ ਤਾਂ ਰਾਹ ਦੋਨੇ ਪੱਕੇ ਕਰਾ ਦਾਂਗੇ, ਸੜਕਾਂ ਦੋਨੇ ਪੱਕੀਆਂ ਹੋ ਜਾਣਗੀਆਂ, ਹਰੇਕ ਬੰਦੇ ਨੂੰ ਕੱਲੇ ਨੂੰ ਬੈੱਡ ਦੇਵਾਂਗੇ ਢੋ ਵਾਲਾ, ਤੇ ਇੱਕ ਹਸਪਤਾਲ ਬਣਾਵਾਂਗੇ, ਤੇ ਪਾਰਟੀ ਕਰਾਂਗੇ ਜਿਹੜੀ ਤੇ ਦੇਸੀ ਘਿਓ ਦੇ ਲੱਡੂ, ਜਲੇਬੀਆਂ, ਜਲੇਬ, ਲੰਗਰ, ਪਕੌੜੇ, ਪਾਲਕ ਵਾਲੇ, ਪਨੀਰ ਵਾਲੇ, ਬਦਾਣਾ ਪਕੌੜੀਆਂ, ਗੋਭੀ ਵਾਲੇ ਪਕੌੜੇ, ਸਭ ਚੱਲੂਗਾ। ਇਹ ਹੈਗੀਆਂ ਸਾਡੇ ਸਰਪੰਚ ਸਾਹਿਬ ਉਹਨਾਂ ਦੀਆਂ ਸੱਚੀਆਂ ਨੀਤਾਂ ਤੇ ਸੱਚੀਆਂ ਸੋਚਾਂ। ਤੇ ਹੁਣ ਬਾਪੂ ਗੋਪਾਲ ਜੀ ਦੇ ਕੋਲੇ ਜਾਂਦੇ ਆਪਾਂ। ਬਾਪੂ ਗੋਪਾਲ ਜੀ ਸਾਡੇ ਇਹਨਾਂ ਦੇ ਸਪੋਕਸਮੈਨ ਭਾਈ ਤੁਹਾਨੂੰ ਜਿਵੇਂ ਦੱਸਿਆ ਨਰਿੰਦਰ ਸਿੰਘ ਸੋਨੂ ਜੀ ਵੀ ਦੱਸਣਗੇ, ਬਾਕੀ ਜਿੰਨਾ ਕਿ ਬਾਪੂ ਗੋਪਾਲ ਬੋਲ ਸਕਦਾ ਕੁਝ ਆਪਾਂ ਇਹਨਾਂ ਤੋਂ ਵੀ ਪੁੱਛਦੇ ਹਾਂ। ਬਾਪੂ ਗੋਪਾਲ ਜੀ, ਜੇ ਤੁਸੀਂ ਸਰਪੰਚ ਬਣ ਜਾਂਦੇ ਹੋ, ਜਿੱਤ ਜਾਂਦੇ ਹੋ, ਤਾਂ ਕੀ ਕੰਮ ਕਰੋਗੇ ਅੰਦਰ? सड़का बनाएंगे, नाले ਸੜਕਾਂ, अस्पताल बनाएंगे ਹਸਪਤਾਲ, ਹੋਰ और मरीजों को छुड़ा के लाएंगे, ਮਰੀਜ਼ਾਂ ਨੂੰ ਵੀ ਛੁਡਾ ਕੇ ਲਿਆਵਾਂਗੇ ਜਿਹੜੇ ਘਰਾਂ 'ਚ ਬੰਨੇ ਹੁੰਦੇ ਹੈ, ਜਿਹੜੇ ਗੁਲਾਮ ਆ, उन्हें छुड़ा के लाएंगे। ਜਿਵੇਂ ਤੈਨੂੰ ਰੱਖਿਆ ਹੋਇਆ ਸੀ ਉਵੇਂ ਉਦਾਂ ਦੇ ਬੰਦਿਆਂ ਨੂੰ ਛੁਡਾ ਕੇ ਲਿਆਵਾਂਗੇ। हाँ, ਠੀਕ ਆ, ਹੋਰ ਬਾਪੂ? और ਜਿਹੜੇ ਉਹ ਕਮਰੇ कमरे बनाएंगे, नाले अस्पताल बनाएंगे, ਐਸੇ ਕਮਰੇ ਸਾਰਿਆਂ ਨੂੰ सारे बनाएंगे, ਉਹਦੇ 'ਚ ਕੀ ਦੇਣਾ? उन्हें जो कूलर लाएंगे, ਕੂਲਰ ਲਾ ਕੇ ਦੇਵਾਂਗੇ ਹਰੇਕ ਬੰਦੇ ਨੂੰ, ਇੱਕ ਕਮਰਾ ਉਹਦੇ 'ਚ ਕੂਲਰ ਲਾ ਕੇ। हर एक बंदे ने कमरा के नाले पूरा लाएंगे। ਨਾਲੇ ਹੋਰ ਕੀ? ਜਿਹੜਾ ਬੰਦਾ ਮੰਗੂਗਾ ਚਾਬੀ ਉਹਨੂੰ ਚਾਬੀ ਕੋ ਦੇ ਦੇਗਾ। ਹਾਂ, ਉਹਨੂੰ ਚਾਬੀ ਦਿੱਤੀ ਜਾਊਗੀ ਜਿਹੜਾ ਉਹਦਾ ਕਮਰਾ ਮੰਗੂਗਾ। ਤੇ ਸਪੋਕਸਮੈਨ ਸਾਹਿਬ ਦੱਸਣਗੇ। ਹਾਂਜੀ ਬਾਪੂ ਗੋਪਾਲ ਜੀ, ਜੇ ਜਿੱਤ ਜਾਣਗੇ ਤਾਂ ਕਿਹੜੇ ਕਿਹੜੇ ਕੰਮ ਕਰਨਗੇ? ਪਹਿਲਾਂ ਤਾਂ ਜੀ ਸੜਕਾਂ ਬਣਾਵਾਂਗੇ ਜੀ, ਉਸ ਤੋਂ ਬਾਅਦ ਹਸਪੀਟਲ ਬਣਾਵਾਂਗੇ ਜੀ, ਉਸ ਤੋਂ ਬਾਅਦ ਕਮਰੇ ਬਣਾਵਾਂਗੇ, ਓਕੇ, ਕਮਰਿਆਂ ਦੇ ਵਿੱਚ ਬੈੱਡ ਲਾ ਕੇ ਦਿੱਤੇ ਜਾਣਗੇ, ਕੂਲਰ ਲਾ ਕੇ ਦਿੱਤੇ ਜਾਣਗੇ, ਠੀਕ ਹੈ। ਸਾਰਾ ਕੁਝ ਦਿੱਤਾ ਜਾਊਗਾ। ਟੀਵੀ ਵੀ? ਹਾਂਜੀ, ਟੀਵੀ ਵੀ ਲਾ ਕੇ ਦਿੱਤਾ ਜਾਊਗਾ। ਤੇ ਜਿਹੜੇ ਗੁਲਾਮ ਬਣਾ ਕੇ ਰੱਖੇ ਹੋਏ ਲੋਕ, ਉਹਨਾਂ ਲਈ ਕੀ ਕਰੋਗੇ? ਉਹਨਾਂ ਨੂੰ ਯਾਦ ਕਰਾਵਾਂਗੇ, ਗੁਲਾਮੀ ਖਤਮ ਕਰਾਵਾਂਗੇ ਜੀ। ਜਿਹੜਾ ਮੈਂ ਖਤਮ ਕਰਾਵਾਂਗੇ। ਤੁਸੀਂ ਆਪ ਕਿਹੜੇ ਹਾਲਾਤ ਸੀਗੇ ਸੋਨੂੰ ਜੀ ਪਹਿਲਾਂ ਦੀ ਜ਼ਿੰਦਗੀ ਚ? ਮੈਂ ਤਾਂ ਪਹਿਲਾਂ ਜੀ ਬਹੁਤ ਮਾੜੇ ਹਾਲਾਤਾਂ 'ਚ ਸੀਗਾ ਜੀ। ਮੈਂ ਸੜਕਾਂ 'ਤੇ ਹੁੰਦਾ ਸੀਗਾ, ਨਾ ਮੈਨੂੰ ਕੋਈ ਸਾਂਭਣ ਵਾਲਾ ਜੀ, ਤੇ ਨਾ ਮੇਰੀ ਕੋਈ ਦੇਖਭਾਲ ਕਰਨ ਵਾਲਾ ਜੀ, ਤੇ ਮੇਰੀ ਤਾਂ ਭੈਣ ਭਰਾਵਾਂ ਨੇ ਮਦਦ ਕੀਤੀ, ਮੈਂ ਤੁਹਾਡੇ ਤੱਕ ਪਹੁੰਚ ਗਈ। ਕਿੱਥੋਂ ਆਏ ਹੋ ਤੁਸੀਂ? ਕੋਟਕਪੂਰੇ ਤੋਂ ਜੀ। ਤੋਂ ਚੱਲ ਫਿਰ ਸਕਦੇ ਸੀ ਪਹਿਲਾਂ? ਨਹੀਂ ਜੀ, ਹੁਣ ਚੱਲ ਫਿਰ ਸਕਦੇ। ਇਹ ਸੋਨੂ ਜੀ ਦੇ ਪੈਰ ਆ ਜੀ, ਦੋਨਾਂ ਦਾ ਆਪਰੇਸ਼ਨ ਹੋਇਆ। ਹੁਣ ਸੋਨੂ ਹਰ ਰੋਜ਼ ਵਾਕਰ ਤੇ 15 ਤੋਂ 20 ਗੇੜੇ ਦਿੰਦਾ। ਭੀਖ ਮੰਗਣ ਲਈ ਮਜਬੂਰ ਸੀ ਇਹ ਨੌਜਵਾਨ ਮਾਂ ਪਿਓ ਦਾ ਪੁੱਤ। ਮਾਂ ਜਨਮ ਦੇ ਕੇ ਚੜ੍ਹਾਈ ਕਰਕੇ ਪਿਓ ਪਹਿਲਾਂ ਐਕਸੀਡੈਂਟ 'ਚ ਮੌਤ ਹੋ ਗਈ ਸੀ। ਤੇ ਜਿਸ ਦਿਨ ਸੋਨੂ ਦਾ ਜਨਮ ਹੋਇਆ, ਹਸਪਤਾਲ 'ਚ ਐਲਾਨ ਕਰਤਾ ਸੀ ਰਿਸ਼ਤੇਦਾਰਾਂ ਨੇ, ਸਰਦਾਰ ਦੀ ਚੋਟੀ ਦੇ ਸਰਦਾਰਾਂ ਨੇ ਐਲਾਨ ਕਰਤਾ। ਟਰੱਕਾਂ ਦਾ ਯੂਨੀਅਨ ਦਾ ਕੰਮ ਸੀ, ਟਰੱਕਾਂ ਦੇ ਟਰਾਂਸਪੋਰਟਰ ਸੀ ਬਹੁਤ ਤਕੜੇ, ਵੀ ਸਾਡਾ ਬੱਚਾ ਜੇ ਕਿਸੇ ਨੇ ਲੈਣਾ ਤਾਂ ਲੈ ਲਓ। ਉਸੇ ਉਹਨਾਂ ਦੇ ਟਰੱਕਾਂ ਦੇ ਜਿਹੜੇ ਟਰਾਂਸਪੋਰਟ ਦੇ ਵਿੱਚ ਇੱਕ ਬੰਦਾ ਟਰੱਕ ਚਲਾਉਂਦਾ ਸੀ। ਉਹ ਟਰੱਕ ਚਲਾਉਣ ਵਾਲੇ ਡਰਾਈਵਰ ਨੇ ਕਿਹਾ ਵੀ ਮੈਂ ਰੱਖ ਲੈਣਾ ਤੁਹਾਡਾ ਪੁੱਤ, ਭਤੀਜਾ, ਭਾਣਜਾ, ਰਿਸ਼ਤਾ ਜਿਹੜਾ ਮਰਜ਼ੀ ਹੋਵੇ। ਸਰਦਾਰ ਸੀ ਤਕੜੇ, ਮਾਸੀ ਮਾਸਰ ਸੀ ਇਹਦੇ, ਤੇ ਅਡਾਪਟ ਕਰ ਲਿਆ ਡਰਾਈਵਰ ਵੀਰ ਨੇ। ਉਹਦੇ ਆਪਦੇ 3 ਕੁੜੀਆਂ ਸੀ ਬਾਪੂ, 3 ਭੈਣਾਂ ਸੀ ਸੋਨੂ ਦੇ। ਜਦੋਂ ਅਡਾਪਟ ਕਰ ਲਿਆ, ਸੋਨੂ ਘਰੇ ਲਿਆਂਦਾ। 6-7 ਮਹੀਨਿਆਂ ਬਾਅਦ, ਸਾਲ ਕੁ ਬਾਅਦ ਕਰੀਬ ਪਤਾ ਲੱਗਦਾ ਸੋਨੂ ਦੀਆਂ ਲੱਤਾਂ ਨੂੰ ਹਵਾ ਪਈ ਹੋਈ ਆ, ਲੱਤਾਂ ਸੁੱਕੀਆਂ ਵੀ, ਇਹ ਚੱਲ ਨਹੀਂ ਸਕਦਾ। ਵਾਪਸ ਛੱਪਣ ਚਲੇ ਗਏ, ਦੇਣ ਚਲੇ ਗਏ ਵੀ ਰੱਖੋ ਜੀ, ਅਸੀਂ ਨਹੀਂ ਲੈਣਾ। ਉਹ ਰੱਖਣ ਵਾਲੇ ਕਿੱਥੇ ਸੀ? ਉਹ ਕਹਿੰਦੇ ਅਸੀਂ ਇਲਾਜ ਕਰਾ ਦਿੰਦੇ ਹਾਂ ਸੋਨੂ ਦਾ। ਉਹਨਾਂ ਨੇ ਆਪਰੇਸ਼ਨ ਕਰਵਾਤਾ ਲੱਤਾਂ ਦਾ, ਛੋਟੇ ਹੁੰਦੇ ਦਾ, ਜਦੋਂ ਸਾਲ 1.5 ਸਾਲ ਦਾ। ਫਿਰ ਉਹਨਾਂ ਨੂੰ ਵਾਪਸ ਦੇਤਾ। ਪਰ ਸੋਨੂ ਉਹਨਾਂ ਲਈ ਬੋਝ ਬਣ ਗਿਆ ਸੀ। ਜਿਵੇਂ ਜਿਵੇਂ ਸੋਨੂ ਵੱਡਾ ਹੁੰਦਾ ਗਿਆ, ਜਵਾਨ ਹੁੰਦਾ ਗਿਆ, ਸੋਨੂ ਉਹਨਾਂ ਤੇ ਬੋਝ ਬਣਦਾ ਗਿਆ।
ਉਹਨਾਂ ਨੇ ਸੋਨੂੰ ਨੂੰ ਇਸ ਬੋਝ ਨੂੰ ਢੋਣਾ ਬੰਦ ਕਰਤਾ ਤੇ ਬਾਪੂ ਨੇ ਆਪਦੀ ਇੱਕ ਕੁੜੀ ਵਿਆਹ ਲਈ ਘਰੇ ਇੱਕ ਜਵਾਈ ਰੱਖ ਲਿਆ, ਘਰ ਜਵਾਈ। ਪਹਿਲਾਂ ਦਾ ਪੁੱਤ ਲਿਆ ਸੀ ਵੀ ਧੀਆਂ ਵਿਆਹ ਦਾਂਗੇ, ਪੁੱਤ ਸਾਂਭੂ, ਪੁੱਤ ਘਰ ਚਲਾਊ। ਜਦੋਂ ਉਹਨੂੰ ਦੇਖਿਆ ਪੁੱਤ ਤਾਂ ਸਾਂਭਣ ਯੋਗ ਨਹੀਂ ਰਿਹਾ, ਧੀ ਵਿਆਹ ਕੇ ਜਵਾਈ ਘਰੇ ਰੱਖ ਲਿਆ ਤੇ ਜਵਾਈ ਨੇ ਯਾਨੀ ਕਿ ਇਹਦੇ ਜੀਜਾ ਜੀ ਨੇ, ਜਿਹੜੀ ਭੈਣ ਨੇ, ਇਹਦੀ ਉਹ ਦੁਰਦਸ਼ਾ ਕੀਤੀ, ਜੁੱਤੀਆਂ ਮਾਰ ਮਾਰ ਕੇ ਉਹ ਕੁੱਟ ਕੁਟਾਪਾ ਕਰਿਆ। ਇਹਨੂੰ ਹਰ ਰੋਜ਼ ਘਰੋਂ ਚੌਂਕ 'ਚ ਬਿਠਾਏ ਹੁੰਦੇ ਸੀ ਕੋਟਕਪੂਰੇ, ਉੱਥੇ ਭੀਖ ਮੰਗਦਾ ਸੀ ਸਾਰਾ ਦਿਨ। ਸ਼ਾਮ ਨੂੰ 100-200 ਰੁਪਇਆ ਲੈ ਕੇ ਘਰੇ ਜਾਂਦਾ ਸੀ ਤਾਂ ਇਹਨੂੰ ਰੋਟੀ ਮਿਲਦੀ ਸੀ, ਨਾਲ ਸੋਟੀ ਮਿਲਦੀ, ਛਿੱਤਰ ਮਿਲਦੀ। ਤਾਂ ਫਿਰ ਇਹਨੇ ਉੱਥੇ ਲੋਕਾਂ ਦੀਆਂ ਮਿਹਨਤਾਂ ਕੀਤੀਆਂ ਵੀ ਮੇਰੀ ਮਦਦ ਕਰੋ, ਮੇਰੇ ਰੋਜ਼ ਆਹ ਕੁਛ ਹੁੰਦਾ। ਤਾਂ ਸਾਡੇ ਟੀਮ ਦੇ ਮੈਂਬਰ ਗੁਰਧਿਆਨ ਸਿੰਘ ਰਾਣੇ ਹੋਣੀ, ਹਰਦੀਪ ਹੋਣੀ ਵੀਰ, ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ। ਸ਼ੁਰੂਆਤ ਦੇ ਵਿੱਚ 2017 ਦੀ ਗੱਲ ਆ ਤੇ ਫਿਰ ਅਸੀਂ ਉੱਥੋਂ ਲੈ ਕੇ ਆਏ ਵੀਰ ਨੂੰ। ਅੱਜ ਇਹ ਬਾਪੂ ਗੋਪਾਲ ਸਿੰਘ ਜੀ ਦਾ ਸਪੋਕਸਮੈਨ ਸਰਦਾਰ ਹਰਜਿੰਦਰ ਸਿੰਘ ਸੋਨੂ, ਸਰਦਾਰਾਂ ਦਾ ਪੁੱਤ ਆ, ਪਰ ਉਹ ਕਾਹਦੇ ਸਰਦਾਰ ਜਿਨ੍ਹਾਂ ਨੇ ਪੁੱਤ ਹੀ ਵੇਚਦੇ, ਉਹ ਕਾਹਦੇ ਸਰਦਾਰ ਆ। ਏਦਾਂ ਦੇ ਸਰਦਾਰਾਂ ਦੀਆਂ ਕਾਹਦੀਆਂ ਸਰਦਾਰੀਆਂ। ਤੇ ਏਦਾਂ ਹੀ ਅਸੀਂ ਗੱਲ ਕਰਦੇ ਸਰਦਾਰ ਵਿਕਰਮ ਵੀਰ, ਜੋ ਵੋਟਰ ਆ ਬਾਪੂ ਰਮੇਸ਼ ਚੰਦ ਸ਼ਰਮੇ ਦੇ। ਤੇ ਵਿਕਰਮ, ਤੁਹਾਡਾ ਕੀ ਟੀਚਾ ਬਾਪੂ ਜਦੋਂ ਸਰਪੰਚ ਬਣ ਜੂ, ਕਿਹੜੇ ਕਿਹੜੇ ਕੰਮ ਕਰਾਉਣੇ ਆ ਤੁਸੀਂ ਜਿਹੜੇ ਸੋਚਿਆ ਸਾਰਿਆਂ ਨੂੰ? ਉਹਨੇ ਸੜਕਾਂ ਪੱਕੀਆਂ ਕਰਵਾ ਦਾਂਗੇ ਜੀ, ਹਸਪੀਟਲ ਬਣਾਵਾਂਗੇ ਜੀ, ਧੂੰ ਵਾਲੇ ਬੈੱਡ ਦਿੱਤੇ ਜਾਣਗੇ ਜੀ, ਤਾਂ ਗੁਲਾਮ ਬੰਦੇ ਛਡਾਏ ਜਾਣਗੇ ਜੀ, ਜਿਹੜੇ ਸਿੰਗਲਾਂ ਨਾਲ ਬੰਨੇ, ਹਾਂਜੀ ਜਿਹੜੇ ਬੰਦੀ ਬਣਾਏ ਹੋਏ ਨੇ ਜਿਹੜੇ ਸੜਕਾਂ ਤੇ ਪਏ ਨੇ ਉਹ ਵੀ ਠੀਕ ਕਰਵਾਵਾਂਗੇ ਜੀ, ਚੱਕ ਕੇ ਜੀ। ਤੁਸੀਂ ਕਿਹੜੇ ਹਾਲਾਤ ਚ ਆਏ ਸੀ ਇੱਥੇ ਵਿਕਰਮ ਜੀ? ਮੇਰੇ ਸਿਰ 'ਚ ਕੀੜੇ ਪਏ ਹੋਏ ਸੀ ਜੀ, ਫਰਨੈਲ ਪਾਪਾ ਕੋਈ ਬੜੇ ਸੁੰਡ ਕੱਢੇ ਨੇ ਜੀ ਮੈਂ। ਆਪ ਹੀ ਕੱਢਦੇ ਸੀ? ਹਾਂਜੀ ਆਪ। ਕਿੱਥੇ ਸੀ ਤੁਸੀਂ? ਮੈਂ ਭਾਰਤ ਨਗਰ ਚੌਂਕ ਜੀ ਨੇ ਕਮਲ ਜਵੈਲਰ ਦੇ ਸਾਹਮਣੇ ਜੀ। ਲੁਧਿਆਣੇ? ਹਾਂਜੀ। ਪਿੰਡ ਕਿਹੜਾ ਤੁਹਾਡਾ? ਖੇੜੀ ਸਾਹਿਬ ਜੀ, ਜ਼ਿਲ੍ਹਾ ਸੰਗਰੂਰ ਜੀ। ਤੁਹਾਡੇ ਫਾਦਰ ਸਾਹਿਬ ਕੀ ਕਰਦੇ ਆ? ਮਿਲਟਰੀ ਚੋਂ ਰਿਟਾਇਰ ਹੋਏ ਹੋਏ ਨੇ, ਇੰਡੀਅਨ ਆਇਲ 'ਚ ਸਿਕਿਉਰਿਟੀ ਗਾਰਡ ਕਰ ਰਹੇ ਨੇ ਜੀ ਹੁਣ ਨੌਕਰੀ। ਤੁਹਾਡੇ ਮੰਮੀ ਕਿੱਥੇ ਆ? ਮੇਰੇ ਮੰਮੀ ਡੈਥ ਹੋ ਗਈ ਸੀ, ਕੈਂਸਰ ਹੋਇਆ ਹੋਇਆ ਸੀ ਜੀ ਉਹਨੂੰ। ਕਿੰਨੇ ਸਾਲਾਂ ਦਾ ਸੀ ਤੂੰ ਵੀਡੀਓ ਤੋਂ? ਮੈਂ 14-15 ਕਦਾ ਹੋਊਗਾ ਜੀ, ਜਦੋਂ ਮੰਮੀ ਦੀ ਡੈਥ ਹੋਈ। ਡੈਥ ਹੋ ਗਈ। ਉਸ ਤੋਂ ਬਾਅਦ ਡੈਡੀ ਨੇ ਹੋਰ ਵਿਆਹ ਕਰਾ ਲਿਆ? ਉਹ ਹੋਰ ਵਿਆਹ ਕਰਵਾ ਲਿਆ ਜੀ। ਓਕੇ। ਤੇ ਫਿਰ ਉਹ ਮਾਂ ਨੇ? ਉਹ ਸਹੀ ਨਹੀਂ ਸਮਝਦਾ, ਉਹ ਪਿਆਰ ਕਾਹਨੂੰ ਮਿਲਦਾ ਜੀ ਚਾਚਿਆਂ ਤਾਈਆਂ ਤੋਂ, ਮਾਵਾਂ ਮਾਮੀ ਹੁੰਦੀਆਂ ਨੇ। ਤੇ ਉਸ ਘਰ ਦੇ ਵਿੱਚ ਜਦੋਂ ਇਹਨੂੰ ਉਹ ਮਾਣ ਸਤਿਕਾਰ ਨਾ ਮਿਲਿਆ, ਪੜ੍ਹਿਆ ਲਿਖਿਆ ਨੌਜਵਾਨ, ਹੇਅਰ ਡਰੈਸਰ ਦਾ ਕੰਮ ਸਿੱਖਿਆ, ਸਲੂਨ ਤੇ ਕੰਮ ਕਰਦਾ ਸੀ, ਵਧੀਆ ਹੇਅਰ ਡਰੈਸਿੰਗ ਦਾ ਕੰਮ ਕਰਦਾ, ਬਾਲ ਕਟਿੰਗ ਦਾ। ਬਸ ਘਰੋਂ ਜਦੋਂ ਤਾਨੇ ਮਿਹਣੇ ਸਵੇਰ ਤੋਂ ਸ਼ਾਮ ਤੱਕ ਮਿਲਦੇ ਸੀ ਤਾਂ ਅਖੀਰ ਨੂੰ ਇਹਨੇ ਘਰ ਛੱਡਤਾ। ਘਰ ਛੱਡਿਆ ਤਾਂ ਲੁਧਿਆਣੇ ਆ ਕੇ ਰਹਿਣ ਲੱਗ ਗਿਆ, ਆਪਦਾ ਕੰਮ ਕਰਨ ਲੱਗ ਗਿਆ। ਕਿਸਮਤ ਜਦੋਂ ਮਾੜੀ ਹੋਵੇ, ਕਹਿੰਦੇ ਊਂਟ ਦੇ ਉੱਪਰ ਬੈਠੇ ਤੇ ਵੀ ਕੁੱਤਾ ਲੱਤ ਰੰਦੀ ਵੱਢ ਜਾਂਦਾ। ਉਦਾਂ ਹੀ ਇਹਦੇ ਨਾਲ ਹੋਇਆ। ਜਦੋਂ ਇੱਕ ਦਿਨ ਆਟੋ 'ਚ ਬੈਠਾ ਜਾਂਦਾ ਸੀਗਾ, ਆਟੋ ਪਲਟ ਗਿਆ, ਐਕਸੀਡੈਂਟ ਹੋ ਗਿਆ, ਸਿਰ 'ਤੇ ਸੱਟ ਲੱਗ ਗਈ। ਚੱਕ ਕੇ ਲੋਕਾਂ ਨੇ ਹਸਪਤਾਲ ਦਾਖਲ ਕਰਾਤਾ। ਇਹਦੇ ਫਾਦਰ ਨੂੰ ਫੋਨ ਕਰਤਾ, ਫਾਦਰ ਸਾਹਿਬ ਆਏ ਡੀਐਮਸੀ ਹਸਪਤਾਲ 'ਚ। ਝੂਠ ਮਾਰਨ ਦੀ ਇਹਦੇ ਵਿੱਚ ਕੋਈ ਉਹ ਨਹੀਂ। ਫਾਦਰ ਸਾਹਿਬ ਨੇ 2.5 ਲੱਖ ਰੁਪਇਆ ਖਰਚਿਆ ਇਹਦੇ ਤੇ। ਇੱਥੋਂ ਡੀਐਮਸੀ ਤੋਂ ਇਹਦਾ ਇਲਾਜ ਕਰਾਇਆ, ਪੂਰੀ ਖੋਪੜੀ ਇਹਦੀ ਖੁੱਲ ਗਈ ਸੀਗੀ ਤੇ ਇਲਾਜ ਕਰਾ ਕੇ ਛੁੱਟੀ ਕਰਾ ਕੇ ਘਰੇ ਲੈ ਗਿਆ। ਡਾਕਟਰ ਨੇ ਦੱਸਿਆ ਵੀ 6 ਮਹੀਨੇ ਇਹਨੂੰ ਬੈੱਡ ਰੈਸਟ ਚਾਹੀਦੀ ਹੈ, ਘਰੇ ਰਹੂਗਾ, ਇਹਦਾ ਖੁਰਾਕ ਵਧੀਆ ਮਿਲਣੀ ਚਾਹੀਦੀ ਹੈ, ਇਲਾਜ ਚੱਲੂਗਾ। ਜਦੋਂ ਘਰੇ ਗਿਆ ਤੇ ਘਰੇ ਗਏ ਤੇ ਫਿਰ ਉਹੀ ਚੀਜ਼ਾਂ ਸ਼ੁਰੂ ਹੋ ਗਈਆਂ। ਮਹੀਨਾ ਘਰੇ ਰਿਹਾ ਸੀ, ਮਹੀਨਾ ਕੁ ਘਰੇ ਰਿਹਾ ਵੀਰ। ਮਹੀਨੇ ਬਾਅਦ ਫਿਰ ਉਹੀ ਗੱਲਾਂ ਜਦੋਂ ਘਰੇ ਹੋਣੀਆਂ ਸ਼ੁਰੂ ਹੋ ਗਈਆਂ, ਸਿਰ ਤੇ ਟਾਂਕੇ ਲੱਗੇ ਹੋਏ, ਉਵੇਂ ਘਰ ਛੱਡ ਕੇ ਫਿਰ ਲੁਧਿਆਣੇ ਆ ਗਿਆ। ਕੱਲਾ ਲੁਧਿਆਣੇ ਰਹਿੰਦਾ ਸੀ, ਕਮਰੇ ਦਾ ਕਿਰਾਇਆ ਵੀ ਦੇ ਹੋਇਆ, ਕੰਮ ਕਰ ਨਹੀਂ ਹੋਇਆ। ਸੜਕ ਤੇ ਆ ਗਿਆ, ਸੜਕ ਤੇ ਝੁੱਗੀ ਪਾ ਕੇ ਲੁਧਿਆਣੇ ਭਾਰਤ ਨਗਰ ਚੌਕ, ਨਿੱਕਾ ਮਲ ਜਿਊਲਰ ਦੇ ਬਾਹਰ ਮਾਲ ਰੋਡ, ਜਿੱਥੇ ਕਰੋੜਾਂ ਦਾ ਰੋਜ਼ ਲੋਕ ਸ਼ਾਪਿੰਗ ਕਰਦੇ ਆ, ਕਰੋੜਾਂ ਦੀ, ਉਸ ਰੋਡ ਤੇ ਆ ਕੇ ਝੁੱਗੀ ਪਾ ਕੇ ਰਹਿਣ ਲੱਗ ਗਿਆ ਨੌਜਵਾਨ। ਮੀਂਹ ਪਿਆ, ਸਿਰ 'ਚ ਕੀੜੇ ਪੈ ਗਏ। ਆਪ ਆਪਦੇ ਸਿਰ 'ਚੋਂ ਕੀੜੇ ਫਰਨੈਲ ਪਾਉਂਦਾ ਸੀ ਤੇ ਕੱਢ ਕੇ ਥੱਲੇ ਸਿੱਟੀ ਜਾਂਦਾ। ਸਾਹਮਣੇ ਮੰਦਿਰ ਸੀ ਇੱਕ, ਉੱਥੇ ਭੂਰੀ ਵਾਲਾ ਮੰਦਿਰ ਹੈ ਨਾ, ਭੂਰੀ ਵਾਲਾ ਮੰਦਿਰ ਆ ਜੀ, ਬਹੁਤ ਵੱਡਾ। ਅੱਜ ਅਸੀਂ ਨਾਮ ਲੈ ਰਹੇ ਹਾਂ ਉਸ ਮੰਦਿਰ ਦਾ। ਗਲੀ ਦੇ ਵਿੱਚ ਉੱਥੇ ਰੋਜ਼ ਪ੍ਰਸ਼ਾਦਾ ਛਕਣ ਜਾਂਦਾ ਸੀ ਜੀ। ਜਿੱਦਣ ਸਾਨੂੰ ਪੁਲਿਸ ਵਾਲੇ ਪੀਸੀਆਰ ਵਾਲੇ ਨੇ ਦੱਸਿਆ ਵੀ ਇੱਥੇ ਇੱਕ ਨੌਜਵਾਨ ਉਹਦੇ ਕੀੜੇ ਪਏ, ਵੀਡੀਓ ਬਣਾ ਕੇ ਭੇਜੀ। ਅਸੀਂ ਜਦੋਂ ਇਹਨੂੰ ਲੈਣ ਗਏ, ਇਹਦੀ ਝੁੱਗੀ ਖਾਲੀ ਇੱਥੇ ਲੱਭਿਆ। ਸਾਨੂੰ ਕਿਸੇ ਨੇ ਦੱਸਿਆ ਵੀ ਮੰਦਿਰ 'ਚ ਰੋਟੀ ਖਾਣ ਗਿਆ ਉਹ। ਅਸੀਂ ਉਸ ਮੰਦਿਰ 'ਚ ਪਹੁੰਚ ਗਏ। ਉਸ ਮੰਦਿਰ ਦੇ ਵਿੱਚ ਪੂਰੀ ਬਿਲਡਿੰਗ ਦੇ ਉੱਪਰ ਮੂਰਤੀਆਂ ਕੱਟ ਕੇ ਤਰਾਸ਼ ਕੇ ਲਾਈਆਂ ਜਾ ਰਹੀਆਂ ਸੀ, ਹਜ਼ਾਰਾਂ ਹੀ ਮੂਰਤੀਆਂ। ਜਿਹੜਾ ਉੱਥੇ ਪ੍ਰਧਾਨ ਬੈਠਾ ਸੀ, ਉਹਨੂੰ ਅਸੀਂ ਪੁੱਛਿਆ, ਬਾਈ ਜੀ ਇੱਥੇ ਇੱਕ ਮੁੰਡਾ ਆਉਂਦਾ, ਉਹਦੇ ਸਿਰ 'ਚ ਕੀੜੇ ਪਏ, ਤੁਸੀਂ ਦੇਖਿਆ? ਕਹਿੰਦਾ ਬਾਈ ਜੀ ਏਦਾਂ ਦੇ ਬੰਦੇ ਨੂੰ ਅਸੀਂ ਅੰਦਰ ਨਹੀਂ ਵੜਨ ਦਿੰਦੇ, ਉੱਥੇ ਬਾਹਰ ਦੇਖੋ, ਸੜਕ ਤੇ ਹੋ ਗਏ। ਜਾਣੀ ਕਿ ਇੱਕ ਮਨ ਦੇ ਵਿੱਚ ਸਾਡੇ
ਸਵਾਲ ਹੋਰ ਉੱਠਦੇ ਆ, ਬਲਬਲੇ ਹੋਰ ਆ, ਉਹਨਾਂ ਦੇ ਹੋਰ ਆ। ਅਸੀਂ ਉਹਨੂੰ ਪੁੱਛਿਆ ਯਾਰ ਬਾਈ ਇੱਕ ਬੰਦੇ ਦੇ ਸਿਰ 'ਚ ਕੀੜੇ ਪਏ ਹੋਏ ਆ, ਉਹ ਗੁਰੂ ਘਰ 'ਚ ਆ ਗਿਆ, ਉਹ ਗੁਰੂ ਦਾ ਘਰ ਆ ਇਹ, ਉਹ ਰਾਮ ਦਾ, ਉਸ ਅੱਲਾ ਦਾ, ਚਾਹੇ ਉਹ ਵਾਹਿਗੁਰੂ ਦਾ, ਚਾਹੇ ਉਹ ਯੀਸ਼ੂ ਦਾ, ਜਦੋਂ ਉਹਦੇ ਘਰ ਹੀ ਪਹੁੰਚ ਗਿਆ ਕੋਈ ਬੰਦਾ ਜਿਹਦੇ ਕੀੜੇ ਪਏ ਹੋਣ ਤੇ ਉਹਨੂੰ ਵੀ ਅੰਦਰ ਵੜਨ ਦਾ ਹੁਕਮ ਨਾ ਹੋਵੇ, ਉਹਨੂੰ ਉੱਥੇ ਗਏ ਨੂੰ ਇਲਾਜ ਨਾ ਮਿਲੇ, ਉਹਨੂੰ ਉੱਥੇ ਗਏ ਨੂੰ ਜਾਨਵਰਾਂ ਵਰਗਾ ਸਲੂਕ ਮਿਲੇ, ਤਾਂ ਕਿਹੜਾ ਕਾਹਦਾ ਕਦੋਂ ਘਰ ਆ। ਅਸੀਂ ਉਹਨੂੰ ਕਿਹਾ ਬਾਈ ਯਾਰ ਤੁਸੀਂ ਐਂ ਕਿਉਂ ਕਰਦੇ ਹੋ? ਕਹਿੰਦਾ ਵੀਰੇ ਇੱਥੇ ਬਥੇਰੇ ਆਉਂਦੇ ਕੀੜਿਆਂ ਵਾਲੇ, ਅਸੀਂ ਕਿਹਨੂੰ ਸਾਂਭੀਏ। ਉਹ ਗੁਰੂ ਦੀਆਂ ਮੂਰਤਾਂ, ਉਹ ਗੁਰੂ ਦੀਆਂ ਬਣਾਈਆਂ ਮੂਰਤਾਂ ਨੂੰ ਇਨਸਾਨ, ਉਹ ਪ੍ਰਧਾਨ ਇਹ ਗੱਲ ਕਹਿੰਦਾ ਵੀ ਇਹੋ ਜਿਹੇ ਬੰਦੇ ਬਥੇਰੇ ਤੁਰੇ ਫਿਰਦੇ ਕੀੜਿਆਂ ਵਾਲੇ। ਪੱਥਰ ਦੀ ਬਣਾਈ ਹੋਈ ਮੂਰਤ ਤਰਾਸ਼ ਕੇ ਲਾ ਰਿਹਾ, ਜਿਹਨੂੰ ਇੱਕ ਮੂਰਤ ਨੂੰ 50,000 ਰੁਪਏ ਦਾ ਖਰਚਾ ਮੂਰਤੀ ਤੇ ਰੱਬ ਦੀ ਬਣਾਈ ਮੂਰਤੀ, ਕੀੜੇ ਪਏ ਅੰਦਰ ਨਹੀਂ ਵੜਨ ਦਾ ਹੁਕਮ। ਪੱਥਰ ਦੀ ਬਣਾਈ ਮੂਰਤੀ ਨੂੰ ਚੱਟਦੇ ਆ, ਪੱਥਰ ਦੀ ਬਣਾਈ ਮੂਰਤੀ ਨੂੰ ਚੁੰਮਦੇ ਆ, ਦੁੱਧ ਨਾਲ ਧੋਨੇ ਆ, ਫਰਸ਼ਾਂ ਤੇ ਐਂ ਦੁੱਧ ਡੋਲਦੇ ਆ। ਉਹ ਰੱਬ ਦੀਆਂ ਬਣਾਈਆਂ ਮੂਰਤਾਂ ਦੇ ਕੀੜੇ ਪੈ ਰਹੇ ਆ। ਤੇ ਸਾਡੇ ਪ੍ਰਧਾਨ ਕੀ ਕਹਿ ਰਹੇ ਆ? ਕਹਿੰਦੇ ਇਦਾਂ ਦੇ ਬੰਦਿਆਂ ਨੂੰ ਅਸੀਂ ਅੰਦਰ ਨਹੀਂ ਵੜਨ ਦਿੰਦੇ। ਆਹ ਵਿਕਰਮ ਦੀ ਟੂਟੀ ਵਾਲੀ ਪੱਗ ਜਿਹੜੀ ਬੰਨੀ ਦਿਖਦੀ ਹੈ ਨਾ ਤੁਹਾਨੂੰ, ਇਹਦੇ ਥੱਲੇ ਆਹ ਦੇਖੋ ਟੋਆ, ਆਹ ਦੇਖੋ ਕਿੱਡਾ ਵੱਡਾ ਟੋਆ ਵਾ। ਇਹ ਵਿਕਰਮ ਦੀ ਪੱਗ ਦੇ ਥੱਲੇ ਐਡਾ ਵੱਡਾ, ਹਜੇ ਵੀ ਉਂਗਲ ਪੈਂਦੀ ਆ। ਕੀੜੇ ਵੀ ਖਤਮ ਹੋ ਗਏ, ਜ਼ਖਮ ਵੀ ਠੀਕ ਹੋ ਗਿਆ। ਵਿਕਰਮ ਸਾਡੇ ਨਾਲੋਂ ਜ਼ਿਆਦਾ ਸੇਵਾ ਇੱਥੇ ਕਰਾਉਂਦਾ। ਵਿਕਰਮ ਇੱਥੇ ਸੇਵਾ ਕੀ ਕਰਦਾ? ਤਿੰਨ ਬੰਦੇ ਸਾਹਮਣੇ ਜੀ, ਪੰਡਤ ਰਾਜੂ ਜੀ, ਰਾਮਤਾ ਜੋਗੀ, ਉਹਨਾਂ ਨੂੰ ਸੰਭਾਲਦਾ ਸਾਰਾ ਦਿਨ, ਸਾਰਾ ਸੰਭਾਲਦੇ ਆ, ਰੋਟੀ ਪਾਣੀ ਪ੍ਰਸ਼ਾਦਾ ਸਭ ਕੁਝ, ਦਵਾਈ ਸਾਰਾ ਕੁਝ ਦਿੰਦੇ ਆ ਜੀ। ਤਿੰਨੇ ਟਾਈਮ ਪ੍ਰਸ਼ਾਦਾ ਛਕਾਉਣਾ, ਰੋਟੀ ਪਾਉਣੀ, ਨਾਲ ਰਹਿਣਾ ਉਹਨਾਂ ਨੂੰ ਹਰ ਟਾਈਮ। ਪੰਡਤ ਦਾ ਖਿਆਲ ਰੱਖਣਾ, ਰਾਜੂ ਕੋਚੇ ਦਾ ਮੁੰਡਾ ਮੈਂਟਲੀ ਠੀਕ ਨਹੀਂ ਉਹਦਾ ਖਿਆਲ ਰੱਖਣਾ, ਇੱਕ ਰਮਤਾ ਵਾ ਬਾਈ ਮੈਂਟਲੀ ਅਪਸੈਟ ਆ ਉਹਨੂੰ ਖਿਆਲ ਰੱਖਣਾ। ਇੱਥੇ ਰਹਿ ਕੇ ਤੈਨੂੰ ਕਿੱਦਾਂ ਲੱਗਦਾ? ਬਹੁਤ ਸਕੂਨ ਮਿਲਦਾ ਜੀ ਉਰੇ ਰਹਿ ਕੇ ਜੀ, ਟਾਈਮ ਪਾਸ ਵਧੀਆ ਹੁੰਦਾ ਜੀ। ਜ਼ਿੰਦਗੀ ਜਿਹੜੀ ਪਹਿਲਾਂ ਸੀ ਤੇ ਹੁਣ ਵਾਲੀ ਚ ਕੀ ਫਰਕ ਲੱਗਦਾ? ਬਹੁਤ ਫਰਕ ਆ ਜੀ, ਨਰਕ ਸਵਰਗ ਦਾ ਫਰਕ ਆ ਜੀ। ਇਹ ਹੈ ਜੀ ਉਹ ਰੱਬ ਦਾ ਘਰ, ਇਹ ਆ ਉਹ ਰੱਬ ਦੀਆਂ ਬਣਾਈਆਂ ਹੋਈਆਂ ਮੂਰਤਾਂ। ਜਿੱਦਾਂ ਕੀੜਿਆਂ ਦੀ ਗੱਲ ਕਰੀਏ, ਬਾਪੂ ਨਿਸ਼ਾਨ ਸਿੰਘ, ਬਾਪੂ ਸੋਹਣੇ ਖੜੇ ਹੋ। ਇਹ ਬਾਪੂ ਨਿਸ਼ਾਨ ਸਿੰਘ ਜੀ ਸਾਡੇ ਗ੍ਰੰਥੀ ਸਿੰਘ ਹੈ ਇੱਥੋਂ ਇਸ ਟਾਈਮ। ਸਾਡੇ ਗ੍ਰੰਥੀ ਸਿੰਘ ਸ਼ਾਮ ਨੂੰ ਸਵੇਰੇ ਦੋਨੋਂ ਟਾਈਮ ਪੰਜਾਂ ਬਾਣੀਆਂ ਦਾ ਪਾਠ ਹੁਕਮਨਾਮਾ ਸਾਹਿਬ ਲੈਣਾ, ਅਰਦਾਸ ਕਰਨੀ, ਸਰਦਾਰ ਸਾਹਿਬ ਦੀ ਜ਼ਿੰਮੇਵਾਰੀ ਮਹਾਰਾਜ ਸੱਚੇ ਪਾਤਸ਼ਾਹ ਨੇ ਲਾਈ। ਇਹਨਾਂ ਨੂੰ ਅਸੀਂ ਨਿਸ਼ਾਨ ਸਿੰਘ ਜੀ ਨੂੰ ਲੈ ਕੇ ਆਏ ਸੀਗੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ। ਦਰਬਾਰ ਸਾਹਿਬ ਦੀ ਪਰਿਕਰਮਾ 'ਚ ਗੁਰੂ ਰਾਮਦਾਸ ਵਾਲੀ ਸਾਈਡ ਬਾਹਰਲੇ ਪਾਸੇ ਪਰਿਕਰਮਾ 'ਚ ਪਏ ਇੱਕ ਬੱਚੇ, ਨੌਜਵਾਨ ਮੁੰਡੇ ਵਾਈਪਰ ਲਾਈ ਜਾਂਦੇ ਸੀ, ਪੋਚਾ ਲਾਈ ਜਾਂਦੇ ਸੀ, ਜਿਵੇਂ ਆਪਾਂ ਅਕਸਰ ਸੇਵਾ ਕਰਦੇ ਹਾਂ ਜਾ ਕੇ ਦਰਬਾਰ ਸਾਹਿਬ। ਤੇ ਉਹਨਾਂ ਨੇ ਦੇਖਿਆ ਬਾਪੂ ਦੇ ਸਿਰ 'ਚੋਂ ਬਲੱਡ ਨਿਕਲੀ ਜਾਂਦਾ, ਇੱਕ ਲਾਈਨ ਬਣੀ ਹੋਈ ਏਦਾਂ ਖੂਨ ਦੀ। ਉਹਨਾਂ ਨੇ ਦੇਖਿਆ ਬਾਪੂ ਦੇ ਸਿਰ 'ਚ ਖੂਨ ਨਿਕਲਦਾ। 2016 ਦੀ ਗੱਲ ਆ ਜੀ, ਇਹ ਅਕਤੂਬਰ ਦੀ। ਤੇ ਉਹਨਾਂ ਨੇ ਬਾਪੂ ਨੂੰ ਉਠਾਇਆ। ਬਾਪੂ ਨੇ ਜਦੋਂ ਪਿੱਛੋਂ ਪੱਗ ਚੱਕ ਕੇ ਦੇਖੀ, ਬਾਪੂ ਦੇ ਸਿਰ 'ਚ ਕੀੜੇ। ਤਾਂ ਬਾਪੂ ਦੇ ਅੱਜ ਵੀ ਸਿਰ ਦੇ ਵਿੱਚ ਆ ਦੇਖੋ ਕਿੱਡਾ ਵੱਡਾ ਨਿਸ਼ਾਨ ਆ, ਨਿਸ਼ਾਨ ਆ ਕਿੱਡਾ ਵੱਡਾ, ਇੱਥੇ ਕੀੜਿਆਂ ਦੀ ਖੁੱਡ ਸੀ। ਤੇ ਉਹਨਾਂ ਨੇ ਜਦੋਂ ਬਾਪੂ ਦੇ ਸਿਰ 'ਚ ਕੀੜੇ ਦੇਖੇ ਉਹ ਇੱਕਦਮ ਹੈਰਾਨ ਹੋ ਗਏ। ਉਹ ਡਰੇ ਹੋਏ ਨੌਜਵਾਨ ਬਾਪੂ ਨੂੰ ਫਟਾਫਟ ਫੜ ਕੇ ਸ਼੍ਰੋਮਣੀ ਕਮੇਟੀ SGPC ਦਾ ਦਫ਼ਤਰ ਜਿਹੜਾ ਉੱਥੇ ਲੈ ਗਏ। ਉਹਨਾਂ ਦੇ ਵਿੱਚ ਇੱਕ ਮੁਲਾਜ਼ਮ ਵੀ ਨਾਲ ਰਲ ਗਿਆ, ਉਹਨਾਂ ਨੇ ਨਵਾਂ ਮੁੰਡਾ ਮੁਲਾਜ਼ਮ ਲਾਣਾ ਸੀ। ਉਹਨਾਂ ਨੇ ਜਾ ਕੇ ਉੱਥੇ ਉਹਨਾਂ ਨੂੰ ਦੱਸਿਆ ਵੀ ਬਾਈ ਜੀ ਸਾਨੂੰ ਇੱਕ ਬਾਪੂ ਮਿਲਿਆ ਬਾਹਰ ਖੜਾ ਵਾ ਵੀ ਉਹਦੇ ਕੀੜੇ ਪਏ ਆ ਸਿਰ 'ਚ। ਉਹਨਾਂ ਨੂੰ ਤਾਂ ਐਕਸਾਈਟਮੈਂਟ ਦਿਖਾਈ ਵੀ ਇਹਨਾਂ ਦਾ ਹੁਣੇ ਇਲਾਜ ਹੋ ਜੂ। ਉਹ ਬੰਦਾ ਜਿਹੜਾ ਬਰਛੇ ਵਾਲਾ ਉੱਥੇ ਸਿੰਘ ਖੜਾ ਸੀ, ਉਹਨੇ 3-4 ਸਿੰਘ ਹੋਰ ਸੱਦੇ ਉੱਥੇ। ਅਸੀਂ ਗੁਰੂ ਘਰਾਂ ਦੇ ਉਲਟ ਨਹੀਂ, ਪ੍ਰਬੰਧਕਾਂ ਦੇ ਉਲਟਾ, ਪ੍ਰਬੰਧਕਾਂ ਦੀ ਸੋਚ ਦੇ ਉਲਟਾ, ਚਾਹੇ ਉਹ ਮੰਦਿਰ ਆ, ਚਾਹੇ ਉਹ ਗੁਰੂ ਘਰ ਆ, ਚਾਹੇ ਉਹ ਗਿਰਜਾ, ਚਾਹੇ ਉਹ ਬਰਛੇ ਦਾ। ਤੇ ਉਹਨਾਂ ਨੇ ਹੋਰ ਸੱਦੇ 3-4 ਬੰਦੇ। ਬਾਪੂ ਨੂੰ ਦੋਨਾਂ ਨੇ ਬਾਹਾਂ ਤੋਂ ਫੜ ਕੇ ਦਿਉੜੀ ਤੋਂ ਬਾਹਰ ਕੱਢਤਾ ਤੇ ਤਗੀਦ ਕੀਤਾ। ਉੱਥੇ ਬਾਹਰ ਜਿਹੜਾ ਗੇਟ ਤੇ ਖੜਾ ਸੀ ਵੀਰ, ਦੋ ਖੜੇ ਹੁੰਦੇ ਬਰਛਿਆਂ ਵਾਲੇ, ਵੀ ਇਸ ਬੰਦੇ ਨੂੰ ਅੱਜ ਤੋਂ ਬਾਅਦ ਅੰਦਰ ਨਹੀਂ ਵੜਨ ਦੇਣਾ, ਜੇ ਇਹ ਅੰਦਰ ਵੜ ਗਿਆ ਤਾਂ ਤੁਹਾਡੀ ਨੌਕਰੀ ਗਈ। ਤਾਂ ਉਹਨਾਂ ਨੌਜਵਾਨਾਂ ਦੇ ਦਿਲ ਤੇ ਕੀ ਬੀਤੀ ਹੋਊ। ਨੌਜਵਾਨਾਂ ਨੇ ਬਾਪੂ ਨੂੰ ਚੱਕਿਆ, ਲੈ ਕੇ ਗਏ ਸਿਵਲ, ਉੱਥੇ ਹਸਪੀਟਲ ਦਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਂ ਤੇ ਬਣਿਆ ਹੋਇਆ। ਉੱਥੇ ਉਹਨਾਂ ਨੇ ਬਾਪੂ ਨੂੰ ਦਾਖਲ ਕਰਨ ਤੋਂ ਮਨਾ ਕਰਤਾ, ਕਹਿੰਦੇ ਪੁਲਿਸ ਕੇਸ ਆ। ਪਰ ਉੱਥੇ ਉਹਨਾਂ ਨੂੰ ਕਿਸੇ ਨੇ ਰਾਇ ਦਿੱਤੀ ਵੀ ਤੁਸੀਂ ਇਹਨੂੰ ਐਂਬੂਲੈਂਸ 108 'ਚ ਪਾ ਕੇ ਲੈ ਕੇ ਆਓ, ਫਿਰ ਦਾਖਲ ਕਰਨਗੇ। ਉਹ ਮੁੰਡਿਆਂ ਨੇ ਦੁਬਾਰਾ ਫਿਰ ਬਾਪੂ ਨੂੰ ਡਿਊਟੀ ਤੇ ਲਿਆਂਦਾ। ਉੱਥੇ ਆ ਕੇ 108 ਐਂਬੂਲੈਂਸ ਨੂੰ ਫੋਨ ਕੀਤਾ, ਐਂਬੂਲੈਂਸ ਆਈ। ਐਂਬੂਲੈਂਸ ਦਾ ਡਰਾਈਵਰ ਇਹ ਬਾਪੂ ਨੂੰ ਦੇਖ ਕੇ ਕਹਿੰਦਾ ਯਾਰ ਇਹਨੂੰ ਤਾਂ ਮੈਂ 4 ਵਾਰੀ ਹਸਪਤਾਲ ਦਾਖਲ ਕਰਾ ਚੁੱਕਿਆ। ਹਰ ਰੋਜ਼ ਰਾਤ ਨੂੰ ਮੈਨੂੰ ਲੋਕ ਫੋਨ ਕਰਦੇ ਆ, ਮੈਂ ਦਾਖਲ ਕਰਾ ਦਿੰਦਾ। ਤੇ ਜਦੋਂ ਸਵੇਰ ਨੂੰ ਫੇਰ ਇਹਨੂੰ ਕੱਢ ਦਿੰਦੇ, ਫੇਰ ਦੇਖਦਾ ਸੜਕ ਤੇ ਬੈਠਾ ਹੁੰਦਾ ਵੀ ਇਹਨੂੰ ਮੈਂ ਤਾਂ ਲੈ ਜਾਂਦਾ, ਉਹਨਾਂ ਨੇ ਫੇਰ ਕੱਢ ਦੇਣਾ। ਤਾਂ ਨੌਜਵਾਨਾਂ ਨੂੰ ਉਹ ਬਾਈ ਨੇ ਕਿਹਾ, ਡਰਾਈਵਰ ਨੇ, ਵੀ ਜੇ ਤੁਸੀਂ ਇਹਦੇ ਕੋਲੇ ਰਹੋਗੇ ਤਾਂ ਜੇ ਬਚਤ ਕਰਨੀ ਹੈ ਤਾਂ ਕੋਲੇ ਰਹੋ,
ਉਹ ਮੁੰਡਿਆਂ ਨੇ 1600 ਰੁਪਇਆ ਚਾਰਾਂ ਜਣਿਆਂ ਨੇ ਇਕੱਠਾ ਕੀਤਾ ਇੱਕ ਦੂਜੇ ਦੀ ਜੇਬ ਚੋਂ, ਤੇ 2 ਮੁੰਡੇ ਬਾਪੂ ਦੇ ਕੋਲੇ ਰਹੇ। ਤੇ ਬਾਪੂ ਹਸਪਤਾਲ ਦੇ ਵਿੱਚ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਤੇ ਬਣੇ ਹੋਏ ਉਸ ਹਸਪਤਾਲ ਦੇ ਵਿੱਚ ਮੇਰਾ ਫੋਨ ਨਹੀਂ ਚੱਕਾ, ਬਾਪੂ ਦੇ ਕੋਲੇ ਬੈਠੇ ਰਹੇ। ਨਿਸ਼ਾਨ ਸਿੰਘ ਦੀ ਫੋਟੋ ਆਈ ਕਿੱਥੇ ਵੱਡੀ ਹੋ, ਤੇ ਕੋਲੇ ਬੈਠੇ ਰਹੇ ਬਾਪੂ ਦਾ ਇਲਾਜ ਕਰਾਉਣ ਲਈ। 3 ਦਿਨ ਜੀ 3 ਦਿਨ ਬਾਪੂ ਉੱਥੇ ਕੱਢੇ, ਬਾਪੂ ਉੱਥੇ 3 ਦਿਨ ਬਾਪੂ ਦੇ ਕੋਲੇ ਬੈਠੇ ਰਹੇ। 3 ਦਿਨ ਬਾਪੂ ਬੈੱਡ ਤੇ ਪਿਆ ਰਿਹਾ, ਕੋਈ ਡਾਕਟਰ ਨਹੀਂ ਆਇਆ। ਕਹਿੰਦੇ ਜੀ ਸੀਨੀਅਰ ਡਾਕਟਰ ਆਉਣਗੇ ਤੇ ਉਹ ਆ ਕੇ ਦੇਖਣਗੇ, ਅਸੀਂ ਇਹਦਾ ਇਲਾਜ ਨਹੀਂ ਕਰ ਸਕਦੇ, ਸੀਨੀਅਰ ਡਾਕਟਰ ਦੀ ਵੇਟ ਕਰਦੇ ਆਂ ਅਸੀਂ ਕਹਿੰਦੇ। ਤੇ 3 ਦਿਨ ਬਾਪੂ ਉੱਥੇ ਪਿਆ ਰਿਹਾ ਇਸ ਹਾਲਾਤ ਦੇ ਵਿੱਚ ਬੈੱਡ ਤੇ। ਆਹ ਬਾਪੂ ਦੇ ਸਿਰ 'ਚ ਕੀੜੇ ਸੀ ਉਸ ਟਾਈਮ, ਤੇ ਉੱਥੇ ਬਾਪੂ 3 ਦਿਨ ਇਸ ਹਾਲਾਤ 'ਚ ਹਸਪਤਾਲ 'ਚ ਬੈਠਾ ਰਿਹਾ। ਅੱਜ ਦਾ ਚਿਹਰਾ ਤੇ ਉਦੋਂ ਦਾ ਚਿਹਰਾ 2016 ਦੀਆਂ ਅਕਤੂਬਰ ਦੇ 29 ਅਕਤੂਬਰ ਦੀ ਫੋਟੋ ਹੈ ਜੀ, 2016 ਦੀ 29 ਅਕਤੂਬਰ ਦੀ। ਤੇ ਉਸ ਤੋਂ ਬਾਅਦ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਕਿਰਪਾ ਕੀਤੀ, ਸਾਡੀ ਡਿਊਟੀ ਲਾਈ ਮਹਾਰਾਜ ਨੇ। ਉੱਥੋਂ ਬਾਪੂ ਜੀ ਸਾਡੇ ਕੋਲੇ ਆ ਗਏ। ਬਾਪੂ ਜੀ ਦੇ ਉਸ ਟਾਈਮ ਆਹ ਹਾਲਾਤ ਸੀ, ਪਹਿਲਾਂ ਫਿਰ ਆਹ ਹੋ ਗਏ, ਫਿਰ ਆਹ ਹੋ ਗਏ, ਹੁਣ ਅੱਜ ਆਹ ਹੋ ਗਏ। ਇਹ ਸਾਡੇ ਪ੍ਰਬੰਧਕਾਂ ਦੀ ਅੱਜ ਦੀ ਸੋਚ ਬਾਰੇ ਤੁਹਾਨੂੰ ਜਾਣੂ ਕਰਾ ਰਹੇ ਹਾਂ। ਸਾਡੀ ਸਰਪੰਚੀ ਦੀ ਇਲੈਕਸ਼ਨ ਦਾ ਇੱਕ ਪਾਸੇ ਅਸੀਂ ਤਾਂ ਸਿਰਫ ਇੱਕ ਸੁੱਤੀਆਂ ਹੋਈਆਂ ਜ਼ਮੀਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਸ਼ਾਇਦ ਸਾਡੇ ਰੌਲਾ ਪਾਉਣ ਨਾਲ ਸ਼ੇਰ ਆ ਗਿਆ, ਸ਼ੇਰ ਆ ਗਿਆ, ਸ਼ੇਰ ਆ ਗਿਆ, ਸ਼ਾਇਦ ਕੋਈ ਸੁਚੇਤ ਹੋ ਜਾਵੇ। ਪਰ ਸਾਨੂੰ ਪਤਾ ਵੀ ਸਾਡੇ ਨਾਲ ਉਹੀ ਹੋਣੀ ਹੈ ਕਿ ਅਸੀਂ ਰੌਲਾ ਪਾਈ ਜਾਂਦੇ। ਜਿੱਦਣ ਸ਼ੇਰ ਆਇਆ ਉਦੋਂ ਨਾ ਸਾਤੋਂ ਰੌਲਾ ਪੈਣਾ ਤੇ ਨਾ ਹੀ ਕਿਸੇ ਨੇ ਇਕੱਠੇ ਹੋ ਕੇ ਸਾਨੂੰ ਛਡਾਉਣ ਆਉਣਾ। ਬਸ ਫਰਕ ਸਿਰਫ ਇਹ ਆ ਵੀ ਸਾਡੀ ਆਦਤ ਬਣੀ ਹੋਈ ਆ, ਅਸੀਂ ਚੌਕੀਦਾਰੇ ਤੇ ਲੱਗੇ ਹੋਏ ਆ, ਅਸੀਂ ਚੌਕੀਦਾਰਾ ਕਰ ਰਹੇ ਆ। ਪਰ ਤੁਹਾਨੂੰ ਬੇਨਤੀ ਆ, ਤੁਸੀਂ ਆਪਦੇ ਆਲੇ ਦੁਆਲੇ ਦੇ ਚੌਕੀਦਾਰ ਬਣੋ, ਆਪਦੇ ਪਿੰਡਾਂ ਦੇ, ਆਪਦੇ ਗਲੀਆਂ ਮੁਹੱਲਿਆਂ ਦੇ, ਆਪਣੇ ਆਸ-ਪਾਸ ਦੇ ਕਸਬਿਆਂ ਦੇ ਚੌਕੀਦਾਰ ਬਣੋ। ਅਸੀਂ NRI ਵੀਰਾਂ ਦੇ ਸਿਰ ਤੇ ਪਰਿਵਾਰ ਚਲਾ ਰਹੇ ਆ। NRI ਵੀਰ ਜਿਹੜਾ ਸਹਿਯੋਗ ਦਿੰਦੇ ਆ ਪੂਰੇ ਪੰਜਾਬ, ਜਿੰਨੀਆਂ ਵੀ ਸੋਸ਼ਲ ਵਰਕਰ ਕੰਮ ਕਰਦੇ ਨੇ ਸਾਡੇ ਪੰਜਾਬ 'ਚ, ਜਿੰਨੇ ਵੀ, ਸਾਰਿਆਂ ਦਾ ਨਾਂ ਨਹੀਂ ਮੈਂ ਲਵਾਂਗਾ, ਹਰ ਇੱਕ ਬੰਦੇ ਦੀ ਸੇਵਾ ਜੇ ਕਰ ਰਿਹਾ ਤਾਂ NRI ਭੈਣ ਭਰਾ ਕਰ ਰਹੇ ਆ। ਪਰ ਉਹਨਾਂ ਨੂੰ ਅਸੀਂ ਇੱਕ ਬੇਨਤੀ ਕਰਦੇ ਆ ਕਿ ਜੇ ਤੁਸੀਂ ਆਪੋ ਆਪਣੇ ਪਿੰਡ ਸਾਂਭ ਲਓ, ਆ ਸਾਡੀਆਂ ਸੰਸਥਾਵਾਂ ਬੰਦ ਹੋ ਜਾਣ, ਆ ਸਾਡੇ ਮਨੁੱਖਤਾ ਦੀ ਸੇਵਾ, ਪਰਿਵਾਰ ਦੇ ਸੁਪਨਿਆਂ ਦੇ ਘਰ ਬਣਾਉਣ ਦੀ ਲੋੜ ਹੀ ਨਾ ਪਵੇ ਜੇ ਤੁਸੀਂ ਸਾਰੇ ਆਪੋ ਆਪਣੇ ਪਿੰਡ ਸਾਂਭ ਲਓ। ਲੱਖਾਂ NRI, ਕਰੋੜਾਂ ਦੀ ਗਿਣਤੀ 'ਚ ਹੋਣਗੇ NRI ਜਿਹੜੇ ਬਾਹਰ ਬੈਠੇ। ਅੱਜ ਪੰਜਾਬ ਦੇ ਹਰ ਇੱਕ ਪਿੰਡ ਦਾ, ਮੈਨੂੰ ਨਹੀਂ ਲੱਗਦਾ ਵੀ ਕੋਈ ਇੱਕ ਵੀ ਪਿੰਡ ਹੋਊਗਾ ਜਿੱਥੋਂ ਦਾ ਕੋਈ NRI ਬਾਹਰ ਨਹੀਂ ਗਿਆ ਹੋਵੇ ਭੈਣ। ਹਰ ਇੱਕ ਪਿੰਡ ਦੇ 10-10, 15-15 ਪਰਿਵਾਰ ਬਾਹਰ ਕੈਨੇਡਾ, ਅਮਰੀਕਾ 'ਚ ਬੈਠੇ ਆ, ਯੂਰਪ ਕੰਟਰੀਆਂ 'ਚ ਬੈਠੇ ਆ, ਅਰਬ ਕੰਟਰੀਆਂ 'ਚ ਬੈਠੇ ਆ। ਤੇ ਜੇ ਉਹ ਸਾਰੇ ਵੀਰ ਆਪਦੇ ਪਿੰਡਾਂ 'ਚ ਆਪੋ ਆਪਣੀਆਂ ਜ਼ਿੰਮੇਵਾਰੀਆਂ ਸਮਝਣ ਲੱਗ ਜਾਣ, ਆਪਦੇ ਪਿੰਡ 'ਚ ਕੋਈ ਸੰਗਲ ਨਾ ਬੰਨਿਆ ਨੂੰ ਗਹਿਣ ਦੇਣਾ, ਪਤਾ ਕਰੋ ਕਿਹਨਾਂ ਨੇ ਆਪਦਾ ਪੁੱਤ ਬੰਨਿਆ, ਕਿਹਨਾਂ ਨੇ ਆਪਣੀ ਧੀ ਬੰਨੀ, ਉਹਦਾ ਇਲਾਜ ਸ਼ੁਰੂ ਕਰਾਓ। ਫ੍ਰੀ ਦਵਾਈਆਂ ਅਸੀਂ ਦਵਾਵਾਂਗੇ, ਇਲਾਜ ਕੈਂਪ ਲਾਉਣੇ, ਦਵਾਈਆਂ ਦਵਾਵਾਂਗੇ, ਤੁਹਾਡੇ ਨਾਲ ਖੜੇ। ਤੁਹਾਡੇ ਪਿੰਡ 'ਚ ਕੋਈ ਗੁਲਾਮ ਬਣਾ ਕੇ ਰੱਖਿਆ, ਤੁਸੀਂ ਸਾਡੇ ਨਾਲ ਖੜੋ, ਅਸੀਂ ਛਡਾਵਾਂਗੇ, ਸਾਂਭਾਂਗੇ। ਪਰ ਸਾਨੂੰ ਲੋਕ ਫੋਨ ਕਰਦੇ ਨੇ, ਵੀਡੀਓ ਭੇਜਦੇ ਨੇ, ਪਰ ਕਹਿੰਦੇ ਨਾਲ ਨਹੀਂ ਖੜ ਸਕਦੇ। ਸਾਡਾ ਨਾਂ ਨਾ ਆਵੇ, ਸਾਡਾ ਪਤਾ ਨਾ ਲੱਗ ਜੇ, ਸਾਡੀ ਦੁਸ਼ਮਣੀ ਪੈ ਜਾਊ। ਸਾਡਾ ਸ਼ਰੀਕਾ, ਸਾਡਾ ਕਬੀਲਾ, ਮੇਰਾ ਚਾਚਾ, ਮੇਰਾ ਤਾਇਆ, ਉੱਥੇ ਖੜੇ, ਉੱਥੇ ਬੜਾ ਖੜਾ ਲੱਗ ਜਾਂਦਾ। ਤੇ ਇਹ ਕਈ ਵੀ ਸਾਡੇ ਨਾਲ ਗੁੱਸੇ ਹੋ ਜਾਂਦੇ, ਅਸੀਂ ਵੀਡੀਓ ਭੇਜੀ, ਸਾਡੀ ਮਦਦ ਨਹੀਂ ਕੀਤੀ। ਵੀਰੇ ਜਦੋਂ ਤੁਸੀਂ ਨਾਲ ਖੜਨ ਨੂੰ ਤਿਆਰ ਨਹੀਂ, ਅਸੀਂ ਇਕੱਲੇ ਬਠਿੰਡੇ ਜਾ ਕੇ, ਅਸੀਂ ਅੰਮ੍ਰਿਤਸਰ, ਪਟਿਆਲੇ, ਫਿਰੋਜ਼ਪੁਰ ਜਾ ਕੇ, ਕਿਸੇ ਦੇ ਘਰੇ ਜਾ ਕੇ, ਕਿਸੇ ਦੇ ਘਰ ਦਾ ਵਿੱਚੋਂ ਬੰਦਾ ਚੱਕ ਕੇ ਲੈ ਕੇ ਆਉਣਾ ਛੋਟੀ ਜਿਹੀ ਗੱਲ। ਜਦੋਂ ਸੱਚੇ ਪਾਤਸ਼ਾਹ ਜਿੱਥੇ ਨਾਲ ਜਾਂਦੇ ਨੇ ਸਾਡੇ, ਉਹ ਸਾਨੂੰ ਨਾਲ ਲੈ ਕੇ ਜਾਂਦੇ ਨੇ ਗੁਰੂ ਸਾਹਿਬ, ਅਸੀਂ ਚਲੇ ਜਾਈਦਾ, ਨਾਲ ਲੈ ਆਈਦਾ। ਬਾਪੂ ਗੋਪਾਲ, ਬਾਪੂ ਰਮੇਸ਼ ਚੰਦ ਸ਼ਰਮਾ ਖੁਦ ਵੀ ਨਹੀਂ ਸੀ ਆਉਣਾ ਚਾਹੁੰਦਾ, ਕਹਿੰਦਾ ਸੀ ਮੈਂ ਨਹੀਂ ਜਾਣਾ, ਮੇਰਾ ਮੱਝਾਂ ਧਾਰਾਂ ਦਾ ਟਾਈਮ ਹੋਇਆ। ਪਰ ਵਾਹਿਗੁਰੂ ਨੇ ਇੱਥੇ ਰੋਟੀ ਲਿਖੀ ਸੀ, ਇੱਥੇ ਸਰਪੰਚੀ ਵਾਲੀਆਂ ਗੱਲਾਂ ਕਰਨੀਆਂ ਲਿਖੀਆਂ ਸੀ, ਤਾਂ ਬਾਪੂ ਆ ਗਿਆ। ਏਦਾਂ ਜਿੰਨੇ ਵੀ ਬੰਦੇ ਤੁਸੀਂ ਆਲੇ ਦੁਆਲੇ ਸਾਡੇ ਖੜੇ ਦੇਖਦੇ ਹੋ, ਸਾਰਿਆਂ ਦੀਆਂ ਕਿਸਮਤਾਂ ਇੱਥੇ ਜੁੜੀਆਂ ਹੋਈਆਂ। ਕੋਈ ਕੀੜਿਆਂ ਤੋਂ ਖਾਧਾ ਜਾ ਰਿਹਾ, ਕੋਈ ਮੈਂਟਲੀ ਅਪਸੈਟ ਸੀ, ਕੋਈ ਫਿਜ਼ੀਕਲੀ ਡਿਸੇਬਲਡ ਸੀ, ਕੋਈ ਸੰਗਲਾਂ ਨਾਲ ਬੰਨਿਆ ਸੀ, ਕੋਈ ਗੁਲਾਮ ਸੀ। ਇਹਦੇ ਵਿੱਚ ਹੀ ਇੱਕ ਹੋਰ ਸਾਡੇ ਬੇਅੰਤ ਸਿੰਘ ਢਿੱਲੋਂ ਬਾਪੂ ਜੀ ਦੀਆਂ ਜਦੋਂ ਅੱਖਾਂ ਭਰੇ ਆਉਂਦੀਆਂ ਦੱਸਣ ਮੌਕੇ, ਬਾਪੂ ਜੀ ਆਪਦੇ ਪੁੱਤਾਂ ਬਾਰੇ ਦੱਸਦਾ ਵੀ ਬਾਪੂ ਕਿਹੜੇ ਹਾਲਾਤਾਂ ਸੀ। ਬਾਪੂ ਦੇ 2 ਪੁੱਤ ਸੀ, ਇੱਕ ਬਾਪੂ ਦਾ ਪੁੱਤ ਸਪਰੇਅ ਵਾਲੀ ਦਵਾਈ ਪੀ ਕੇ ਚੜਾਈ ਕਰ ਗਿਆ ਸੀ, ਦੂਜਾ ਇੱਕ ਪੁੱਤ ਸੀ ਬਾਪੂ ਨੇ ਉਹਨੂੰ ਟਰੱਕ ਲੈ ਕੇ ਦਿੱਤੇ ਹੋਏ, 8 ਕਿੱਲੇ ਜ਼ਮੀਨ, ਬਾਪੂ ਦਾ ਇਕੱਲਾ ਪੁੱਤ। 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 8 ਕਿੱਲੇ ਜ਼ਮੀਨ, ਬਾਪ
ਤੇ ਬਾਪੂ ਗੁਰੂ ਘਰ 'ਚ ਬਾਪੂ ਨੇ 40 ਸਾਲ ਸੇਵਾ ਕੀਤੀ। ਗੁਰਦੁਆਰਾ ਸਾਹਿਬ ਦੇ ਵਿੱਚ ਕਾਰ ਸੇਵਾ ਵਾਲਿਆਂ ਦੇ ਨਾਲ ਪਿੰਡਾਂ ਦੇ ਵਿੱਚੋਂ ਬਾਪੂ ਡਾਲੀ ਇਕੱਠੀ ਕਰਕੇ ਲੈ ਕੇ ਆਉਂਦੇ ਸੀ ਪ੍ਰਸ਼ਾਦਾ ਪਿੰਡਾਂ 'ਚੋਂ ਗਜਾ ਕਰਕੇ। ਕਿੰਨੇ ਪਿੰਡਾਂ 'ਚ ਜਾਂਦੇ ਸੀ ਬਾਪੂ? 20 ਪਿੰਡਾਂ 'ਚ 20 ਪਿੰਡਾਂ 'ਚ ਬਾਪੂ ਪ੍ਰਸ਼ਾਦਾ ਸਾਈਕਲ ਤੇ ਇਕੱਠਾ ਕਰਕੇ ਲੈ ਕੇ ਆਉਂਦਾ ਸੀ। 35-40 ਸਾਲ ਬਾਪੂ ਨੇ ਪ੍ਰਸ਼ਾਦਾ ਇਕੱਠਾ ਕੀਤਾ। ਇੱਕ ਦਿਨ ਬਾਪੂ ਨੂੰ ਧਰੰਗ ਦਾ ਅਟੈਕ ਆ ਗਿਆ। ਜਦੋਂ ਧਰੰਗ ਦਾ ਅਟੈਕ ਆ ਗਿਆ ਲੈਟਰਿਨ ਬਾਥਰੂਮ ਵਿੱਚੇ ਹੀ ਕਰਨ ਲੱਗ ਗਿਆ ਬਾਪੂ। ਤੇ ਗੁਰੂ ਘਰ ਦੇ ਪ੍ਰਬੰਧਕਾਂ ਨੇ ਦੇਖਿਆ ਵੀ ਇਹ ਤਾਂ ਔਖਾ, ਕਿਤੇ ਲੰਗਰ ਹਾਲ 'ਚ ਬੈਠਾ ਵਿੱਚੇ ਲੈਟਰਿਨ ਕਰ ਦਿੰਦਾ, ਨਾ ਚੱਲ ਆਉਂਦਾ ਨੂੰ ਸਾਂਭੂ ਕੌਣ। ਬਾਪੂ ਨੇ ਘਰੇ ਫੋਨ ਕਰਤਾ, ਇਹਦੇ ਮੁੰਡਿਆਂ ਨੂੰ ਕਹਿੰਦੇ ਲੈ ਜਾਓ। ਉਹ ਕਹਿੰਦੇ ਅਸੀਂ ਤਾਂ ਲੈ ਜਾਂਦੇ, 40 ਸਾਲ ਦਾ ਤੁਹਾਡੇ ਕੋਲੇ, ਅਸੀਂ ਤਾਂ ਨਹੀਂ ਸਾਂਭ ਸਕਦੇ। ਬਾਪੂ ਦਾ ਮੁੰਡਾ ਕਹਿੰਦਾ ਤੇ ਬਾਪੂ ਦੇ ਮੁੰਡੇ ਨੂੰ ਜਦੋਂ ਕਿਸੇ ਨੇ ਕੰਨ 'ਚ ਫੂਕ ਮਾਰੀ ਵੀ ਬਾਪੂ ਦੇ 8 ਕਿੱਲੇ ਆ ਨਾਂ ਦੇ, ਵੀ ਨਹੀਂ ਲਿਆਂਦੇ ਗੁਰਦੁਆਰੇ ਦੇ ਨਾਂ ਲਵਾ ਦਿੰਦਾ, ਬਾਪੂ ਨੂੰ ਆਪੇ ਸਾਂਭ ਲੈਣਗੇ ਗੁਰੂ ਘਰ ਵਾਲੇ। ਤੇ ਮੁੰਡੇ ਨੇ ਸੋਚਿਆ ਵਾਕਈ 8 ਜਾਣਗੇ ਬਾਪੂ ਨੂੰ ਜਾ ਕੇ। ਬਾਪੂ ਕਾਹਦੇ 'ਚ ਲੈ ਕੇ ਗਏ? ਚੱਕ ਗੱਡੀ 'ਚ। ਮੁੰਡਾ ਥੋੜਾ ਜਦੋਂ ਲੈ ਕੇ ਗਿਆ ਸੀ ਕਾਹਤੇ ਲੈ ਕੇ ਗਏ ਤੁਹਾਨੂੰ? ਸਕੂਟਰ ਤੇ ਆ ਕੇ ਲੈ ਗਿਆ ਤੇ ਲਿਆ ਕੇ ਬਾਪੂ ਨੂੰ ਕਮਰੇ 'ਚ ਪਾਤਾ ਜੀ। ਕਮਰੇ 'ਚ 1 ਸਾਲ ਦੀ ਲੈਟਰਿਨ ਬਾਪੂ ਦੀ ਕਮਰੇ ਦੇ ਵਿੱਚ ਹੀ ਪਈ ਸੀ, ਮੰਜੇ ਦੇ ਉੱਪਰ ਤੇ ਮੰਜੇ ਦੇ ਥੱਲੇ। ਧਰੰਗ ਦਾ ਅਟੈਕ ਹੋਇਆ ਗਾਤਰਾ ਪਾਇਆ ਸ਼੍ਰੀ ਸਾਹਿਬ ਅਮਰਧਾਰੀ ਸਿੰਘ ਗੁਰੂ ਦਾ 40 ਸਾਲ ਗੁਰੂ ਘਰ ਦੀ ਸੇਵਾ ਕਰਨ ਵਾਲਾ ਬੰਦਾ ਕਮਰੇ 'ਚ 1 ਸਾਲ ਪਿਆ ਰਿਹਾ, ਹੱਡੀਆਂ ਦਾ ਪਿੰਜਰ ਬਣ ਗਿਆ, ਸੁੱਕ ਕੇ ਸਿਰਫ ਇੱਕ ਰੋਟੀ ਦਿੱਤੀ ਜਾਂਦੀ ਸੀ। ਸ਼੍ਰੀ ਸਾਹਿਬ ਬਾਪੂ ਨੇ ਲਾ ਕੇ ਕਿੱਲੀ ਤੇ ਟੰਗਦਾ, ਲੈਟਰਿਨ ਨਾਲ ਨਿਬੜ ਗਿਆ। ਦਾੜੀ, ਕੇਸ, ਹੱਥ ਪੈਰ ਟਾਇਲਟ ਨਾਲ ਨਿਬੜੇ ਹੋਏ। ਇੱਕ ਬੋਤਲ ਪਾਣੀ ਦੀ ਭਰ ਕੇ ਕੋਲੇ ਰੱਖਦੀ, ਬਾਹਰਲੇ ਪਾਸੇ ਟੈਲੀਵਿਜ਼ਨ ਲਾਤਾ, ਫੁੱਲ ਆਵਾਜ਼ ਕਰਕੇ ਕੀਰਤਨ ਚਲਾਤਾ ਵੀ ਬਾਹਰ ਚੀਕਾਂ ਨਾ ਸੁਣਨ, ਲੋਕੀ ਸਮਝਣ ਬਾਪੂ ਕੀਰਤਨ ਸੁਣਦਾ, ਬਾਪੂ ਕਥਾ ਸੁਣਦਾ। ਅੰਦਰ ਪਿਆ ਬਾਪੂ, ਹੱਡੀਆਂ ਦਾ ਪਿੰਜਰ ਬਣਿਆ, ਆਪਣਾ ਮਲ ਮੂਤਰ ਖਾ ਰਿਹਾ। ਤਾਂ ਬਾਪੂ ਦਾ ਦੋਸਤ ਇੱਕ ਦਿਨ ਬਾਪੂ ਦਾ ਪਤਾ ਲੈਣ ਚਲਿਆ ਗਿਆ ਉੱਥੇ, ਤੇ ਉਹ ਬਾਈ ਨੇ ਸਾਡੇ ਨਾਲ ਜੁੜਿਆ ਸੀ। ਕਦੇ ਉਹ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਡੇ ਤੇ ਪਤਾ ਨਹੀਂ ਕਿਹੜੇ ਕਰਮਾਂ ਦਾ ਸਾਡਾ ਕੋਈ ਚੰਗਾ ਕੀਤਾ, ਜਿਹੜੀ ਏਦਾਂ ਦੇ ਰੱਬ ਰੂਪੀ ਬਜ਼ੁਰਗਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਉਹ ਬਾਪੂ ਨੇ ਸਾਨੂੰ ਫੋਨ ਕਰਕੇ ਦੱਸਿਆ ਵੀ ਯਾਰ ਮੇਰਾ ਯਾਰ ਆ, ਸਾਡੇ ਨਾਲ ਸੇਵਾ ਕਰਦਾ ਸੀ, ਆਹ ਹਾਲਾਤ 'ਚ ਪਹੁੰਚ ਗਿਆ। ਅਸੀਂ ਕਿਹਾ ਵੀਡੀਓ ਭੇਜ। ਉਹਨਾਂ ਨੇ ਵੀਡੀਓ ਭੇਜੀ। ਯਕੀਨ ਮੰਨਿਓ ਜੀ, ਇੱਥੋਂ ਜੈਤੋਂ ਦੂਰ ਆ 700-125 ਕਿਲੋਮੀਟਰ ਦੀ। ਅਸੀਂ ਸ਼ੁਰੂਆਤ ਦੌਰ 'ਚ 2017 ਦੀ ਗੱਲ ਆ, ਅਸੀਂ 4 ਜਾਣੇ ਸਿਰਫ ਗੱਡੀ 'ਚ ਗਏ, ਸਿੱਧਾ ਇਹਨਾਂ ਦੇ ਘਰੇ ਜਾ ਵੜੇ। ਪੋਤੀ ਬਾਹਰ ਬੈਠੀ, ਟੀਵੀ ਛੱਡਿਆ ਫੁੱਲ ਆਵਾਜ਼ ਦੇ ਉੱਤੇ। ਅਸੀਂ ਕਿਹਾ ਪੁੱਤ ਬਾਪੂ ਕਿੱਥੇ ਤੇਰਾ? ਉਹਨੇ ਹੱਥ ਮਾਰਤਾ, ਨਿੱਕੀ ਨੇ ਕਹਿੰਦੀ ਅੰਦਰ ਪਿਆ। ਅੰਦਰ ਉਸੇ ਹਾਲਾਤ 'ਚ ਜਦੋਂ ਜਾ ਕੇ ਅਸੀਂ ਹੁਣ ਜਾਂਦੇ ਸਾਰੇ ਲਾਈਵ ਕਰਤਾ, ਵੀਡੀਓ ਬਣਾਤੀ। ਤੇਰਾ ਮੁੰਡਾ ਆਇਆ, ਦੇਖੋ ਲਾਈਵ ਖੋਲ ਕੇ ਬਾਪੂ ਗਿਆਨ ਸਿੰਘ ਢਲੋਈ ਦੀ, ਅਸੀਂ ਦੁਬਾਰਾ ਸ਼ੇਅਰ ਕਰ ਦਾਂਗੇ। आके हम तो तुमको करे, मैं जहर पी लूंगा, मैं दवाई पी लूंगा, मैं स्प्रे वाली दवाई पी लूँ, मेरे ऐ नहीं ले जा सकते। ਅਸੀਂ ਬਾਪੂ ਨੂੰ ਗੋਦੀ ਚੱਕਿਆ ਹੋਇਆ ਗੱਡੀ 'ਚ ਪਾਉਣ ਨੂੰ, ਤੇ ਉਹ ਲੱਤਾਂ ਤੋਂ ਫੜ ਕੇ ਖਿੱਚੇ, ਸਰ ਤੋਂ ਫੜੋ ਨਾ, ਤੇ ਅਸੀਂ ਗੱਡੀ 'ਚ ਖਿੱਚੀਏ ਤੇ ਉਹ ਬਾਹਰ ਖਿੱਚੇ, ਤੇ ਬਾਪੂ ਦੇ ਲੱਤਾਂ ਲੈਟਰਿਨ ਨਾਲ ਲੱਤ ਪੱਥ ਹੋਈਆਂ। ਧੱਕੇ ਨਾਲ ਗੱਡੀ 'ਚ ਪਾਇਆ। ਮੈਂ ਕਿਹਾ ਵੀ ਸਪਰੇ ਵਾਲੀ ਦਵਾਈ ਜੇ ਤੂੰ ਘੰਟੇ ਨੂੰ ਪੀਣਾ ਹੁਣੇ ਪੀ ਲਾ ਯਾਰ, ਤੂੰ ਤਾਂ ਮਰਿਆ ਹੋਇਆ ਹੀ ਆ ਪਹਿਲਾਂ, ਜਿਹਨੇ ਆਪਣੇ ਪਿਓ ਦੇ ਹਾਲਾਤ ਕਰਤੇ। ਉੱਥੋਂ ਅਸੀਂ ਗੁਰੂ ਘਰ ਲੈ ਆਏ ਬਾਪੂ ਨੂੰ, ਜਿਹੜੇ ਗੁਰੂ ਘਰ 'ਚ ਬਾਪੂ ਨੇ 40 ਸਾਲ ਸੇਵਾ ਕੀਤੀ, ਉਸੇ ਗੁਰੂ ਘਰ 'ਚ ਲੈ ਆਏ। ਉਹ ਗੁਰੂ ਘਰ ਦੇ ਜਿਹੜੇ ਪ੍ਰਬੰਧਕ, ਉਹ ਗੁਰੂ ਘਰ ਦੇ ਜਿਹੜੇ ਸੇਵਾਦਾਰ, ਜਿਹੜੇ ਬਾਪੂ ਦੇ ਨਾਲ 40 ਸਾਲ ਰਹੇ, ਉਹ ਵੀ ਮੂੰਹ ਤੇ ਕੱਪੜਾ ਰੱਖ ਕੇ ਉਹਨਾਂ ਨੂੰ ਵੀ ਮੁਸ਼ਕ ਮਾਰੇ, ਤੇ ਉਹ ਵੀ ਮੂੰਹ ਤੇ ਕੱਪੜਾ ਰੱਖ ਗੱਲਾਂ ਕਰਨ ਵੀ ਆਹ ਕੀ ਹੋਇਆ ਪਿਆ। ਔਰ ਕਿਸੇ ਨੇ ਨਹੀਂ ਕਿਹਾ ਵੀ ਜ਼ਿੰਮੇਵਾਰੀ ਅਸੀਂ ਲਵਾਂਗੇ ਬਾਪੂ ਦੀ। ਔਰ ਉਸ ਕਾਲ ਪੁਰਖ ਵਾਹਿਗੁਰੂ ਨੇ ਸਰਦਾਰ ਬਿਆਨ ਸਿੰਘ ਢਿੱਲੋਂ ਦੀ ਜ਼ਿੰਮੇਵਾਰੀ ਸਾਡੀ ਕਾਲ ਜੁਗਿਆ ਦੀ ਲਾਈ। ਉਸ ਤੋਂ ਬਾਅਦ ਬਾਪੂ ਦਾ ਪੁੱਤ ਆਇਆ ਦੂਸਰੇ ਦਿਨ ਹੀ ਮਗਰ ਦੇਖਣ, ਬੈਂਕ ਦੀ ਕਾਪੀ ਪੁੱਛਣ, ਤੇ ਆਇਆ ਦੇਖਿਆ ਉਹਨੇ, ਅਸੀਂ ਉਹਨੂੰ ਲਿਖ ਕੇ ਦਿੱਤਾ ਕਿ ਅਸੀਂ ਬਾਈ ਕੋਈ ਜ਼ਮੀਨ ਨਹੀਂ ਕਲੇਮ ਕਰਦੇ, ਅਸੀਂ ਕਿਸੇ ਦੀ ਪ੍ਰਾਪਰਟੀ ਕਲੇਮ ਨਹੀਂ ਕਰਦੇ, ਅਸੀਂ ਕਿਸੇ ਦੀ ਪ੍ਰਾਪਰਟੀ ਨਹੀਂ ਲੈਂਦੇ, ਇਹ ਸਿਰਫ ਸੇਵਾ ਲੈਣੀ ਹੈ। ਕਹਿੰਦਾ ਵਾਹ, ਕਹਿੰਦਾ ਬਹੁਤ ਵਧੀਆ, ਸ਼ਾਬਾਸ਼ ਦੇ ਕੇ ਮੁੜ ਕੇ ਅੱਜ ਤੱਕ ਨਹੀਂ ਆਇਆ। ਉਸ ਤੋਂ ਬਾਅਦ ਬਾਪੂ ਦਾ ਪੋਤਾ ਆਇਆ 2 ਸਾਲਾਂ ਬਾਅਦ, ਉਹ ਕਹਿੰਦਾ ਬਾਪੂ ਮੇਰੀ ਜ਼ਮੀਨ ਮੇਰੇ ਨਾਲ ਲਵਾ ਦੇ, ਮੈਂ ਲੋਨ ਲੈਣਾ। ਬਾਪੂ ਕਹਿੰਦਾ ਆ ਬਾਪੂ ਜੀ ਹੁਣ ਤੁਸੀਂ ਗੱਲਾਂ ਸੁਣੋ, ਬਾਪੂ ਦੀਆਂ ਗੱਲਾਂ ਦੱਸਦੇ ਦੀ ਅੱਖਾਂ ਭਰ ਆਉਂਦੀਆਂ ਜਦੋਂ ਸਾਡਾ ਦਿਲ ਦੁਖਦਾ, ਜਦੋਂ ਬਾਪੂ ਆਪਣੀ ਦਾਸਤਾਨ ਸੁਣਾਉਂਦਾ। ਬਾਪੂ ਦੱਸਿਓ ਕਿੰਨਾ ਕਿਹੜੇ ਇਲਾਕੇ ਸੀ? ਪੀਟੀ ਦਾ ਕਰਾਈ ਸੀ। ਹਾਂਜੀ, ਭਾਈ ਨਾ ਕਰਾਵੇ ਤੇ ਮੈਂ ਲੈ ਜਾਂਦਾ, ਉਹ ਮੈਂ ਨਹੀਂ ਜਾਣਾ ਇੱਥੋਂ, ਮੈਂ ਬਾਈ ਨੂੰ ਆਖੂਗਾ ਫਿਰ ਮੈਂ ਜਾਊਂਗਾ। ਬਾਈ ਦਾ ਬਹੁਤ ਧੰਨਵਾਦ, ਜਿਹੜੇ ਸੇਵਾ ਕਰਦਾ ਮਹਾਰਾਜ ਕੰਮ ਕਰੇ। ਅਸੀਂ ਕੋਈ ਧੰਨਵਾਦ ਨਹੀਂ, ਅਸੀਂ ਕੋਈ ਸੇਵਾ ਨਹੀਂ ਕਰਦੇ, ਸੇਵਾ ਕਰਦੇ ਉਹ ਕਾਲ ਪੁਰਖ ਵਾਹਿਗੁਰੂ। ਕਿੰਨੇ ਮੁੰਡੇ ਸੇਵਾ ਕਰਦੇ ਤੁਸੀਂ? 100 ਬੰਦਾ ਲੱਗਿਆ ਹੋਇਆ ਨਾ, ਹਾਂਜੀ ਕਰਦਾ। ਇਹਨਾਂ 'ਚ ਰੱਬ ਆ,
ਥੋੜੇ ਜਿਹੀ ਵੀ ਰੱਬ ਹੈਗਾ ਸਾਰਿਆਂ 'ਚ ਤੇਰੇ 'ਚ ਵੀ ਬਾਪੂ ਮੇਰੇ ਬਾਪੂ 'ਚ ਵੀ ਰੱਬ ਆ ਬਾਪੂ ਮੈਂ ਹੁਣ ਬਹੁਤ ਧੰਨਵਾਦ ਕਰਦਾ ਉਹਨਾਂ ਨੂੰ ਕੰਮ ਕੱਢ ਕੇ ਲਿਆ ਇਹ ਉੱਥੇ ਬਾਬਾ ਨਾ ਮੈਂ ਬਣਾਉਂਦਾ ਬਾਪੂ ਉੱਥੇ ਹਾਲਾਤ ਕੀ ਸੀ ਤੁਹਾਡੇ ਕਮਰੇ 'ਚ ਹਾਂ ਦੇ ਬਹਾਨਾ ਜਦੋਂ ਮੈਂ ਪਿਆ ਸੀਗਾ ਜੀ ਔਰ ਪਹਿਲਾਂ ਮੈਂ ਚੱਲਦਾ ਆਪਣੇ ਵਧੀਆ ਘਰੇ ਵੀ ਆ ਜਾਂਦਾ ਸੀਗਾ ਜੀ ਤੇ ਮੁੜ ਕੇ ਨਾ ਜਦੋਂ ਇਹਦਾ ਉਹ ਆਪਣਾ ਸੀ ਆਇਆ ਸੀਗਾ ਨਵਾਂ ਉਹ ਅੱਛੇ ਹਾਂ ਦੱਸਿਆ ਸੀ ਹਾਂਜੀ ਤੇ ਉਹਨੇ ਨਾ ਮੁੰਡੇ ਦੇ ਉਹਨੇ ਟੀਨ ਕੱਢ ਲਾ ਦਿੱਤੀ ਓਕੇ ਉਹਨੇ ਨਾ ਮੈਨੂੰ ਕੰਮ ਖਰਾਬ ਹੋ ਗਿਆ ਸਰੀਰ ਲੱਤਾਂ ਖੜ ਗਈਆਂ ਜਮੇ ਹਾਂਜੀ ਹਾਂਜੀ ਮੁੜ ਕੇ ਉਹ ਖੜ ਗਈਆਂ ਤੇ ਮੁੜ ਕੇ ਮੈਨੂੰ ਮੇਰਾ ਮੁੰਡਾ ਰੋਟੀ ਆਪਣਾ ਉਹ ਹਸਪਤਾਲ ਵੀ ਲੈ ਗਏ ਜੀ ਗੋਲੀਆਂ ਵੀ ਦਵਾ ਕਰੇ ਜੀ ਤੇ ਜਾ ਕੇ ਗੋਲੀਆਂ ਮੈਂ ਵੀ ਔਖਾ ਬਾਹਰ ਹੁਣ ਕਰਦਾ ਮੈਨੂੰ ਯਾਰ ਜੀ ਮੈਂ ਕਿਹਾ ਔਖਾ ਹੁਣ ਹੈਗੀ ਆ ਤੇ ਜੋ ਸੇਵਾ ਕਰਨਾ ਤੇ ਆਪਾਂ ਨੂੰ ਕੋਈ ਨਹੀਂ ਹੈ ਤੇ ਉਹਨੇ ਕਹਾ ਤਾਂ ਨਹੀਂ ਸੀ ਬਸ ਉਹ ਮੈਂ ਜੋ ਮਾਖਿਆ ਨੂੰ ਨਹਾ ਦੇ ਛੱਡ ਦੋ ਬਿਨਾਂ ਮੈਨੂੰ ਹਾਂਜੀ ਕੋਟਾ ਮਾਰ ਲੱਗ ਗਿਆ ਅੱਛਾ ਜੀ ਮੇਰੇ ਮੂੰਹ ਤੇ ਪੇੜ ਮਾਰ ਗਿਆ ਅੱਛਾ ਜੀ ਤੇ ਮੈਂ ਹੋਣਾ ਸੀ ਤੇ ਮੈਂ ਹੋਣਾ ਸੀ ਆ ਲੱਕੜੀ ਤੇ ਬਾਹਰ ਕੋ ਆਪਣਾ ਹੱਥ ਪਾ ਲੈ ਪਾਣੀ ਤੇ ਪਾ ਲੈ ਬਸ ਬੰਦਾ ਉਹ ਪੈਪ ਨਾਲ ਪਾਣੀ ਪਾਣ ਦਾ ਕਿ ਬਾਲਟੀ ਨਾਲ ਨਹੀਂ ਉਹ ਲੀਟਰ ਨਾਲ ਨਹੀਂ ਕਰਨਾ ਤੇ ਦੂਰੇ ਪਾਣੀ ਪਾਣ ਦਾ ਹਾਂਜੀ ਤੇਰੇ ਹੱਥ ਪੈਰ ਚੱਲਦੇ ਨਹੀਂ ਸੀ ਆਪਦੇ ਇਹ ਤੇ ਕਮਰੇ 'ਚ ਲੈਟਰੀਨ ਬਾਪੂ ਕਮਰੇ ਦੇ ਵਿੱਚ ਮੈਂ ਆਪਣਾ ਮੰਜੇ ਦੇ ਪੈਣ ਦੇ ਵਿੱਚ ਐਂ ਮੋੜਾ ਕਰ ਲਿਆ ਇੱਕ ਪੈਨ 'ਚ ਮੋਰਾ ਕਰ ਲਿਆ ਉਹ ਲੈ ਕੇ ਸੀ ਕਰ ਲਿਆ ਸੀ ਤੇ ਕੁੜੀ ਨੇ ਕਾਤਾ ਚੌੜਾ ਨੇ ਫਿਰ ਹਾਂਜੀ ਇੱਕ ਬੋਤਲ ਰੱਖੀ ਜੀ ਇੱਕ ਮੈਂ ਗਲਾਸ ਹੀ ਰੱਖਾ ਉਹ ਨਾ ਮਾਸਾ ਧੋ ਲਿਆ ਅੱਛਾ ਜੀ ਉਹ ਤੋੜੇ ਵਾਲੇ ਪਾਣੀ ਨਾਲ ਹਾਂਜੀ ਹੂੰ ਉਹ ਗਈ ਬਸ ਉਹੀ ਬਸ ਕੇ ਮੇਰੀ ਬੋਤਲ ਸੀ ਉਹਨੇ ਪਾਣੀ ਦੇਣ ਦਾ ਸੀ ਮੇਰੀ ਪੋਤੀ ਜੰਗਲੀ ਰੋਟੀ ਨਿੱਕੀ ਜਿਹੀ ਪੋਤੀ ਸੀ, ਹਾਂ। ਦੇਣੀ ਰੋਟੀ ਉਸੇ ਦਾ ਜਾਨ ਬਚਾ ਲਿਆ ਨਹੀਂ ਹੁਣ ਬਾਜੇ ਦਾ ਪਾਉਣਾ ਥੋੜੀ ਕਿਰਪਾ ਬਾਬੇ ਨਾਲ ਦੀ ਬਾਪੂ ਜੀ ਪ੍ਰਸ਼ਾਦੇ ਕਿੰਨੇ ਦਿੰਦੇ ਸੀ ਸਾਡੇ ਮਾਂ ਕਹਿੰਦੇ ਮੈਨੂੰ ਭੁੱਖ ਲੱਗੀ ਹੁੰਦੀ ਆ ਕਰੋ ਜਿਵੇਂ ਇਹਦੇ ਚਾਰ ਖਾਦੇ ਸੀ ਜੀ ਮੁੜ ਕੇ 2 ਦਿਨ ਆ ਗਏ ਜੀ ਮੈਂ ਕਿਹਾ 2 ਦਿਨ ਵਾਈ ਨਹੀਂ ਰੋਟੀ ਮੰਗਦਾ ਮੈਨੂੰ ਸਬਜ਼ੀ ਬਣਾਉਂਦੇ ਸੀ ਦੇਂਦੇ ਸੀ ਪਰ ਮੇਰੀ ਪੋਤੀ ਸਵਾ ਕਰਦੀ ਸੀ ਉਹ ਜਿਹੜੀ ਕੋਲ ਪੜੀ ਸੀ ਉਹ ਮੈਂ ਕਹਿੰਦੇ ਉਹ 12 ਬਣੀ ਸੀ ਕੁੜੀ ਲੈਟਰਿਨ ਕਰਦਾ ਜ਼ਿਆਦਾ ਕਹਿੰਦੇ ਵੀ ਹਾਂ ਪੋਤੀ ਮੇਰੀ ਗਾਂ ਕਰਦੀ ਸੀ ਮੈਂ ਤੇ ਭੁੱਖੇ ਨਹੀਂ ਮਾਰਦਾ ਸੀ ਐ ਕਹਿੰਦੀ ਸੀ ਤੇ ਬਾਹਰ ਨੇ ਉਸਕੇ ਬਾਅਦ ਮੈਂ ਬੇਟੀ ਨਾ ਗਈ ਕਿ ਸੱਚਾ ਬਾਦਸ਼ਾਹ ਤੋਂ ਬਦਲ ਮੈਨੂੰ ਹਮਾਰਾ ਬਾਪੂ ਜੀ ਹਰ ਰੋਜ਼ ਬਾਪੂ ਦੱਸਦਾ ਸੀ ਵੀ ਮੈਂ ਇੱਕ ਸਾਲ ਛੱਤ ਲਈ ਦੇਖੀ ਜਾਣਾ ਪਏ ਨੇ ਅਰਦਾਸਾਂ ਕਰੀ ਜਾਣੀਆਂ ਦੱਸਿਆ ਬਾਪੂ ਨੇ ਇੱਕ ਘੜਾ ਪਾਣੀ ਨਾਲ ਭਰ ਕੇ ਰੱਖਦਾ ਇੱਕ ਬੋਤਲ ਇੱਕ ਗਲਾਸ ਉਸੇ ਲੈਟਰਿਨ ਦੇ ਬੜੇ ਹੱਥਾਂ ਨਾਲ ਪੈਣ ਵਾਲੇ ਪਾਸੇ ਹੋ ਕੇ ਮੋਰੀ ਕੱਢੀ ਸੀ ਮੰਜੇ 'ਚ ਪੈਣ ਵਾਲੇ ਪਾਸੇ ਰੁੜ ਕੇ ਜਾਂਦਾ ਸੀ ਤੇ ਲੈਟਰਿਨ ਕਰਕੇ ਲੱਤਾਂ ਨਾਲ ਤਾਂ ਨੂੰ ਰੁੜ ਕੇ ਆ ਜਾਂਦਾ ਸੀ ਤੇ ਹੱਥ ਘੜੇ ਦੇ ਵਿੱਚ ਪਾਣੀ ਦੇ ਵਿੱਚ ਹੱਥ ਪਾ ਕੇ ਹੱਥ ਧੋ ਲੈਂਦਾ ਸੀ ਉਹੀ ਪਾਣੀ ਪੀ ਲੈਂਦਾ ਸੀ ਬਾਪੂ ਇੱਕ ਸਾਲ ਦੀ ਲੈਟਰਿਨ ਉੱਥੇ ਪਈ 4 ਫੁਲਕੇ ਇੱਕ ਟਾਈਮ ਖਾਣ ਵਾਲਾ ਬੰਦਾ ਸਾਰੇ ਦਿਨ 'ਚ 2 ਫੁਲਕੇ ਦਿੱਤੇ ਜਾਂਦੇ ਸੀ ਕਹਿੰਦੇ ਕਮਰੇ 'ਚੋਂ ਮੁਸ਼ਕ ਬਹੁਤ ਮਾਰਦਾ ਲੈਟਰਿਨ ਕਰਦਾ ਕੱਪੜਾ ਤਨ ਤੇ ਕੋਈ ਨਹੀਂ ਇੱਕ ਵੀ ਕੱਪੜਾ ਨਹੀਂ ਸੀ ਤਨ ਦੇ ਉੱਤੇ ਜਮਾ ਅਲਫ ਨੰਗਾ ਬਾਪੂ ਪਿਆ ਸੀ ਬਾਪੂ ਆਪਦੀ ਜਦੋਂ ਪੋਤੀ ਨੂੰ ਆਉਂਦੀ ਦੀ ਆਵਾਜ਼ ਸੁਣਦਾ ਸੀ ਇੱਕ ਪੱਗ ਕੱਤੀ ਗੰਦੀ ਪੱਗ ਬਾਪੂ ਦੇ ਮੰਜੇ ਤੇ ਪਈ ਸੀ ਉਹ ਫਟਾਫਟ ਖਿੱਚ ਕੇ ਬਾਥਰੂਮ ਵਾਲੀ ਜਗ੍ਹਾ ਤੇ ਕਰ ਲੈਂਦਾ ਸੀ ਬਾਪੂ ਕਹਿੰਦਾ ਮੈਨੂੰ ਸ਼ਰਮ ਆਉਂਦੀ ਸੀ ਜਦੋਂ ਮੇਰੀ ਪੋਤੀ ਮੇਰੇ ਕਮਰੇ 'ਚ ਆ ਜਾਂਦੀ ਸੀ ਰੋਟੀ ਫੜਾਉਣ ਜਾਂ ਮੈਂ ਉਹਨੂੰ ਹਾਕਾ ਮਾਰਦਾ ਸੀ ਤਾਂ ਪਹਿਲਾਂ ਮੈਂ ਫਟਾਫਟ ਆਪਦੇ ਆਪ ਨੂੰ ਮਾੜਾ ਜਿਹਾ ਢੱਕਣਾ ਹੱਥ ਆਕੜ ਗਏ ਸੀਗੇ ਧਰੰਗ ਦੇ ਨਾਲ ਸਰੀਰ 'ਚ ਜਾਨ ਖਤਮ ਹੋ ਗਈ ਸੀਗੀ ਅੰਨ ਨਹੀਂ ਮਿਲਦਾ ਸੀ ਪੂਰਾ ਇਲਾਜ ਤਾਂ ਮਿਲਣਾ ਹੀ ਕੀ ਆ ਪਾਣੀ ਤੱਕ ਨਹੀਂ ਸੀ ਪੂਰਾ ਮਿਲਦਾ ਇਦਾਂ ਦੇ ਉਹ ਰੱਬ ਰੂਪੀ ਬਜ਼ੁਰਗ ਸਾਡੇ ਇਦਾਂ ਦੀਆਂ ਜ਼ਿੰਦਗੀਆਂ ਜਿਉਣ ਲਈ ਮਜਬੂਰ ਨੇ ਇਦਾਂ ਦੀਆਂ ਜ਼ਿੰਦਗੀਆਂ ਬਤੀਤ ਕਰਨ ਲਈ ਮਜਬੂਰ ਨੇ ਮੇਰੇ ਆਪਣੇ ਭਰਾ ਦੇ ਮੁੰਡੇ ਹੋਏ ਮੇਰੇ ਕੋਲ ਜੀ ਜੀ ਉਹਨੂੰ ਮੈਂ ਆਜ ਨੂੰ ਕਿੰਨਾ ਬੜੀ ਨੰਬਰ ਦੇ ਤੇ ਮੁੜ ਕੇ ਜੋ ਮੈਂ ਕਹਿੰਦਾ ਮੈਂ ਉਹਨਾਂ ਨੂੰ ਮੇਰੇ ਕੋਲ ਕੋਈ ਖਾ ਲਿਆ ਗਿਆ ਉਹਨਾਂ ਨੂੰ ਵੀ ਮਿਲਦਾ ਸੀ ਇਹ ਫਿਰ ਸੀ ਲਾ ਲਓ ਇਹ ਸੱਚਾ ਲੱਗਾ और मैं अपने तो मुंडे अभी पोते को का नहीं थे फिर आगे ने बतौर तो बिल्कुल मारा लोग खाना नहीं उन्हें उदार कर दिया अब अंदर आ गया ਇਹ ਜ਼ਮੀਨ ਨਾਲ ਲਵਾ ਦੇ ਵਿੱਚ हाँ जी हाँ जी ਇਹਦਾ ਬਾਬੇ ਨਾਲ ਨੂੰ ਗੱਪਾ ਕਰਦੀ ਹੈ ਤੇ ਸ਼ਹਿਰ ਨੂੰ ਕहीं जब बादशाह की कृपा करती आराम आ गया ਬਾਪੂ ਤੇਰੀ ਸੇਵਾ ਇੰਨੇ ਸਾਲ ਕੀਤੀ ਮਹਾਰਾਜ ਨੇ ਸੁਣ हाँ शिवा की जी सही है
ਇਸ ਦਾ ਨਾ ਕਰੀ ਤੇ ਫਿਰ ਮੈਨੂੰ ਕਿਸੇ ਤੋਂ ਮਿਲੀ। ਬਿਲਕੁਲ। ਤੇ ਬਾਪੂ ਜੀ ਦੀ ਉਹ ਸੇਵਾ ਲਿਖੇ ਲੱਗੀ ਤੇ ਬਾਪੂ ਜੀ ਕਹਿੰਦੇ ਮੈਂ ਅਰਦਾਸਾਂ ਕਰਦਾ ਹੁੰਦਾ ਸੀ, ਕਮਰੇ 'ਚ ਬੰਦ ਪਿਆ, ਆਪਦੇ ਘਰ 'ਚ ਪਿਆ, ਕੁੰਡੇ ਜਿੰਦੇ ਲੱਗੇ ਹੋਏ ਆ, ਇੱਕ ਬੰਦਾ ਮੌਤ ਦੀ ਕਗਾਰ ਤੇ ਚੱਲ ਫਿਰ ਨਹੀਂ ਸਕਦਾ, ਕੋਈ ਸੰਸਾਧਨ ਨਹੀਂ, ਕੋਈ ਆਵਾਜ਼ ਮਾਰੀ ਸੁਣਦਾ ਨਹੀਂ। ਤੇ ਕਹਿੰਦਾ ਬਾਪੂ ਕਹਿੰਦਾ ਜਦੋਂ ਮੈਂ ਅਰਦਾਸਾਂ ਕਰਦਾ ਸੀ ਨਾ, ਤੇ ਕਹਿੰਦਾ ਜਦੋਂ ਦਰਵਾਜ਼ਾ ਖੜਕਿਆ ਤੇ ਮੇਰੀ ਆਵਾਜ਼ ਸੁਣੀ ਬਾਪੂ ਨੇ, ਸਭ ਤੋਂ ਪਹਿਲਾਂ ਮੈਂ ਉਹਨੂੰ ਪੁੱਛਿਆ ਕੁੜੀ ਨੂੰ, ਪੁੱਤ ਬਾਪੂ ਕਿੱਥੇ ਆ? ਤੇ ਕੁੜੀ ਨੇ ਕਿਹਾ ਉਹ ਕਮਰੇ 'ਚ ਆ। ਬਾਪੂ ਕਹਿੰਦਾ ਮੈਨੂੰ ਉਦੋਂ ਲੱਗਿਆ ਵੀ ਰੱਬ ਆ ਗਿਆ, ਕਹਿੰਦਾ ਮੈਨੂੰ ਐਂ ਲੱਗਿਆ ਵੀ ਰੱਬ ਨੇ ਸੁਣ ਲਈ ਮੇਰੀ। ਤੇ ਕਹਿੰਦਾ ਜਦੋਂ ਤੁਸੀਂ ਕਮਰੇ 'ਚ ਆ ਵੜੇ ਨਾ ਤਾਂ ਅਸੀਂ ਰੱਬ ਆ ਬਾਈ ਤੇ ਨਾ ਅਸੀਂ ਰੱਬ ਦੇ ਬੰਦੇ ਆ, ਅਸੀਂ ਤਾਂ ਪਲ ਜੋ ਵੀ ਪਾਪੀ ਉਸ ਗੁਰੂ ਘਰ ਦੇ ਕੁੱਕਰ ਆ, ਸਾਡੀ ਤਾਂ ਇੰਨੀ ਔਕਾਤ ਹੀ ਨਹੀਂ ਵੀ ਅਸੀਂ ਰੱਬ ਦੇ ਨਾਂ ਵੀ ਲੈ ਸਕੀਏ, ਇੰਨੀ ਵੀ ਔਕਾਤ ਨਹੀਂ। ਪਰ ਸੱਚੇ ਪਾਤਸ਼ਾਹ ਨੇ ਇਸ ਬਾਪੂ ਦੇ ਲਈ ਸਾਡੇ ਵਰਗੇ ਕਾਲ ਚੁੱਕਿਆਂ ਨੂੰ ਰੱਬ ਬਣਾਤਾ। ਤੇ ਜਦੋਂ ਅਸੀਂ ਬਾਪੂ ਕਹਿੰਦਾ ਤੁਸੀਂ ਉੱਥੇ ਕਮਰੇ 'ਚ ਵੜੇ ਨਾ, ਤੇ ਕਹਿੰਦਾ ਮੈਨੂੰ ਲੱਗਿਆ ਵੀ ਹੁਣ ਮੇਰੀ ਜ਼ਿੰਦਗੀ ਬਦਲ। ਤੇ ਜਦੋਂ ਇਹਦਾ ਮੁੰਡਾ ਕਹੇ ਨਾ ਮੈਂ ਜਾਣ ਨਹੀਂ ਦੇਣਾ, ਤੁਸੀਂ ਜ਼ਮੀਨ ਦੇ ਲਾਲਚ ਨੂੰ ਆਏ ਆ, ਤੁਸੀਂ 8 ਕਿੱਲਿਆਂ ਨੂੰ ਆਏ ਆ, ਸਾਡੇ ਨਾਲ ਵੀ ਲੜੇ ਬਹੁਤ। ਅਸੀਂ ਬਾਪੂ ਨੂੰ ਇੱਕੋ ਹੀ ਸਵਾਲ ਪੁੱਛਿਆ, ਮੈਂ ਕਿਹਾ ਬਾਪੂ ਨੂੰ ਪੁੱਛ ਲੈਂਦੇ, ਬਾਪੂ ਜੋ ਕਹੂ ਉਵੇਂ ਕਰਨਾ। ਤੇ ਡਰਦੇ ਡਰਾਉਂਦੇ ਨੂੰ ਮੈਂ ਬਾਪੂ ਨੂੰ ਪੁੱਛਿਆ, ਮੈਂ ਕਿਹਾ ਜੇ ਕਿਤੇ ਬਾਪੂ ਕਹਿੰਦਾ ਮੈਂ ਨਹੀਂ ਜਾਣਾ ਤੇ ਕਿਸੇ ਦੇ ਘਰੋਂ ਕਿਸੇ ਦਾ ਪਿਓ ਚੱਕ ਕੇ ਲੈ ਕੇ ਆਉਣਾ, ਖਾਲਾ ਹੀ ਦਾ ਬਾੜਾ ਨਹੀਂ, ਅਸੀਂ ਕੀ ਕਰਦੇ ਉੱਥੇ? ਤਾਂ ਬਾਪੂ ਨੂੰ ਪੁੱਛਿਆ ਵੀ ਟਰਾਲੇ ਉੱਥੇ ਗੱਡੀ 'ਚ ਪਾਇਆ ਹੋਇਆ, ਡਿੱਗੀ 'ਚ ਬਾਪੂ ਸਾਡਾ, ਉਹ ਲੱਤਾਂ ਫੜ ਖਿੱਚੇ ਤੇ ਅਸੀਂ ਬਾਪੂ ਨੂੰ ਗੱਡੀ 'ਚ ਖਿੱਚੀਏ। ਤੇ ਬਾਪੂ ਨੂੰ ਪੁੱਛਿਆ ਬਾਪੂ ਤੂੰ ਕੀ ਕਰਨਾ? ਬਾਪੂ ਕਹਿੰਦਾ ਮੈਨੂੰ ਇੱਥੋਂ ਕੱਢ ਲਓ, ਇੱਥੇ ਨਾ ਕਹਿੰਦਾ ਛੱਡ ਜਿਓ ਮੈਂ ਮਰ ਜਾਊਂ। ਤੇ ਬਸ ਉਸੇ ਟਾਈਮ ਹੀ ਜਿਵੇਂ ਕਹਿ ਰਹੀ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਆ ਕੇ ਬਹਿ ਗਏ ਨਾਲ, ਤੇ ਉਹ ਐਡੀ ਤਾਕਤ ਬਖਸ਼ੀ ਸੱਚੇ ਪਾਤਸ਼ਾਹ ਨੇ ਇਹਦੇ ਮੁੰਡੇ ਦਾ ਮੂੰਹ ਹੀ ਬੰਦ ਕਰਾਤਾ। ਇਹੋ ਜਿਹੀਆਂ 4 ਗੱਲਾਂ ਕੀਤੀਆਂ, ਉਹ ਚੁੱਪ ਹੀ ਕਰ ਗਿਆ। ਉਹ ਚੁੱਪ ਕੀਤਾ, ਅਸੀਂ ਗੱਡੀ ਦੀ ਸੈਲਫ ਮਾਰੀ, ਗੁਰੂ ਘਰ ਪਹੁੰਚ ਗਏ। ਉਹ ਮਗਰ ਗੁਰੂ ਘਰ ਪਹੁੰਚ ਗਿਆ, ਆ ਕੇ ਉੱਥੇ ਆ ਕੇ ਉਹਨੇ ਬੜਾ ਰੌਲਾ ਪਾਇਆ। ਚਲੋ ਉੱਥੇ ਗੁਰੂ ਘਰ ਦੇ ਪ੍ਰਬੰਧਕਾਂ ਨੇ ਸਾਡਾ ਹਾਰਾ ਨਾਰਾ ਮਾਰਿਆ, ਬਾਪੂ ਦਾ ਹਾਰਾ ਨਾਰਾ ਮਾਰਿਆ ਵੀ ਯਾਰ ਇਹ ਤਾਂ ਬਹੁਤ ਮਾੜੀ ਹਾਲਤ ਹੈ, ਇਹਨੂੰ ਜਾਣ ਦੇ। ਫਿਰ ਬਾਪੂ ਦੀ ਸੇਵਾ ਦਾ ਮੌਕਾ ਚਾਲੂ ਹੋ ਗਿਆ। ਇਦਾਂ ਦੀਆਂ ਦਾਸਤਾਨਾਂ ਸਾਡੀਆਂ ਜਿਹੜੀਆਂ ਨਾ ਉਹ ਸਾਨੂੰ ਜੀ ਬਾਪੂ ਉਹ ਬਾਪੂ ਇੱਥੇ ਤਾਂ ਤੂੰ ਜਿਉਣਾ ਬਾਪੂ ਹੋ ਯਾਰ, ਮਹਾਰਾਜਾ ਨੂੰ ਕਰਨਾ ਸੱਚੇ ਪਾਤਸ਼ਾਹ ਸੇਵਾ ਵੀ ਕਰਨਾ। ਸੱਚੇ ਪਾਤਸ਼ਾਹ ਤੈਨੂੰ ਤੁਰਨ ਜ਼ਰੂਰ ਲਾਉਣਗੇ। ਅਸੀਂ ਬਾਪੂ ਦੀ ਹਰ ਰੋਜ਼ ਬਾਪੂ ਮਾਰਚਾਂ ਹੁੰਦੀਆਂ, ਮਾਸ ਕੋਈ ਨਹੀਂ ਲੱਗਾ ਹੁਣ ਨਹੀਂ ਹੋ ਰਹੀ। ਹੁਣ ਉਹ ਬੰਦਾ ਉਹਨੂੰ ਹਟ ਗਿਆ ਨਾ, ਆਪਾਂ ਬੰਦ ਕੀਤਾ ਹੋਇਆ ਡਾਕਟਰ ਹੋਣਾ ਆ ਜਾਊਗਾ ਲੋਕਡਾਊਨ ਕਰਕੇ। ਬਾਪੂ ਜੀ ਦੀਆਂ ਲੱਤਾਂ ਜਿੰਨੀਆਂ ਹੁਣ ਚੱਲਣ ਲੱਗ ਗਈਆਂ, ਹੱਥ ਬਾਪੂ ਹੱਥ ਖੁੱਲਣ ਲੱਗ ਗਿਆ ਨਾ ਅੱਗੇ ਨਾਲੋਂ, ਹੁੰਦਾ ਉਂਗਲਾ ਵੇ ਹਲਾਉਣ ਨੂੰ, ਜਾਣੀ ਕਿ ਜਮਾਂ ਹੀ ਹੱਥ ਏਦਾਂ ਸੀ, ਵਿੰਗੇ ਹੋ ਗਏ ਸੀ। ਆ ਲੱਤ ਬਾਪੂ ਦੀਆਂ ਜਮਾਂ ਚੱਲਦੀਆਂ ਨਹੀਂ ਸੀ, ਤਾਂ ਕਿਉਂ ਐ ਦੁਨੀਆ ਜੁੜ ਗਈਆਂ ਸੀਗੀਆਂ ਜਮਾਂ ਹੀ ਆ ਦੋਨੇ ਲੱਤਾਂ। ਤੇ ਹੁਣ ਬਾਪੂ ਦੀਆਂ ਲੱਤਾਂ ਸਿੱਧੀਆਂ ਹੋਣ ਲੱਗ ਗਈਆਂ। ਅਰਦਾਸ ਕਰਿਓ ਸੱਚੇ ਪਾਤਸ਼ਾਹ ਕਿ ਬਾਪੂ ਤੁਰਨ ਲੱਗ ਜੇ। ਬਾਪੂ ਦਾ 6.5 ਫੁੱਟ ਦਾ ਕੱਦ ਆ, ਬਾਪੂ ਦਾ ਐਡਾ ਜੁੱਸਾ ਐਡਾ ਸਰੀਰ ਸੀ। ਜਦੋਂ ਚੱਕ ਕੇ ਲੈ ਕੇ ਆਂਦਾ ਬਾਪੂ ਦਾ ਭਾਰ 37 ਕਿਲੋ ਸੀ ਜਦੋਂ ਅਸੀਂ ਲੈ ਕੇ ਆਏ ਬਾਪੂ, ਸਿਰਫ ਹੱਡੀਆਂ ਹੀ ਸੀਗੀਆਂ। ਜਦੋਂ ਮੁੰਡਾ ਨੂੰ ਲੈਣਾ ਸੀ ਘਰੇ ਤੁਹਾਡੇ ਕੋਲ ਇੱਥੇ ਹਾਂਜੀ ਮਾਰੇ ਜੀ, ਤੇ ਮੈਨੂੰ ਉਹਦਾ ਚੱਲ ਤੂੰ ਲੈ ਚਲੀਏ। ਮੈਂ ਤਾਂ ਇੱਕ ਪੈਰ ਨਹੀਂ ਪੜਦਾ, ਤੇ ਜੇ ਮੈਂ ਹੁਣ ਉੱਠ ਗਿਆ ਇੱਥੋਂ ਤੇ ਮੈਨੂੰ ਤੁਸੀਂ ਭੁੱਖੇ ਨੂੰ ਮਾਰ ਦਿਓ। ਜੀ ਜੀ ਇਹ ਬਾਈ ਨੇ ਬਚਾਦਾ, ਇਹਨਾਂ ਤਾਂ ਨਹੀਂ ਗੱਲ ਪਾਛਾ ਨਹੀਂ ਚਾਹੇ ਮਹਾਰਾਜ ਨੇ। ਸੱਚੇ ਪਾਤਸ਼ਾਹ ਮਹਾਰਾਜ ਸਭ ਦਾ ਭਲਾ ਕਰੇਗਾ, ਸਭ ਦਾ ਭਲਾ ਕਰੇ। ਤੇ ਇਹ ਸਾਡਾ ਸਰਪੰਚੀ ਦਾ ਇੱਕ ਬਹਾਨਾ ਜੀ। ਅਸੀਂ ਤਾਂ ਤੁਹਾਨੂੰ ਉਹ ਸਮਾਜ ਦਾ ਅਸਲੀ ਚਿਹਰਾ ਦਿਖਾਣਾ ਜਿਹੜਾ ਸ਼ਾਇਦ ਤੁਸੀਂ ਨਹੀਂ ਦੇਖ ਪਾ ਰਹੇ। ਸਾਡਾ ਬਾਪੂ ਰਮੇਸ਼ ਚੰਦ ਸ਼ਰਮਾ ਜਿੱਤੂਗਾ, ਚਾਹੇ ਸਾਡਾ ਬਾਪੂ ਗੋਪਾਲ ਜਿੱਤੂਗਾ। ਜਿੱਤਣਾ ਇਨਸਾਨੀਅਤ ਦੇ ਹੱਥ, ਜਿੱਤਣਾ ਸਾਡੇ ਜਜ਼ਬਾਤਾਂ ਨੇ ਆ, ਜਿੱਤਣਾ ਸਾਡੀਆਂ ਉਹਨਾਂ ਸੋਚਾਂ ਨੇ ਆ ਜਿਹੜੀਆਂ ਸੋਚਾਂ ਅਸੀਂ ਪੂਰੀਆਂ ਕਰਨ ਵਾਲੇ ਸੋਚੇ ਸੁਪਨੇ ਜਿਹੜੇ ਸਾਡੇ, ਉਹ ਅਸੀਂ ਪੂਰੇ ਕਰਨੇ ਆ ਸੁਪਨੇ ਜਿਹੜੇ ਸਾਡੇ। ਇਹ ਬਾਪੂ ਸਾਡੇ ਬਜ਼ੁਰਗ, ਇਹ ਸਾਡੀਆਂ ਉਹ ਬਾਹਾਂ, ਉਹ ਰੱਬ ਰੂਪੀ, ਇਹ ਅਸਲ 'ਚ ਰੱਬ ਨੇ। ਇਹ ਤੁਹਾਡੇ ਸਾਹਮਣੇ ਖੜੇ ਸਾਖਸ਼ਾਤ ਰੱਬ ਨੇ। ਆਪਾਂ ਮੰਦਰਾਂ 'ਚ ਗੁਰਦੁਆਰਿਆਂ 'ਚ ਜਾ ਕੇ ਲੱਭਦੇ ਆਂ, ਆਪਾਂ ਮਸਜਿਦਾਂ ਦੇ ਵਿੱਚ, ਆਪਾਂ ਗਿਰਜਿਆਂ ਦੇ ਵਿੱਚ ਜਾ ਕੇ ਲੱਭਦੇ ਆਂ ਰੱਬ ਬਾਪੂ ਗੋਪਾਲ 'ਚ, ਰੱਬ ਬਾਪੂ ਰਮੇਸ਼ 'ਚ, ਰੱਬ ਬਾਪੂ ਢਿੱਲੋਂ 'ਚ, ਬੇਅੰਤ ਸਿੰਘ ਢਿੱਲੋਂ 'ਚ, ਰੱਬ ਇਹਨਾਂ ਜਮਾਤੂ ਹੁਣਾਂ ਦੇ ਵਿੱਚ ਆ ਗੁਰਦਿੱਤੇ ਹੁਣਾਂ ਦੇ ਵਿੱਚ ਆ ਨੀਰਜ ਹੁਣਾਂ ਦੇ ਵਿੱਚ ਆ ਬਾਪੂ ਗੋਪਾਲ ਹੁਣਾਂ ਦੇ ਵਿੱਚ ਇਹ ਬਾਪੂ ਭਗਤ ਸਿੰਘ ਹੁਣਾਂ ਦੇ ਵਿੱਚ ਇਹ ਆ ਉਹ ਰੱਬ ਜਿਨ੍ਹਾਂ ਨੇ ਗੁਲਾਮੀਆਂ, ਜਿਨ੍ਹਾਂ ਨੇ ਕੀੜੇ, ਜਿਨ੍ਹਾਂ ਨੇ ਸੰਗਲ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਮਲ ਮੂਤਰ ਖਾਣ ਲਈ ਮਜਬੂਰੀਆਂ ਸਹੀਆਂ। ਅੱਜ ਦੇ ਸਮਾਜ 'ਚ, ਅੱਜ ਦੇ ਪੰਜਾਬ 'ਚ, ਅੱਜ 21ਵੀਂ ਸਦੀ ਦੇ ਵਿੱਚ ਸਾਡੇ ਭਰਾ ਕੀੜਿਆਂ ਤੋਂ ਖਾਧੇ ਜਾਂਦੇ ਸੀ,
ਕੀੜਿਆਂ ਤੋਂ ਖਾਧੇ ਜਾ ਰਹੇ ਸੀ। ਇਹ ਸਾਡਾ ਹਰਿੰਦਰ ਆ ਵੀਰ, ਹਰਿੰਦਰ ਕੁਮਾਰ ਅੱਜ ਸਾਡੇ ਕੋਲੇ ਰਹਿੰਦੇ ਨੂੰ ਬਾਈ ਨੂੰ 4 ਸਾਲ ਹੋ ਗਏ। 2016 ਦੇ ਵਿੱਚ ਲੁਧਿਆਣੇ ਬੱਸ ਸਟੈਂਡ ਦੇ ਕੋਲੇ ਜਵਾਹਰ ਨਗਰ ਕੈਂਪ ਤੋਂ ਲੈ ਕੇ ਆਏ। ਹੱਥ ਦੇ ਵਿੱਚ ਕੀੜੇ ਪਏ ਹੋਏ ਸੀ ਬਾਈ ਦੇ, ਆ ਪੂਰਾ ਹੱਥ ਕੀੜਿਆਂ ਨੇ ਖਾ ਲਿਆ ਸੀ। ਹੱਥ ਦਾ ਇੱਕ ਅੰਗੂਠਾ ਲੈ ਕੇ ਡਿੱਗ ਪਿਆ। ਜੇ ਅਸੀਂ ਤੁਹਾਨੂੰ ਵੀਡੀਓ ਦਿਖਾਉਣ ਲੱਗ ਗਏ ਤਾਂ ਵੀਡੀਓ ਸਾਡੀ ਹੈ ਜਿਹੜੀ ਨਾ ਉਹ ਬਲੌਕ ਕਰ ਦੇਣੀ ਹੈ ਫੇਸਬੁੱਕ ਨੇ। ਤੇ ਇਹ ਬਾਈ ਅੱਜ ਸਾਡੇ ਇੱਥੇ ਪ੍ਰਸ਼ਾਦੇ ਦਾ ਇੰਚਾਰਜ ਆ। 200 ਬੰਦੇ ਨੂੰ ਪ੍ਰਸ਼ਾਦਾ ਛਕਾਉਣਾ, ਕਿੱਦਾਂ ਕਿਹਨੇ ਦਾਲ ਚੱਕਣੀ ਆ, ਬਾਲਟੀ 'ਚ ਕਿਹਨੇ ਰਾਇਤਾ ਲੈਣਾ, ਕਿਹਨੇ ਪਾਣੀ ਵਰਤਾਉਣਾ, ਕਿਹਨੇ ਟਾਟ ਵਿਛਾਉਣੇ ਆ, ਕਿਹਨੇ ਮੰਜੇ ਕੁਰਸੀਆਂ ਲਾਉਣੀਆਂ, ਕਿਹਨਾਂ ਨੇ ਟੇਬਲ ਲਾਉਣੇ ਆ, ਕਿਹਨੇ ਅਚਾਰ ਵਰਤਾਉਣਾ ਤੇ ਕਿਹਨੇ ਦਹੀਂ ਵਰਤਾਉਣਾ। ਇਹ ਡਿਊਟੀ ਹਰਿੰਦਰ ਵੀਰ ਦੀ ਆ ਸਾਡੇ। ਤੇ ਹਰਿੰਦਰ ਵੀਰ ਕਿਵੇਂ ਲੱਗਦਾ ਇੱਥੇ ਆ ਕੇ ਤੁਹਾਨੂੰ? ਉਹ ਜਦੋਂ ਇੱਕ ਤਰ੍ਹਾਂ ਦਾ ਆਪਣੇ ਭਰਾ ਭੈਣ ਮਾਵਾਂ ਬਾਪੂ ਭਾ ਸਭ ਕੁਝ ਭੁੱਲ ਗਏ। ਜਿਹੜੇ ਮੇਰੇ ਮਾਂ ਬਾਪ ਮਰੇ ਉਹ ਇਹਨਾਂ ਤੋਂ ਬੰਦੇ ਰਹੇ ਬਸ ਤੁਹਾਡਾ ਰੂਪ ਨਹੀਂ ਹੋਣਾ ਅਸੀਂ ਜਿਹੜੇ ਪਤਾ ਤੇ ਹੁਣ ਤੁਸੀਂ ਸੇਵਾ 'ਚ ਮਨ ਪੂਰਾ ਲੱਗਦਾ? ਹਾਂਜੀ ਪੂਰਾ ਬੈਠੇ ਹੁਣ ਜ਼ਿੰਦਗੀ ਦੇ ਕੀ ਸੋਚਿਆ ਐਵੇਂ ਹੀ ਆ? ਜ਼ਿੰਦਗੀ ਮੋੜ ਰੱਖੀ ਚਾਰ ਵਾਹਿਗੁਰੂ। ਬਾਈ ਦੇ ਡੈਡੀ ਦੀ ਵੀ ਡੈਥ ਹੋ ਗਈ, ਮੰਮੀ ਦੀ ਵੀ ਡੈਥ ਹੋ ਗਈ। ਭਰਾ ਵੱਡਾ ਵਿਆਹ ਹੋਇਆ ਸੀਗਾ, ਇਹ ਵਿਆਹ ਨਹੀਂ ਸੀ ਹੋਇਆ। ਬਸ ਉਹੀ ਵਿਆਹ ਹੋਇਆ ਸੀ, ਜਾਨੀ ਕਿ ਉਹਦੀ ਡੈਥ ਹੋ ਗਈ ਵਾਈਫ ਦੀ। ਉਹਨੂੰ ਵੀ ਦੋਰੇ ਬੱਚਾ ਕੋਈ ਨਹੀਂ ਸੀ। ਵਾਈਫ ਦੀ ਵੀ ਡੈਥ ਹੋ ਗਈ, ਮਾਂ-ਬਾਪ ਦੀ ਵੀ ਡੈਥ ਹੋ ਗਈ। ਇਹ ਆਪ ਫਿਰ ਡਿਪਰੈਸ਼ਨ ਚਲਾ ਗਿਆ, ਮੈਂਟਲੀ ਸਿੱਕ ਹੋ ਗਿਆ। ਅੱਜ ਕੱਲ੍ਹ ਲੋਕਾਂ ਦੇ ਵਿੱਚ ਆਪਣੇ ਕੀ ਆ ਵੀ ਭੂਤ ਆ ਗਿਆ, ਕਸਰ ਆ ਗਈ, ਬਾਬਿਆਂ ਦੇ ਲੈ ਤੁਰਦੇ ਆ। ਉਹ ਕੰਮ ਇਹਦੇ ਨਾਲ ਹੋਇਆ, ਮਾਤਾ ਦੇ ਲੈ ਗਏ ਜੀ, ਇਹਦੇ 'ਚ ਮਾਤਾ ਆਉਂਦੀ ਆ ਜੀ, ਭੂਤ ਆਉਂਦੀ ਆ। ਇਹਦੇ ਦਿਮਾਗ 'ਚ ਵੀ ਇਹ ਗੱਲ ਬੈਠ ਗਈ ਮੇਰੇ 'ਚ ਮਾਤਾ ਆਉਂਦੀ ਆ, ਮੈਂ ਲੋਹੇ ਦਾ ਬਣ ਗਿਆ। ਇਹਦੇ ਦਿਮਾਗ 'ਚ ਇਹ ਗੱਲ ਸੀ ਕਿ ਇਹਨੇ ਹੱਥ ਤੇ ਰਬੜਾਂ ਚਾੜ ਲਈਆਂ, ਰਬੜ ਬੈਂਡ ਜਿਹੜੇ ਹੁੰਦੇ ਆ, ਉਹ ਰਬੜ ਬੈਂਡ ਚਾੜੇ, ਉਹ ਇੰਨੇ ਟਾਇਟ ਚਾੜਦੇ ਉਹ ਮਾਸ ਦੇ ਵਿੱਚ ਵੜ ਗਏ, ਮਾਸ ਵੱਢਿਆ ਗਿਆ। ਕੁੱਤਿਆਂ ਦੇ ਵਿੱਚ ਸੜਕ ਤੇ ਬੈਠਾ ਰਹਿੰਦਾ, ਕੁੱਤਿਆਂ ਦੇ ਹੱਥ ਫੇਰੀ ਜਾਣਾ। ਕੁੱਤਿਆਂ ਵਾਲੀਆਂ ਮੱਖੀਆਂ ਸੀ ਜਿਹੜੀਆਂ, ਉਹਨਾਂ ਨੇ ਹੱਥ 'ਚ ਆਂਡੇ ਦੇ ਦਿੱਤੇ, ਉਹ ਕੀੜੇ ਪੈ ਗਏ। ਉਹਨਾਂ ਨੇ 3 ਦਿਨਾਂ ਦੇ ਵਿੱਚ ਹੀ ਵੀਰ ਦਾ ਅੱਧਾ ਹੱਥ ਖਾ ਲਿਆ। ਹਫ਼ਤਾ ਤੱਕ ਤਾਂ ਪਤਾ ਹੀ ਲੱਗਿਆ ਸੀ ਮੈਨੂੰ ਜੀ, ਮੇਰੇ ਭਰਾ ਨੇ ਦੱਸਿਆ ਤੱਕ ਨਹੀਂ ਪੂਰਾ ਕਿਵੇਂ ਚਾਹੀਦਾ। ਤੈਨੂੰ ਤਾਂ ਬਾਅਦ 2-3 ਮਹੀਨੇ ਬਾਅਦ ਸੁਰਤ ਆਈ ਪ੍ਰੋਪਰ, ਹਨਾ? ਯਾਨੀ ਕਿ ਇਹਨੂੰ ਜਮਾਂ ਹੀ ਸੁਰਤ ਨਹੀਂ ਸੀ। ਜਦੋਂ ਅਸੀਂ ਲੈ ਕੇ ਆਏ ਉੱਥੋਂ ਨਾ, ਇਹਦਾ ਭਰਾ ਵੀ ਇਹਨੂੰ ਸਾਂਭਦਾ ਨਹੀਂ ਸੀ। ਇਹਦਾ ਭਰਾ ਵੀ ਇਹਦੇ ਨਾਲ ਜਾਇਜ਼ੀਆਂ ਕਰਦਾ ਸੀ ਬਹੁਤ ਜ਼ਿਆਦਾ। ਉਸ ਤੋਂ ਬਾਅਦ ਜਦੋਂ ਉਹ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸਾਨੂੰ ਪਤਾ ਲੱਗਿਆ, ਉੱਥੋਂ ਸਾਡੇ ਵੀਰ ਫੋਨ ਕੀਤਾ, ਉਹਨਾਂ ਨੇ ਅਸੀਂ ਉਹਨੂੰ ਹਸਪਤਾਲ ਬੁਲਾ ਲਿਆ, ਦੀਪਕ ਹਸਪਤਾਲ। ਜਦੋਂ ਅਸੀਂ ਲੈ ਕੇ ਗਏ, ਜਦੋਂ ਉਹਦੀ ਪੱਟੀ ਖੋਲੀ, ਦੀਪਕ ਹਸਪਤਾਲ ਦਾ ਡਾਕਟਰਾਂ ਦਾ EMO ਅੱਜ ਵੀ ਉੱਥੇ ਵੀਰੋ ਹੈਪੀ ਸਿੰਘ ਡਾਕਟਰ MBBS ਆ। ਜਦੋਂ ਪੱਟੀ ਖੋਲੀ, ਉਹ ਵੀ ਪਹਿਲੇ ਦਿਨ ਹਸਪਤਾਲ ਆਇਆ ਸੀ, ਉਦੋਂ ਡਿਊਟੀ ਜੁਆਇਨ ਕੀਤੀ ਸੀ ਉਹਨੇ। ਤੇ ਉਹਨੂੰ ਚੱਕਰ ਆਉਣ ਲੱਗ ਗਏ, ਉਹਨੂੰ ਉਲਟੀਆਂ ਲੱਗ ਗਈਆਂ, ਉਹ ਭੱਜ ਕੇ ਬਾਹਰ ਆ ਗਿਆ ਕਮਰੇ। ਤੇ ਅਸੀਂ ਉਸ ਦਿਨ ਬਾਪੂ ਨੇ ਫਿਰ ਆਏ ਵੀਰ ਦੇ ਆਪ ਹੀ ਪੱਟੀਆਂ ਕੀਤੀਆਂ, ਆਪ ਹੀ ਉੱਥੇ ਕੀੜੇ ਕੱਢੇ। ਮੈਂ ਤੇ ਸਾਡਾ ਟੀਮ ਦਾ ਮੈਂਬਰ ਹਰਜਿੰਦਰ ਆ, ਅਸੀਂ ਦੋਨਾਂ ਜਣਿਆਂ ਨੇ ਤਾਰਪੀ ਦਾ ਤੇਲ ਪਾਈ ਗਏ ਤੇ ਕੀੜੇ ਕੱਢੀ ਗਏ। ਉਸ ਤੋਂ ਬਾਅਦ ਡਾਕਟਰ ਵੱਡੇ ਦਾ ਚੈੱਕ ਕਰਾਇਆ। ਦੂਜੇ ਦਿਨ ਗੱਲ ਕਰੀਏ, ਮੈਂਟਲੀ ਅਪਸੈਟ ਬਹੁਤ ਸੀ। ਇਹ ਆਪਦੀਆਂ ਪੱਟੀਆਂ ਲਾ ਕੇ ਖਾ ਲੈਂਦਾ ਸੀ। ਹੱਥ ਏਦਾਂ ਰੱਖ ਕੇ ਪੈ ਗਿਆ, ਹੱਥ ਚੋਂ ਕੀੜਾ ਨਿਕਲ ਕੇ ਇਹਦੀ ਅੱਖ 'ਚ ਵੜ ਗਿਆ। ਇਹਦੀ ਇਸ ਅੱਖ ਦੇ ਵਿੱਚ ਕੀੜਾ, ਇਸ ਅੱਖ 'ਚ ਵਿੱਚ ਕੀੜਾ ਵੜ ਗਿਆ ਜੀ, ਅੱਖ ਦੇ ਹੱਥ 'ਚੋਂ ਨਿਕਲ ਕੇ ਅੱਖ ਦੇ ਅੰਦਰਲੇ ਪਾਸੇ ਚਲਿਆ ਗਿਆ ਕੀੜਾ। ਅੱਖ ਏਡੀ ਹੋ ਗਈ ਸੁੱਜ ਕੇ। ਅਸੀਂ ਬਹੁਤ ਕੋਸ਼ਿਸ਼ ਕਰਕੇ 2-3 ਘੰਟੇ ਲਾ ਕੇ ਮਸਾਂ ਅੱਖ ਨੂੰ ਪੁੱਠੀ ਕਰ ਕਰਕੇ ਵਿੱਚੋਂ ਫਿਰ ਕੀੜਾ ਕੱਢਿਆ ਉਹ। ਤੇ ਉਸ ਤੋਂ ਬਾਅਦ ਫਿਰ ਇੰਨਾ ਮੈਂਟਲੀ ਅਪਸੈਟ ਸੀ ਵੀਰ, ਇਹਦੀ ਪੱਟੀਆਂ ਲਾ ਕੇ ਖਾਣ ਲੱਗ ਜਾਂਦਾ ਸੀਗਾ। ਕਿਸੇ ਗੁਆਂਢ ਦੇ ਬੈੱਡ ਦੇ ਉੱਤੇ ਪਏ ਬੰਦੇ ਦਾ ਚੱਕ ਕੇ ਕੁਝ ਖਾ ਲੈਣਾ। ਮੈਂਟਲੀ ਇੰਨਾ ਜ਼ਿਆਦਾ ਸਿੱਕ ਸੀ। ਉੱਥੇ ਮਤਲਬ ਦਵਾਈ ਪਈ ਬੀਟਾਡੀਨ, ਉਹ ਚੱਕ ਕੇ ਮੂੰਹ ਨੂੰ ਲਾ ਲਈ, ਜਾਣੀ ਕਿ ਦੁਨੀਆ ਦੀ ਸੁਰਤ ਹੀ ਨਹੀਂ ਸੀ। ਤੇ ਡਾਕਟਰ ਕਹੇ ਇਹਦੀ ਬਾਂਹ ਕੱਟਣੀ ਪੈਣੀ ਹੈ। ਜਿਹੜੇ ਕੀੜੇ ਬਹਿ ਕੇ ਗੈਂਗਰੀਨ ਹੋ ਗਈ, ਇੱਥੇ ਉਹਨਾਂ ਨੇ ਨਿਸ਼ਾਨੀ ਲਾਤੀ ਸੀ ਜੀ ਬਾਂਹ ਦੇ, ਵੀ ਇੱਥੋਂ ਬਾਂਹ ਕੱਟਣੀ ਪੈਣੀ ਆ ਕਹਿੰਦੇ। ਉਹ ਵਾਹਿਗੁਰੂ ਨੇ ਕਿਰਪਾ ਕੀਤੀ। ਅਸੀਂ ਕਿਹਾ ਵੀ ਨਹੀਂ, ਉਦੋਂ ਅਸੀਂ ਵੀ ਨਵੇਂ ਸੀ, ਪਰ ਅਸੀਂ ਕਿਹਾ ਵੀ ਅੰਗ ਨਹੀਂ ਕਟਾਉਣਾ। ਸਾਡਾ ਸ਼ੁਰੂ ਤੋਂ ਏਮ ਸੀ ਵੀ ਅਸੀਂ ਕਿਸੇ ਦਾ ਅੰਗ ਨਹੀਂ ਕਟਾਉਣਾ, ਵੀ ਅਸੀਂ ਅੰਗ ਬਚਾਉਣੇ ਆ, ਕਟਾਉਣੇ ਨਹੀਂ। ਅਸੀਂ ਸ਼ੁੱਧੀ ਕਰਾ ਕੇ ਲੈ ਆਏ। ਅਸੀਂ ਕਿਹਾ ਵੀ ਅਸੀਂ ਪੱਟੀਆਂ ਕਰਾਂਗੇ, ਕੋਈ ਨਾ 2-4 ਮਹੀਨੇ ਲੱਗ ਜਾਣਗੇ, ਜੇ ਨਹੀਂ ਹੋਊਗਾ ਵਧਾ ਤਾਂ ਜਦੋਂ ਮਰਜ਼ੀ ਲਈਏ। ਤੇ ਉਸ ਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਨਾਲ ਇਹਨੂੰ ਦਿਮਾਗ ਦੀ ਦਵਾਈ ਸ਼ੁਰੂ ਕਰਾਤੀ। ਹੌਲੀ 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 ਇਹ ਮੈਂਟਲੀ ਵੀ ਠੀਕ ਹੋਣ ਲੱਗ ਗਿਆ। ਇਹਦੀ ਹੱਥ ਵੀ ਅੰਗੂਠੇ ਦੀ ਹੱਡੀ ਨਿਕਲ ਕੇ ਬਾਹਰ ਡਿੱਗ ਪਈ, ਇਹਦੀ ਲੈ ਗਈ ਵਿੱਚੋਂ, ਤੇ ਹੱਥ ਇਹਦਾ ਬਚ ਗਿਆ। ਅੱਜ ਇਸੇ ਹੱਥ ਦੀਆਂ 4 ਉਂਗਲਾਂ ਦੇ ਨਾਲ ਇਹ ਕੰਮ ਕਰ ਸਕਦਾ। ਇੱਕ ਉਂਗਲ ਨਹੀਂ ਚੱਲਦੀ, 3 ਉਂਗਲਾਂ ਵਧੀਆ ਕੰਮ ਕਰਦੀਆਂ ਨੇ ਇਹਦੀਆਂ। ਅਸੀਂ ਯਾਨੀ ਕਿ ਉਸ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਵੀ ਜਿਹਨੇ ਸਾਡੀ ਗੱਲ ਚੁੱਕੀਆਂ ਦੀ ਏਡੀ ਵੱਡੀ ਡਿਊਟੀ ਲਾਈ। ਤੇ ਅਸੀਂ ਇਸ ਵੀਰ ਦੇ ਬਾਂਹ ਕੱਟਣ ਤੋਂ, ਸਾਡੇ ਡਾਕਟਰ ਤਾਂ ਜੀ ਇਦਾਂ 1 ਮਿੰਟ ਲਾਉਂਦੇ ਆ ਬਾਂਹ ਵੱਢਣ ਹੁੰਦਾ, 1 ਮਿੰਟ। ਤੁਹਾਨੂੰ ਥੋੜਾ ਦੂਰੋਂ ਹੀ ਅਸੀਂ ਇੱਕ ਦਿਖਾਉਂਦੇ ਆ।
ਇਹਦਾ ਬਾਈ ਦੀ ਬਾਂਹ ਦਾ ਬਾਬੂ ਖੜਦਾ ਆ ਇਹਦਾ ਹੱਥ ਸੀਗਾ ਜੀ ਵੀਰ ਦੇ ਆਹ ਹਾਲਾਤ ਸੀ ਤੇ ਆਹ ਹਰਿੰਦਰ ਸੀ ਉਦੋਂ। ਅੱਜ ਦਾ ਹਰਿੰਦਰ ਤੇ ਉਸ ਦਿਨ ਦਾ ਹਰਿੰਦਰ ਤੁਸੀਂ ਦੇਖ ਸਕਦੇ ਹੋ। ਯਾਨੀ ਕਿ ਇਦਾਂ ਦੀਆਂ ਸੇਵਾਵਾਂ ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਲੈਂਦੇ ਨੇ। ਗੁਰਪ੍ਰੀਤ ਦਾ ਵੀਰ ਸਾਡਾ ਖੜਾ ਅੱਖਾਂ ਤੋਂ ਬਲਾਈਂਡ ਸੀ, ਸਾਡਾ ਵੀਰ ਦਿਖਾਈ ਨਹੀਂ ਸੀ ਦਿੰਦਾ, ਅੱਖਾਂ 'ਚ ਪੱਸ ਪਈ ਹੋਈ ਸੀ, ਘਰ 'ਚ ਪਿਆਰ ਰੋਈ ਜਾਂਦਾ ਸੀ। ਵਾਈਫ ਛੱਡ ਕੇ ਚਲੇ ਗਈ ਸੀ, ਪਰਿਵਾਰ ਦੇ ਸਾਰੇ ਮੈਂਬਰਾਂ ਨੇ ਛੱਡਤਾ, ਰੋ ਕੇ ਅੱਖਾਂ ਗਲ ਗਈਆਂ। ਅੱਖਾਂ ਦੀਆਂ ਜਿਹੜੀਆਂ ਆਪਣੇ ਹੁੰਦੀਆਂ ਕੋਰਨੀਆਂ ਉਹਨਾਂ 'ਚ ਪੱਸ ਪੈ ਗਈ, ਚਿੱਟੀਆਂ ਹੋ ਗਈਆਂ ਗਲ ਕੇ, ਬਲਾਈਂਡ ਹੋ ਗਿਆ ਅੱਖਾਂ ਤੋਂ। ਪਿੰਡ ਦੇ ਨੌਜਵਾਨ ਵੀਰਾਂ ਨੇ ਸਾਡੇ ਨਾਲ ਸੰਪਰਕ ਕੀਤਾ, ਫਲੋਰ ਦੇ ਕੋਲੇ ਇਹਦਾ ਪਿੰਡ ਆ ਵੀਰ ਦਾ ਆਪਣਾ ਕਾਂਗਾ ਰਾਈ, ਉੱਥੋਂ ਵੀਰ ਨੂੰ ਅਸੀਂ ਲੈ ਕੇ ਆਏ। ਕਈ ਆਪਰੇਸ਼ਨ ਹੋਏ ਅੱਖਾਂ ਦੇ। ਪਹਿਲਾਂ ਤਾਂ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀ ਵੀ ਇਹਦੀ ਅੱਖਾਂ ਦੀ ਰੋਸ਼ਨੀ ਨਹੀਂ ਆ ਸਕਦੀ, ਪਰ ਜਦੋਂ ਵਾਹਿਗੁਰੂ ਆ ਕੇ ਨਾਲ ਖੜਦਾ ਨਾ, ਤੁਹਾਡੀਆਂ ਫਿਰ ਦੁਆਵਾਂ ਤੇ ਅਰਦਾਸਾਂ ਐਦਾਂ ਕੰਮ ਕਰਦੀਆਂ ਵਾ ਵੀ ਅੱਜ ਗੁਰਪ੍ਰੀਤ ਸਾਡੇ ਇੱਥੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਉਹਨਾਂ ਮੈਂਬਰਾਂ ਚੋਂ ਆ ਜਿਹੜੇ ਸਭ ਤੋਂ ਵੱਧ ਸੇਵਾ ਕਰਦੇ ਨੇ। ਆਹ ਗੁਰਪ੍ਰੀਤ ਦੀਆਂ ਉਸ ਟਾਈਮ ਦੀਆਂ ਅੱਖਾਂ ਸੀਗੀਆਂ ਤੇ ਆਹ ਗੁਰਪ੍ਰੀਤ ਨੂੰ ਜਿਹੜੇ ਛੱਡਣ ਆਏ ਸੀਗੇ ਵੀਰ ਨਾਲ ਖੜੇ। ਤੇ ਆਹ ਅੱਖਾਂ ਦੇ ਹਾਲਾਤ ਸੀ ਗੁਰਪ੍ਰੀਤ ਦੀਆਂ ਦੇ ਦੇਖੋ। ਤੇ ਆਹ ਗੁਰਪ੍ਰੀਤ ਦਾ ਚਿਹਰਾ ਸੀ ਉਦੋਂ ਦਾ ਤੇ ਆਹ ਅੱਜ ਦਾ ਚਿਹਰਾ ਤੇ ਉਦੋਂ ਦਾ ਚਿਹਰਾ, ਕੀ ਫਰਕ ਆ। ਗੁਰਪ੍ਰੀਤ ਕਿਵੇਂ ਵੀਰੇ, ਇੱਥੇ ਕਿਵੇਂ ਦਾ ਲੱਗਦਾ ਤੈਨੂੰ? ਬਹੁਤ ਵਧੀਆ, ਕੂਲਰ ਬੰਦ ਕਰੋ ਕਰਤਾ। ਬਹੁਤ ਵਧੀਆ ਲੱਗਦਾ। ਓਕੇ, ਕੀ ਕਰਦਾ ਵੀਰੇ ਤੇ ਸਵੇਰ ਤੋਂ ਸ਼ਾਮ ਤੱਕ ਤੁਸੀਂ? ਸਵੇਰੇ ਪਹਿਲਾਂ ਤੇ ਬੰਦੇ ਨਾਲ ਹੁੰਦਾ ਜੀ, ਉਹਨਾਂ ਦੇ ਕੱਪੜੇ ਪਵਾਈਦੇ ਆ ਜੀ ਉਸ ਤੋਂ ਬਾਅਦ ਦਵਾਈਆਂ ਵੰਡੀ ਦੀਆਂ ਜੀ ਤੇ ਪ੍ਰਸ਼ਾਦਾ ਛਕਾਈਦਾ ਜੀ ਉਸ ਤੋਂ ਬਾਅਦ ਕੱਪੜੇ ਛੰਟੀ ਕਰੀਦੇ ਸਾਰਿਆਂ ਦੇ ਦੂਸਰੇ ਦਿਨ ਪਵਾਉਣੇ। ਓਕੇ ਜੀ। ਫਿਰ ਦਵਾਈਆਂ ਰਾਤ ਨੂੰ ਵੀ ਦਿੰਦੇ ਹੋ? ਹਾਂਜੀ ਫਿਰ ਰਾਤ ਨੂੰ। ਇੱਥੇ ਮਨ ਲੱਗਿਆ ਹੋਇਆ ਜੀ? ਹਾਂਜੀ ਮਨ ਬਹੁਤ ਵਧੀਆ ਲੱਗਦਾ ਜੀ। ਕਿਵੇਂ ਲੱਗਦਾ ਇੱਥੇ ਰਹਿ ਕੇ? ਬਹੁਤ ਵਧੀਆ ਲੱਗਦਾ ਜੀ। ਹੁਣ ਅੱਖਾਂ ਦੀ ਰੋਸ਼ਨੀ ਠੀਕ ਆ ਦੋਨਾਂ ਦੀ? ਹਾਂਜੀ ਬਿਲਕੁਲ ਠੀਕ। ਪਹਿਲਾਂ ਕੀ ਕਹਿੰਦੇ ਸੀ ਡਾਕਟਰ? ਪਹਿਲਾਂ ਡਾਕਟਰਾਂ ਨੇ ਬਿਲਕੁਲ ਹੀ ਜਵਾਬ ਦੇ ਦਿੱਤਾ ਸੀ ਜੀ, ਤੇ ਜਦੋਂ ਜਾਈਦਾ ਸੀ ਜਿੱਥੇ ਵੀ ਜਾਈਦਾ ਸੀ ਉਹ ਜਵਾਬ ਦਿੰਦੇ ਸੀ। ਮੈਨੂੰ ਉਸ ਟਾਈਮ ਦੀਦਾ ਤਾਂ ਨਹੀਂ ਸੀ ਸੁਣਦਾ, ਸਭ ਤੋਂ ਸਲਾ CMC ਗਏ, ਹੋਰ ਮੇਰੇ ਡਾਕਟਰ ਦੇ ਗਏ, ਸਾਰਿਆਂ ਨੇ ਜਵਾਬ ਦੇ ਦਿੱਤਾ ਸੀ। DMC ਵਾਲੇ ਡਾਕਟਰ ਵੀ ਪਹਿਲਾਂ ਜਵਾਬ ਦਿੰਦੇ ਸੀ ਤੇ ਉਹ ਕਹਿੰਦੇ ਵੀ ਪੈਸੇ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ, ਤੇ ਜਿੱਦਾਂ ਤੁਸੀਂ ਕਿਹਾ ਵੀ ਪੈਸਿਆਂ ਦੀ ਕੋਈ ਚਿੰਤਾ ਦੀ ਗੱਲ ਨਹੀਂ, ਸਾਨੂੰ ਨਿਗਾਹ ਹੋਣੀ ਚਾਹੀਦੀ ਹੈ ਵੀ ਤੁਸੀਂ ਰੈਸਟ ਲੈ ਕੇ ਦੇਖੋ ਜਾਂ ਕੁਛ ਵੀ ਕਰੋ। ਤੇ ਉਹਨੇ ਆਪਰੇਸ਼ਨ ਕੀਤਾ ਪਹਿਲਾਂ ਤੇ ਦੁਬਾਰਾ ਫਿਰ ਅੱਖਾਂ ਦੀ ਪੁਤਲੀ ਫਟ ਗਈ। ਉਸ ਤੋਂ ਬਾਅਦ 'ਚ ਫਿਰ ਉਹਨੇ ਥੋੜ੍ਹਾ ਟਾਈਮ ਦਵਾਈਆਂ ਪਾ ਕੇ ਸੈੱਟ ਕਰਕੇ ਆਪਰੇਸ਼ਨ ਕੀਤਾ। ਸੱਜੀ ਅੱਖ ਦੀ ਤਾਂ ਇੱਕ ਆਪਰੇਸ਼ਨ ਦੇ ਨਾਲ ਹੀ ਨਿਗਾਹ ਗਈ ਜੀ, ਖੱਬੀ ਅੱਖ ਦੇ 5-6 ਆਪਰੇਸ਼ਨ। ਉਸ ਤੋਂ ਵੀ ਹੁਣ ਠੀਕ ਹੈ ਜੀ। ਹੁਣ ਦੋਨੋਂ ਅੱਖਾਂ ਠੀਕ ਨੇ? ਹਾਂਜੀ ਦੋਨੋਂ। ਯਾਨੀ ਕਿ ਇਹ ਚਮਤਕਾਰ ਆ ਜੀ। ਇਸ ਤੋਂ ਵੱਡਾ ਹੋਰ ਕੀ ਚਮਤਕਾਰ ਹੋ? ਸਾਨੂੰ ਸੇਵਾ ਕਰਨ ਦਾ ਜਜ਼ਬਾ, ਸਾਡੇ ਵਿੱਚ ਜਿਹੜਾ ਕਹਿੰਦੀ ਇੱਕ એનર્ਜੀ, ਇੱਕ ਬੂਸਟ ਭਰਨਾ ਮਹਾਰਾਜ ਨੇ, ਉਹ ਇਹ ਇਦਾਂ ਦੀਆਂ ਜਿਹੜੀਆਂ ਗੱਲਾਂ ਦੇ ਨਾਲ ਹੁੰਦਾ। ਅਸੀਂ ਜਦੋਂ ਵੀਰ ਨੂੰ ਹਸਪੀਟਲ ਲੈ ਕੇ ਗਏ, CMC ਵਾਲਿਆਂ ਨੇ ਵੀ ਜਵਾਬ ਦੇ ਦਿੱਤਾ, DMC ਵਾਲਿਆਂ ਨੇ, ਡਾਕਟਰ ਰਮੇਸ਼ ਨੇ, ਡਾਕਟਰ ਸ਼ੰਕਰਾ ਹਸਪੀਟਲ ਬਹੁਤ ਵੱਡਾ, ਸਾਰਿਆਂ ਨੇ ਕਹਿੰਦੇ ਇਹਦੀ ਅੱਖਾਂ ਦੀ ਰੋਸ਼ਨੀ ਨਹੀਂ ਆ ਸਕਦੀ, ਜੋ ਮਰਜ਼ੀ ਕਰ। ਉਹ ਵਾਹਿਗੁਰੂ ਤੇ ਭਰੋਸਾ ਸੀ, ਉਹਦੇ ਅੱਗੇ ਅਰਦਾਸ ਕਰੀ ਸੀ। ਸਾਰੇ ਮੈਂਬਰਾਂ ਨੂੰ ਬੇਨਤੀ ਕਰਦੀ, ਭਾਈ ਅਰਦਾਸ ਕਰੋ ਵੀ ਇਹਦੀ ਅੱਖਾਂ ਦੀ ਰੋਸ਼ਨੀ ਆ ਜਾਵੇ, ਅਰਦਾਸ ਕਰੋ ਇਹਦੀ ਅੱਖਾਂ ਦੀ ਰੋਸ਼ਨੀ ਆ ਜਾਵੇ। ਅਰਦਾਸਾਂ ਸੁਣ ਲਈਆਂ ਮਹਾਰਾਜ ਸੱਚੇ ਪਾਤਸ਼ਾਹ ਨੇ। ਅੱਜ ਤੁਹਾਡੇ ਸਾਹਮਣੇ ਖੜਾ ਇਹ ਬੰਦਾ ਜਿਹਨੂੰ ਸਾਰੇ ਡਾਕਟਰਾਂ ਨੇ, ਵੱਡੇ ਵੱਡੇ ਹਸਪਤਾਲਾਂ ਨੇ ਜਵਾਬ ਦਿੱਤਾ ਸੀ ਵੀ ਇਹਦੀ ਅੱਖਾਂ ਦੀ ਰੋਸ਼ਨੀ ਨਹੀਂ ਆ ਸਕਦੀ, ਅੱਜ ਦੋਨੇ ਅੱਖਾਂ ਤੋਂ ਦੇਖ ਰਿਹਾ, ਦੋਨੇ ਅੱਖਾਂ ਤੋਂ ਦੇਖ ਰਿਹਾ। ਇਹ ਆ ਸਾਡੇ ਇਸ ਪਰਿਵਾਰ ਦਾ, ਇਸ ਸੁਪਨਿਆਂ ਦੇ ਘਰ ਦੇ ਚਮਤਕਾਰ। ਆਪਾਂ ਕਹਿੰਦੇ ਆ ਉਸ ਮੜੀ ਤੇ ਮੱਥਾ ਟੇਕ ਕੇ ਆਈਏ, ਉਸ ਮਸਾਣਾ ਤੇ ਮੱਥਾ ਟੇਕ ਕੇ ਆਈਏ, ਸੁਣੀਆਂ ਜਾਂਦੀਆਂ, ਪੂਰੀਆਂ ਹੁੰਦੀਆਂ। ਸਾਈਆਂ ਦੇ ਵਿਹੜੇ ਚਲੇ ਜਾਓ, ਮਸਤਾਂ ਦੇ ਵਿਹੜੇ ਚਲੇ ਜਾਓ। ਇੱਥੇ ਆ ਵੀ ਇੱਕ ਵਿਹੜਾ, ਇਹ ਰੱਬਾਂ ਦਾ ਵਿਹੜਾ, ਇਹ ਸੁਪਨਿਆਂ ਦਾ ਘਰ ਆ, ਇਹ ਇਹਨਾਂ ਰੱਬਾਂ ਦਾ ਵਿਹੜਾ ਹੈ। ਕਿਤੇ ਇੱਥੇ ਆ ਕੇ ਸੁੱਖ ਕੇ ਦੇਖਿਓ, ਕਿਤੇ ਇੱਥੇ ਆ ਕੇ ਇਹਨਾਂ ਦੇ ਮਨ ਖੁਸ਼ ਕਰਨ ਵਾਲੀ ਕੋਈ ਚੀਜ਼ ਇਹਨਾਂ ਨੂੰ ਛਕਾ ਕੇ, ਇਹਨਾਂ ਦੇ ਨਾਲ ਜਨਮ ਦਿਨ ਮਨਾ ਕੇ, ਇਹਨਾਂ ਦੇ ਨਾਲ ਮੈਰਿਜ ਐਨਵਰਸਰੀਆਂ ਮਨਾ ਕੇ ਦੇਖਿਓ, ਤੁਹਾਨੂੰ ਪਤਾ ਲੱਗੂ ਤੁਹਾਡੀਆਂ ਮਨੋਕਾਮਨਾ ਕਿੱਦਾਂ ਪੂਰੀਆਂ ਹੁੰਦੀਆਂ। ਰੱਬ ਇੱਥੇ ਵਸਦਾ, ਰੱਬ ਨਾ ਮੰਦਰਾਂ 'ਚ, ਨਾ ਮਸੀਤਾਂ 'ਚ, ਰੱਬ ਨਾ ਗਿਰਜਿਆਂ ਦੇ ਵਿੱਚ ਆ,
ਤੇ ਨਾ ਗੁਰਦੁਆਰਿਆਂ ਦੇ ਵਿੱਚ ਆ। ਰੱਬ ਬੰਦਿਆਂ 'ਚ ਆ, ਰੱਬ ਇਨਸਾਨਾਂ 'ਚ ਆ, ਰੱਬ ਤੁਹਾਡੇ 'ਚ ਆ, ਰੱਬ ਸਾਡੇ 'ਚ ਆ, ਰੱਬ ਬੱਚੇ 'ਚ ਆ, ਰੱਬ ਕਣ 'ਚ ਆ, ਰੱਬ ਕੁਦਰਤ 'ਚ ਆ। ਬਸ ਰੱਬ ਨੂੰ ਦੇਖਣ ਵਾਲੀ ਅੱਖ ਚਾਹੀਦੀ। ਸਾਡੀਆਂ ਤੁਸੀਂ ਵੀ ਸਾਰੇ ਸ਼ਾਇਦ ਸੋਚਦੇ ਹੋਵੋਗੇ ਵੀ ਗੱਲ ਸਰਪੰਚੀ ਦੀ ਕਰਦੇ ਸੀ ਤੇ ਮੈਟਰ ਬੜਾ ਇਮੋਸ਼ਨਲ ਜਿਹਾ ਕ੍ਰੀਏਟ ਕਰ ਲਿਆ ਸੀ, ਤੇ ਪਰ ਸਾਡੀ ਜਿਹੜੀ ਜਜ਼ਬਾਤਾਂ ਦੀ ਲੜੀ ਆ ਟੁੱਟਣ ਦਾ ਨਾਂ ਨਹੀਂ ਲੈਂਦੀ ਜਦੋਂ ਸ਼ੁਰੂ ਹੋ ਜਾਂਦੀ। ਇਹ ਸਾਡੇ ਜਜ਼ਬਾਤ ਆ, ਜਜ਼ਬਾਤੀ ਹੋਣ ਦੇ ਕਾਰਨ ਹੀ ਅਸੀਂ ਆਹ ਕੁਛ ਕਰ ਪਾਏ ਆ। ਜਜ਼ਬਾਤੀ ਹੋਣ ਦੇ ਕਾਰਨ ਹੀ 200 ਪਰਿਵਾਰਾਂ ਦੇ ਮੈਂਬਰ ਆ, ਜਿਹੜੇ ਅਸੀਂ ਮੈਂਬਰ ਆ ਇਸ ਪਰਿਵਾਰ ਦੇ ਲਈ ਬੈਠੇ ਆ। 250-300 ਦੇ ਕਰੀਬ ਬੰਦੇ ਘਰਾਂ 'ਚ ਪਹੁੰਚਦੇ ਹੋ ਚੁੱਕੇ ਆ, ਜਿਹੜੇ ਨੈਗਲੈਕਟ ਕਰਦੇ ਸੀ, ਜਿਹੜੇ ਬੇਘਰ ਹੋ ਗਏ ਸੀ। 150 ਦੇ ਕਰੀਬ ਬੰਦੇ ਗੁਰੂ ਦੇ ਘਰ ਪਹੁੰਚ ਗਏ, ਵਾਹਿਗੁਰੂ ਦੇ ਚਰਨਾਂ 'ਚ ਜਾ ਪਹੁੰਚੇ, ਉਹਨਾਂ ਦੇ ਸੰਸਕਾਰ ਕੀਤੇ, ਉਹਨਾਂ ਦੇ ਸਹਿਜ ਪਾਠ ਦੇ ਭੋਗ ਪਾਏ, ਉਹਨਾਂ ਦੇ ਜਿਹੜੀਆਂ ਅਸਥੀਆਂ, ਉਹਨਾਂ ਦੇ ਫੁੱਲ ਗੁਰਦੁਆਰਾ ਕਟਾਣਾ ਸਾਹਿਬ ਜਾ ਕੇ ਜਲ ਪ੍ਰਵਾਹ ਕਰਕੇ ਆਏ। 750-800 ਦੇ ਕਰੀਬ ਬੰਦਿਆਂ ਦੇ ਸੰਗਲ ਖੁੱਲ ਚੁੱਕੇ ਆ, ਜਿਹੜੇ ਸੰਗਲਾਂ ਨਾਲ ਬੰਨੇ ਸੀ ਘਰਾਂ 'ਚ। ਦਵਾਈਆਂ ਦਵਾਉਂਦੇ ਹਰ ਮਹੀਨੇ। ਲੋਕਡਾਊਨ ਦੇ ਵਿੱਚ ਵੀ ਮਰੀਜ਼ਾਂ ਦੀਆਂ ਦਵਾਈਆਂ ਨਿਰੰਤਰ ਚੱਲ ਰਹੀਆਂ, ਜਾਂ ਉੱਥੇ ਪਹੁੰਚਦੀਆਂ ਕਰਦੇ ਆ ਜਾਂ ਉਹ ਲੈ ਕੇ ਜਾਂਦੇ ਆ। ਰਾਸ਼ਨ ਦੇ ਰਹੇ ਆ 100-150 ਪਰਿਵਾਰ ਨੂੰ। ਹੁਣ ਤੱਕ 22-23 ਬੰਦਿਆਂ ਦੀ ਅੱਖਾਂ ਦੀ ਰੋਸ਼ਨੀ, ਜਿਹੜੇ ਬਲਾਈਂਡ ਸੀ, ਉਹ ਆ ਚੁੱਕੀ ਆ। ਹੁਣ ਤੱਕ ਕਰੀਬ 200-250 ਅੱਖਾਂ ਦੇ ਆਪਰੇਸ਼ਨ ਕਰਵਾ ਚੁੱਕਿਆ ਇਹ ਪਰਿਵਾਰ। ਹੁਣ ਤੱਕ ਇਹ ਪਰਿਵਾਰ ਅਰਬਾਂ ਖਾਬਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਚੁੱਕਿਆ। ਤੇ ਜੇ ਪੈਸੇ ਦੀ ਗੱਲ ਕਰੀਏ, ਅਸੀਂ ਪੈਸਾ ਅੱਜ ਦੀ ਡੇਟ 'ਚ ਚਾਹੀਏ ਅਸੀਂ ਕਰੋੜਾਂ ਰੁਪਏ ਇਕੱਠਾ ਕਰ ਸਕਦੇ ਸੀ। ਜਿੰਨੀ ਸੰਗਤ, ਜਿੰਨਾ ਪਿਆਰ ਸਾਨੂੰ ਮਿਲਿਆ, ਸੰਸਥਾ ਨੂੰ ਇਸ ਨੂੰ ਮਿਲਿਆ, ਕਿਸੇ ਸੰਸਥਾ ਨੂੰ ਕਿਸੇ ਨੂੰ ਸ਼ਾਇਦ ਮਿਲਿਆ ਨਹੀਂ ਹੋਣਾ, ਕਿਉਂਕਿ ਹਰੇਕ ਨੂੰ ਆਪਦੇ ਥਾਲੀ ਤੋਂ ਵੱਡਾ ਲੱਗਦਾ। ਸ਼ਾਇਦ ਸਾਨੂੰ ਇਹ ਲੱਗਦਾ ਹੋਵੇ, ਹੋ ਸਕਦਾ ਉਹਨਾਂ ਨੂੰ ਵੀ ਮਿਲਦਾ ਹੋਵੇ। ਜਿੰਨਾ ਪਿਆਰ ਸਾਨੂੰ ਮਿਲਿਆ ਪਰਿਵਾਰ ਨੂੰ, ਅਸੀਂ ਕਹਿ ਦਈਏ ਵੀ ਅੜ ਗਏ ਵੀ ਅਸੀਂ ਪੈਸੇ ਨਹੀਂ ਲੈਂਦੇ, ਸਾਨੂੰ ਪੁਰਾਣੀਆਂ ਚੀਜ਼ਾਂ ਲਿਆ ਕੇ ਦਿਓ, ਲੋਕ ਚੀਜ਼ਾਂ ਲਿਆ ਕੇ ਦਿੰਦੇ ਆ। ਅਸੀਂ ਕਹਿਤਾ ਵੀ ਸਾਨੂੰ ਰਾਸ਼ਨ, ਕੱਪੜੇ, ਦਵਾਈਆਂ, ਮੈਡੀਕਲ ਸਹੂਲਤਾਂ, ਹਸਪਤਾਲਾਂ ਦੇ ਬਿੱਲ ਆਪ ਆ ਕੇ ਦੇ ਕੇ ਜਾਓ। ਭੈਣ ਭਰਾ ਆਪ ਆ ਕੇ ਦੇ ਕੇ ਜਾਂਦੇ, ਐਕਸਟਰਾ 'ਚ ਦੇ ਕੇ ਜਾਂਦੇ ਨੇ, ਲੋੜ ਤੋਂ ਵੱਧ। ਰਾਸ਼ਨ ਸਾਡੇ ਕੋਲ ਏਦਾਂ ਸ਼ੱਕ ਨਹੀਂ ਹੁੰਦਾ, ਕੱਪੜਾ ਇੰਨਾ ਸਾਤੋਂ ਪਾ ਨਹੀਂ ਹੁੰਦਾ, ਦਵਾਈਆਂ ਸਾਤੋਂ ਇੰਨੀਆਂ ਵਰਤਾ ਨਹੀਂ ਹੁੰਦੀਆਂ। ਬਿਲਡਿੰਗ ਅਸੀਂ ਪਾਉਣ ਲੱਗੇ ਆ, ਹਰ ਚੀਜ਼ ਹਰ ਸਰੀਆ, ਸੀਮੈਂਟ, ਰੇਤਾ, ਬਜਰੀ, ਹਰ ਚੀਜ਼ ਵਾਹਿਗੁਰੂ ਪਾਉਣ ਲੱਗਾ। ਦੁੱਧ ਸਾਡੇ ਕਰੀਬ 2 ਤੋਂ 2.5 ਲੱਖ ਰੁਪਏ ਦਾ ਹਰ ਮਹੀਨੇ ਦਾ ਦੁੱਧ ਲੱਗਦਾ। ਸਾਡੇ ਦੁੱਧ ਦਾ ਬਿੱਲ ਕੌਣ ਦੇ ਕੇ ਜਾਂਦਾ ਸਾਨੂੰ ਪਤਾ ਹੀ ਨਹੀਂ। ਡੈਰੀ ਵਾਲੇ ਨੂੰ ਕਿਤੇ ਮੰਗਣੇ ਨਹੀਂ ਪੈਂਦੇ ਪੈਸੇ, ਜਿੱਥੋਂ ਅਸੀਂ ਦੁੱਧ ਲੈਂਦੇ ਆ ਉਹਨਾਂ ਨੂੰ ਕਹਿਣਾ ਨਹੀਂ ਪੈਂਦਾ। ਮਹਾਰਾਜ ਭੇਜਦਾ ਕੋਈ 10,000, ਕੋਈ 5,000, ਕੋਈ 2,000, ਕੋਈ 3,000 ਉੱਥੇ ਜਮ੍ਹਾਂ ਕਰਾਈ ਜਾਂਦੇ ਜਾ ਕੇ ਡੈਰੀ ਤੇ। ਹਸਪਤਾਲਾਂ ਦੇ ਵਿੱਚ ਜਦੋਂ ਵੀ ਕਿਤੇ ਸਾਡੇ ਵੱਲ ਉਹਨਾਂ ਦੇ ਥੋੜੇ ਪੈਸੇ ਵੱਧਦੇ ਆ ਨਾ, ਸਾਨੂੰ ਜ਼ਰੂਰ ਡਰ ਲੱਗਣ ਲੱਗ ਜਾਂਦਾ ਵੀ ਯਾਰ ਪੈਸੇ ਵੱਧ ਗਏ। ਜਿਵੇਂ ਐਕਟੀ ਲਾਕਡਾਊਨ ਦੇ ਵਿੱਚ 11-12 ਲੱਖ ਰੁਪਇਆ ਇੱਕ ਹਸਪਤਾਲ ਦਾ ਹੋ ਗਏ, ਯਾਨੀ ਕਿ ਕਰੀਬ 22-23 ਲੱਖ ਰੁਪਇਆ ਹਸਪਤਾਲ ਦਾ ਹੋ ਗਏ ਸਾਡੇ ਵੱਲ। ਪਰ ਸਾਨੂੰ ਜ਼ਰੂਰ ਡਰ ਲੱਗਿਆ, ਪਰ ਉਸ ਕਾਲਪੁਰਖ ਵਾਹਿਗੁਰੂ ਨੇ ਸਾਡੇ ਤੱਕ ਉਹ ਡਰ ਨੂੰ ਪਹੁੰਚਣ ਨਹੀਂ ਦਿੱਤਾ। ਅੱਜ ਅਸੀਂ ਹਸਪਤਾਲ ਬਣਾਉਣ ਦਾ ਸੁਪਨਾ ਲੈ ਰਹੇ ਹਾਂ, ਅੱਜ ਅਸੀਂ ਇੱਕ ਸਕੂਲ ਖੋਲ੍ਹਣ ਦਾ ਸੁਪਨਾ ਲੈ ਰਹੇ ਹਾਂ। ਸੋਨੂੰ ਦੀ ਇੱਕ ਡਿਮਾਂਡ ਸੀਗੀ ਸਕੂਲ ਬਾਰੇ। ਸੋਨੂੰ ਜਿਹੜੇ ਸਕੂਲ ਬਾਰੇ ਗੱਲ ਕਰਦੇ ਸੀਗੇ ਉਹ ਵੀ ਦੱਸ ਸੰਗਤ ਨੂੰ। ਹਾਂਜੀ, ਸਕੂਲ ਵੀ ਬਣਾਵਾਂਗੇ ਜੀ। ਕਾਹਦੇ ਵਾਸਤੇ ਆ? ਜਿਹੜੇ ਹੈਂਡੀਕੈਪ ਬੱਚੇ ਸਾਡੇ ਵਰਗੇ ਆ, ਜਾਂ ਹੋਰ ਬੱਚੇ ਵਰਗੇ, ਜਾਂ ਹੋਰ ਸ਼ਹਿਰਾਂ 'ਚ ਜੀ, ਸਾਰਿਆਂ ਵਾਸਤੇ ਸਕੂਲ ਬਣਾਏ। ਇਹ ਸਾਡਾ ਇੱਕ ਸੁਪਨਾ ਵਾ ਜੀ ਸਕੂਲ ਦਾ। ਸੁਪਨਾ ਕੀ ਆ ਵੀ ਜਦੋਂ ਅਸੀਂ ਸਾਡੇ ਕੋਲੇ 10 ਬੱਚੇ ਏਦਾਂ ਦੇ ਜਿਹੜੇ ਡਿਸੇਬਲਡ ਬੱਚੇ ਨੇ, ਪੰਡਤ, ਗੁਰਦਿੱਤਾ, ਸੋਨੂ, ਕੋਮਲ, ਇਦਾਂ ਦੇ ਬੱਚੇ ਆ। ਬਹੁਤ ਬੱਚੇ ਇਦਾਂ ਦੇ ਜਿਹੜੇ ਘਰਾਂ 'ਚ, ਮੰਨ ਲਓ ਕਿਸੇ ਦੇ ਘਰ ਦੇ ਵਿੱਚ ਅੰਗਹੀਣ ਬੱਚਾ ਪੈਦਾ ਹੋ ਗਿਆ, ਜਾਂ ਮੈਂਟਲੀ ਅਪਸੈਟ ਬੱਚਾ ਪੈਦਾ ਹੋ ਗਿਆ, ਜਾਂ ਫਿਜ਼ੀਕਲੀ ਡਿਸੇਬਲਡ ਬੱਚਾ ਪੈਦਾ ਹੋ ਗਿਆ। ਉਹਨਾਂ ਦੀ ਜੋ ਦੁਰਦਸ਼ਾ ਹੁੰਦੀ ਗਰੀਬ ਘਰ 'ਚ, ਮਿਡਲ ਕਲਾਸ ਘਰਾਂ 'ਚ, ਅਮੀਰਾਂ ਦੇ ਤਾਂ ਉੱਤੇ ਵੀ ਅਸੀਂ ਪੈਂਦੇ ਆ, ਗਰੀਬਾਂ ਦੀ ਗੱਲ ਕਰਦੇ ਆ। ਉਹਨਾਂ ਦੇ ਫਿਰ ਕੀ ਹੁੰਦਾ ਹਾਲਾਤ? ਗੁਰਦਿੱਤੇ ਦੇ ਕੀ ਹਾਲਾਤ ਸੀਗੇ? ਗੁਰਦਿੱਤਾ ਆਪਣੇ ਘਰ ਦੇ ਵਿੱਚ ਪਿਆ ਸੀ। ਅੱਜ ਜਦੋਂ ਗੁਰਦਿੱਤੇ ਨੂੰ ਲੈ ਕੇ ਆਏ ਸੀ, ਕੀ ਹਾਲਾਤ ਸੀ ਗੁਰਦਿੱਤੇ ਦੇ? ਬਹੁਤ ਮਾੜੀ ਹਾਲਤ ਸੀਗੀ ਜੀ, ਇਹਦੀ ਲੱਤ ਗਲੀ ਹੋਈ ਸੀ ਉਸ ਟਾਈਮ, ਤੇ ਬਹੁਤ ਜ਼ਿਆਦਾ ਕਮਜ਼ੋਰ ਸੀਗਾ। ਸੜਕ ਤੇ ਬਹੁਤ ਮਾੜੀ ਹਾਲਤ ਦੇ ਵਿੱਚ ਰਹਿੰਦਾ ਸੀ। ਇੱਕ ਗਰੀਬ ਪਰਿਵਾਰ ਨੂੰ ਬਿਲੋਂਗ ਕਰਦਾ ਸੀ ਗੁਰਦਿੱਤਾ। ਉਹ ਪਰਿਵਾਰ ਇਲਾਜ ਕਰਵਾਉਣ ਤੋਂ ਵੀ ਅਸਮਰੱਥ ਸੀਗਾ। ਉਹਦਾ ਵਿਚਾਰਾ ਫਟੇ ਪੁਰਾਣੇ ਕੱਪੜੇ ਪਾ ਕੇ ਉੱਦਾਂ ਹੀ ਟੁੱਟੀ ਹੋਈ ਲੱਤ ਦੇ ਵਿੱਚ ਪਲੇਟਾਂ ਪਈਆਂ ਹੋਈਆਂ ਸੀ ਲੱਤ ਦੇ ਵਿੱਚ, ਉਹ ਵੀ ਲੱਤ ਗਲੀ ਹੋਈ ਸੀਗੀ। ਤੇ ਸੜਕ ਤੇ ਕਿਸੇ ਤੇ ਚੱਲਦਾ ਹੁੰਦਾ ਸੀਗਾ। ਭੀਖ ਮੰਗਣ ਲਈ ਮਜਬੂਰ ਸੀ ਇਹ ਬੱਚਾ। ਇਹ ਗੁਰਦਿੱਤ ਸਿੰਘ ਦਾ ਮੋਗਾ ਜ਼ਿਲ੍ਹਾ ਡਗਰੂ ਵਾਲੇ ਫਾਟਕ ਆ ਜੀ। ਮੋਗਾ ਜਦੋਂ ਟੱਪਦੇ ਆ ਆਪਾਂ ਫਿਰੋਜ਼ਪੁਰ ਵਾਲੇ ਸਾਈਡ ਨੂੰ ਜਾਂਦੇ ਆ,
ਫਾਟਕਾਂ ਦੇ ਉੱਤੇ ਘਰ ਹੈ, ਜਮਾ ਫਾਟਕਾਂ ਦੇ। ਅੱਜ ਤੋਂ 7-8 ਸਾਲ ਪਹਿਲਾਂ ਇਹਨੂੰ ਗੱਡੀ ਫੀਟ ਮਾਰ ਗਈ, ਨਿੱਕਾ ਜਿਹਾ ਘਰ ਦੇ ਬਾਹਰ ਭੱਜਿਆ ਫਿਰਦਾ ਸੀ। ਗੱਡੀ ਵਾਲੇ ਦਾ ਕਸੂਰ ਸੀਗਾ, ਉਹ ਭੱਜ ਗਿਆ, ਫੜਿਆ ਗਿਆ, ਰਾਜੀਨਾਮਾ ਹੋ ਗਿਆ, ਰਿਸ਼ਤੇਦਾਰੀ ਲੱਖ ਰੁਪਏ ਲੈ ਕੇ ਗੱਡੀ ਵਾਲੇ ਤੋਂ ਖਾ ਕੇ ਇਹਦਾ ਇਲਾਜ ਨਹੀਂ ਕਰਾਇਆ ਗਿਆ। ਇਹ ਬੱਚੇ ਦੀ ਲੱਤ ਟੁੱਟ ਗਈ, ਲੱਤ 'ਚ ਰਾੜ ਪਵਾਤੀ। ਉਸ ਟਾਈਮ ਹਸਪਤਾਲ 'ਚ DMC 'ਚ ਲਿਆ ਕੇ ਸਿਰ 'ਚ ਵੀ ਖੂਨ ਪਿਆ ਸੀ, ਇਹਦੇ ਸਿਰ ਦਾ ਐਕਸਰਾ ਕਰਾ ਕੇ ਇਹਨੇ ਦੇਖਿਆ, ਫਟਾਫਟ ਛੁੱਟੀ ਕਰਾ ਕੇ ਲੈ ਗਏ, ਕਹਿੰਦੇ ਕੋਈ ਨਾ ਹੋ ਗਿਆ। ਕਿਉਂਕਿ ਜਿਹੜੇ ਗੱਡੀ ਵਾਲਿਆਂ ਦਾ ਸੀਗਾ ਉਹਨਾਂ ਨੂੰ ਐ ਸੀਗਾ ਵੀ ਜੇ ਸਿਰ ਦਾ ਇਲਾਜ ਚੱਲ ਪਿਆ ਪੈਸੇ ਵੱਧ ਲੱਗਣਗੇ, ਲੱਖ ਰੁਪਏ ਦੇ ਕੇ ਛੁੱਟੀ ਕਰਾ ਦਿੱਤੀ। ਰਾੜ 7 ਸਾਲ ਰੋਡ ਇਹਦੀ ਲੱਤ 'ਚ ਰਹੀ, ਅੱਧੀ ਬਾਹਰ ਆ ਗਈ, ਡਾਕਟਰ ਲਾ ਗਈ ਰੋੜ ਕੇ, ਇਹਨੇ ਕਢਾਈ ਨਹੀਂ, ਪੱਟ ਸੁੱਕ ਗਈਆਂ, ਲੱਤਾਂ ਸੁੱਕ ਗਈਆਂ, ਆਵਾਜ਼ ਬੰਦ ਹੋ ਗਈ, ਬੋਲ ਨਹੀਂ ਸਕਦਾ, ਸਿਰ 'ਚ ਸੱਟ ਕਾਰਨ ਹੱਥ ਪੈਰ ਵਿੰਗੇ ਹੋ ਗਏ, ਚੱਲ ਫਿਰ ਨਹੀਂ ਸਕਦਾ, ਉਹ ਸਿਰ ਦੀ ਸੱਟ ਕਰਕੇ। ਪਰ ਕਿਸੇ ਨੇ ਇਲਾਜ ਨਹੀਂ ਕਰਾਇਆ। ਇਦਾਂ ਦੇ ਗਰਤੇ ਵਰਗੇ ਹਜ਼ਾਰਾਂ ਹੀ ਬੱਚੇ ਆ ਸਾਡੇ ਪੰਜਾਬ 'ਚ, ਲੱਖਾਂ ਹੀ ਬੱਚੇ ਆ। ਅਸੀਂ ਉਹਨਾਂ ਵਾਸਤੇ ਇੱਕ ਸਕੂਲ ਬਣਾਉਣਾ ਚਾਹੁੰਦੇ ਆ। ਉਹ ਸਕੂਲ ਦੇ ਵਿੱਚ ਜਿਹੜਾ MR ਬੱਚੇ, ਜਿਹੜੇ ਬੱਚੇ ਡਿਸੇਬਲਡ ਨੇ, ਉਹਨਾਂ ਨੂੰ ਸਕੂਲਾਂ ਘਰੋਂ ਘਰੀ ਜਾ ਕੇ ਸਵੇਰੇ ਬੈਨਾਂ ਦੇ ਵਿੱਚ ਲਿਆਂਦਾ ਜਾਇਆ ਕਰੂ, ਘਰਾਂ ਤੋਂ ਤਿਆਰ ਕਰਕੇ ਉਹਨਾਂ ਨੂੰ ਜੀਵਨ ਜਾਂਚ, ਰੋਟੀ ਪਾਣੀ ਛਕਣ ਦਾ ਤਰੀਕਾ, ਕੱਪੜੇ ਪਾਉਣ ਦਾ, ਬੂਟ ਪਾਉਣ ਦਾ ਤਰੀਕਾ, ਪਹਿਨਣ ਦਾ ਤਰੀਕਾ, ਜ਼ਿੰਦਗੀ ਜਿਉਣ ਦਾ ਤਰੀਕਾ ਸਿਖਾਇਆ ਜਾਇਆ ਕਰੂ। ਟੀਚਰ ਰੱਖੇ ਜਾਣਗੇ ਵਧੀਆ। ਉਸ ਤੋਂ ਬਾਅਦ ਉਹਨਾਂ ਨੂੰ ਐਕਟੀਵਿਟੀ, ਖੇਡਣਾ, ਰੰਗਾਂ ਦੀ ਪਹਿਚਾਣ ਕਰਾਉਣੀ, 1 2 3 ABC, ਜੋ ਵੀ ਉਹਨਾਂ ਦੀ ਸਕਿੱਲ ਹੋਊਗੀ ਉਹ ਸਿਖਾਇਆ ਜਾਊਗਾ। ਤੇ ਸ਼ਾਮ ਨੂੰ 2 ਟਾਈਮ ਦੀ ਡਾਈਟ ਦੇਣ ਤੋਂ ਬਾਅਦ ਉਹਨਾਂ ਨੂੰ ਘਰੇ ਛੱਡ ਕੇ ਆਇਆ ਜਾਏਗਾ, ਤਾਂ ਜੋ ਉਹ ਵੱਡੇ ਹੋ ਕੇ ਆਪਣੇ ਇੰਡੀਪੈਂਡੈਂਟਲੀ ਇੱਕ ਜ਼ਿੰਦਗੀ ਬਤੀਤ ਕਰ ਸਕਣ। ਇਹਦੇ ਲਈ ਅਸੀਂ ਇਹਨਾਂ ਨੂੰ ਲਾਇਆ ਸੀ ਸਕੂਲ, ਸੋਨੂ ਕੋਮਲ ਉਹਨਾਂ ਨੂੰ। ਸਾਡੇ ਇੱਥੇ ਸਕੂਲ ਆ, ਅਸੀਂ 3000 ਰੁਪਏ ਮਹੀਨੇ ਦਾ ਇੱਕ ਬੱਚੇ ਦਾ ਦਿੰਦੇ ਸੀ, ਤੇ 2000 ਰੁਪਏ ਅਸੀਂ ਇੱਕ ਬੱਚੇ ਦੀ ਆਟੋ ਦੀ ਫੀਸ ਦਿੰਦੇ ਸੀ, ਆਟੋ ਦੀ 5000 ਰੁਪਏ ਅਸੀਂ ਮਹੀਨਾ ਦਿੰਦੇ ਸੀ ਬੱਚੇ ਦਾ। ਉੱਥੇ ਜੱਜਾਂ ਦੇ ਬੱਚੇ, ਵਕੀਲਾਂ ਦੇ, ਤਕੜੇ ਅਫਸਰਾਂ ਦੇ ਬੱਚੇ ਵੀ ਸੀਗੇ ਉੱਥੇ ਆਉਂਦੇ ਉਸ ਸਕੂਲ 'ਚ। ਪਰ ਸਾਡੇ ਵਾਲੇ ਬੱਚਿਆਂ ਤੋਂ ਉਹਨਾਂ ਦੇ ਡਾਈਪਰ ਸਿਖਾਏ ਜਾਂਦੇ ਸੀ, ਉਹਨਾਂ ਦੀਆਂ ਟਾਇਲਟਾਂ ਸਾਫ਼ ਕਰਵਾਈਆਂ ਜਾਂਦੀਆਂ ਸੀ, ਇਹਨਾਂ ਨੂੰ ਅਲੱਗ ਬਿਠਾਇਆ ਜਾਂਦਾ ਸੀ, ਇਹਨਾਂ ਨੂੰ ਇੱਕ ਝੁੱਗੀ ਝੌਂਪੜੀ ਵਾਲੇ ਬੱਚੇ ਸਮਝ ਕੇ ਇਹਨਾਂ ਦਾ ਵਿਤਕਰਾ ਕੀਤਾ ਜਾਂਦਾ ਸੀ। ਤਾਂ ਫਿਰ ਅਸੀਂ ਉੱਥੋਂ ਛੁਡਵਾ ਲਿਆ, ਛੁੱਟੀ ਸਕੂਲ ਬੰਦ ਕਰਵਾਤਾ ਵੀ ਨਹੀਂ ਇਦੋਂ ਤਾਂ ਅਸੀਂ ਘਰੇ ਹੀ ਸਾਂਭਾਂਗੇ। ਸਾਨੂੰ ਉਸ ਤੋਂ ਬਾਅਦ ਸ਼ਿਫਟ ਹੋ ਗਏ ਬਾੜੇਵਾਲ ਤੋਂ, ਅਸੀਂ ਬਾਰਨਹਾੜੇ ਤੋਂ ਇੱਥੇ। ਉਦੋਂ ਦੇ ਅਸੀਂ ਟੀਚਰ ਲੱਭ ਰਹੇ ਸੀ, ਉਦੋਂ ਦੇ ਅਸੀਂ ਇੱਕ ਸੁਪਨਾ ਪਾਲਿਆ ਹੋਇਆ ਸੀ, ਅਸੀਂ ਆਪਦਾ ਸਕੂਲ ਬਣਾਵਾਂਗੇ ਇੱਕ, ਵੀ ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਵੀ ਤੇ ਹੋਰ ਬੱਚਿਆਂ ਨੂੰ ਵੀ ਇੱਥੇ ਅਸੀਂ ਸਿੱਖਿਆ ਦਿਆ ਕਰਾਂਗੇ। ਉਹ ਸੁਪਨਾ ਸਾਡਾ ਹਜੇ ਦਿਲ 'ਚ ਹੀ ਹੈ। ਹੁਣ ਸਾਡੀ ਬਿਲਡਿੰਗ ਕਰੀਬ ਬਣੀ ਜਾਂਦੀ ਆ। ਕਰੋਨਾ ਦੀ ਮਹਾਮਾਰੀ ਖਤਮ ਹੋਣ ਤੋਂ ਵਿੱਚ ਅਸੀਂ ਬਿਲਡਿੰਗ ਤਿਆਰ ਕਰ ਲੈਣੀ ਹੈ ਸਕੂਲ ਦੀ, 4-5 ਕਮਰੇ ਬਣਾ ਲੈਣੇ ਆ, ਤੇ 2-3 ਵਧੀਆ ਟੀਚਰ ਰੱਖ ਕੇ ਸਕੂਲ ਚਲਾਉਣਾ। ਖਰਚਾ ਕੋਈ ਨਹੀਂ ਹੋਣਾ ਖਾਸ। ਅਸੀਂ ਭੈਣਾਂ ਭਰਾਵਾਂ ਨੂੰ ਬੇਨਤੀ ਕਰਦੇ ਹਾਂ, ਅਡਾਪਟ ਕਰ ਸਕਦੇ ਤੁਸੀਂ। ਮੰਨ ਲਓ ਇੱਕ ਕਲਾਸ ਕਿਸੇ ਨੇ ਕਰ ਲਈ ਅਡਾਪਟ, ਕਿਸੇ ਨੇ ਕਰ ਲਈ, ਕਿਸੇ ਨੇ ਕਰ ਲਈ। ਇੱਕ ਕਲਾਸ ਦੇ ਵਿੱਚ 10-15 ਬੱਚੇ ਹੋਣ ਜਿਹੜੇ ਡਿਸੇਬਲਡ ਪਿੰਡਾਂ ਤੋਂ ਲਿਆਂਦੇ ਜਾਣ, ਉਹਨਾਂ ਨੂੰ ਕੱਪੜੇ, ਰੋਟੀ ਦੇਣੀ, ਉਹਨਾਂ ਨੂੰ ਜ਼ਿੰਦਗੀ ਜਾਂਚ ਸਿਖਾਉਣ ਲਈ ਇੱਕ ਟੀਚਰ ਰੱਖਣੇ ਆ, 2 ਉਹਨਾਂ ਦੀਆਂ ਤਨਖਾਹਾਂ ਦੇਣੀਆਂ। ਕੋਈ ਕਰੋੜਾਂ ਦਾ ਕੰਮ ਨਹੀਂ ਗਾ, ਲੱਖਾਂ ਦਾ ਕੰਮ ਨਹੀਂ, ਸਿਰਫ ਹਜ਼ਾਰਾਂ 'ਚ ਹੋਣ ਵਾਲਾ ਕੰਮ ਹੈ। ਤੇ ਜੇ ਆਪਾਂ ਸਾਰੇ ਰਲ ਕੇ ਇਹ ਕੰਮ ਕਰੀਏ, ਜੇ ਤੁਸੀਂ ਅਡਾਪਟ ਕਰ ਲਓ ਸਕੂਲ ਦੀਆਂ ਕਮਰਿਆਂ ਨੂੰ, ਕਲਾਸਾਂ ਨੂੰ, ਟੀਚਰਾਂ ਨੂੰ, ਬੱਚਿਆਂ ਦੇ ਖਰਚੇ ਨੂੰ, ਹਸਪੀਟਲ ਬਣਾਉਣ ਦਾ, ਜੇ ਤੁਸੀਂ ਅਡਾਪਟ ਕਰ ਲਓ ਇੱਕ ਵਾਰਡ, ਕੋਈ ਕਹਿ ਦੇ ਵੀ ਅਸੀਂ ਮਸ਼ੀਨ ਲਵਾ ਦਾਂਗੇ, ਕੋਈ ਕਹੇ ਅਸੀਂ ਬੈੱਡ ਲਵਾ ਦਾਂਗੇ, ਕੋਈ ਕਹੇ ਅਸੀਂ ਡਾਕਟਰਾਂ ਦੀ ਤਨਖਾਹ ਦੇ ਦਾਂਗੇ, ਕੋਈ ਕਹੇ ਅਸੀਂ ਆਕਸੀਜਨ ਵਾਲਾ ਸੈਕਟਰ ਡਿਵੈਲਪ ਕਰ ਦਾਂਗੇ, ਕੋਈ ਕਹੇ ਅਸੀਂ ਡਾਇਲਸਿਸ ਵਾਲੀ ਮਸ਼ੀਨ ਦੇ ਦਾਂਗੇ, ਹਸਪੀਟਲ ਵੀ ਬਣ ਜਾਣ। ਸਿਰਫ ਕੋਸ਼ਿਸ਼ ਕਰਨ ਦੀ ਲੋੜ ਆ। ਕੋਸ਼ਿਸ਼ ਅਸੀਂ ਕਰ ਰਹੇ ਹਾਂ, ਕੋਸ਼ਿਸ਼ ਅਸੀਂ ਕਰਨ ਲਈ ਤਿਆਰ ਆ। ਸਾਡੀ ਜ਼ਿੰਦਗੀ ਦਾ ਇੱਕ ਸਵਾਸ ਕੋਸ਼ਿਸ਼ ਇਸੇ ਵਿੱਚ ਲੱਗਿਆ ਰਹੂਗਾ, ਮਨੁੱਖਤਾ ਦੀ ਸੇਵਾ 'ਚ ਲੱਗਿਆ ਰਹੂਗਾ। ਅੱਜ ਦੇ ਹੱਥਾਂ 'ਚ ਫੜੇ ਹੋਏ ਬੈਨਰ, ਅੱਜ ਦੀਆਂ ਇਹ ਤੁਹਾਡੇ ਨਾਲ ਕੀਤੀਆਂ ਹੋਈਆਂ ਗੱਲਾਂ ਸਾਡੇ ਮਰਨ ਤੋਂ ਬਾਅਦ ਵੀ ਹੁੰਦੀਆਂ ਰਹਿਣ। ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਸਾਡੇ ਜਿਉਣ ਮਰਨ ਦਾ ਇਸ ਪਰਿਵਾਰ ਤੇ ਕੋਈ ਫਰਕ ਨਾ ਪਵੇ, ਇਸ ਪਰਿਵਾਰ ਚੱਲਦਾ ਰਹੇ। ਇਸ ਪਰਿਵਾਰ ਦੇ ਨਾਲ ਏਦਾਂ ਦੇ ਮੈਂਬਰ ਜੁੜ ਜਾਣ, ਹਜ਼ਾਰਾਂ ਲੱਖਾਂ, ਵੀ ਉਹ ਪਰਿਵਾਰ ਦੀ ਹਰ ਜ਼ਰੂਰਤ ਨੂੰ ਪੂਰਾ ਕਰਨ, ਨਾ ਕਿ ਇਸ ਪਰਿਵਾਰ ਦੇ ਅਕਾਊਂਟ ਖੁੱਲ ਜਾਣ ਵੱਡੇ ਵੱਡੇ ਤੇ ਪੈਸਿਆਂ ਦੇ ਢੇਰ ਲੱਗ ਜਾਣ, ਅੰਬਾਰ ਲੱਗ ਜਾਣ ਨੋਟਾਂ ਦੇ, ਅਸੀਂ ਛਿੱਤਰੋ ਛਿੱਤਰੀ ਹੋਈਏ। ਜਿਹੜੇ ਵਲੰਟੀਅਰ ਅੱਜ ਟਾਇਲਟਾਂ ਚੱਕਦੇ ਆ, ਕੀੜੇ ਕੱਢਦੇ ਆ, ਨਹਾਉਂਦੇ ਆ, ਧਵਾਉਂਦੇ ਆ, ਉਹਨਾਂ ਦਾ ਦਿਮਾਗ ਪੈਸੇ ਵੱਲ ਨੂੰ ਜਾਣ ਲੱਗ ਜਾਵੇ, ਵੀ ਅੱਜ 50,000 ਆ ਗਿਆ, ਅੱਜ ਲੱਖ ਆ ਗਿਆ, 2 ਲੱਖ ਆ ਗਿਆ। ਨਹੀਂ, ਸਾਡੀ ਸੋਚ ਸੇਵਾ ਦੀ ਆ। ਬਹੁਤ ਮਾੜੇ ਕੰਮ ਕੀਤੇ ਆ, ਬੜੇ ਪਾਪੀ ਆ, ਬੜੇ ਗਲਤ ਹਰਕਤਾਂ ਚੋਂ ਨਿਕਲੇ ਹੋਏ ਆ, ਅਤੀਤ ਬੜੇ ਦਾਗਦਾਰ ਰਹੇ ਨੇ। ਔਰ ਆਉਣ ਵਾਲਾ ਸਮਾਂ ਮਨੁੱਖਤਾ ਦੀ ਸੇਵਾ ਪਰਿਵਾਰ ਵਾਸਤੇ ਲਿਖੇ ਲਾਈਏ ਜ਼ਿੰਦਗੀ। ਇਹ ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਦੇ ਨਾਲ ਲੱਗੇ ਵੀ ਹੋਏ ਆ। ਤੇ ਬਸ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਅਰਦਾਸ ਕਰਿਓ,
ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਸਮਰਥ ਬਖਸ਼ਣ, ਬਲ ਬੁੱਧੀ ਬਖਸ਼ਣ, ਚੰਗੀ ਨੀਤ ਬਖਸ਼ਣ, ਚੰਗੀ ਸੋਚ ਬਖਸ਼ਣ, ਅਸੀਂ ਚੰਗੀ ਸੋਚ ਤੇ ਚੰਗੀ ਨੀਤ ਨਾਲ ਸੇਵਾ ਕਰ ਸਕੀਏ। ਬਾਪੂ ਗੋਪਾਲ ਦੇ ਸਮਰਥਕ ਤੇ ਬਾਪੂ ਰਮੇਸ਼ ਚੰਦ ਸ਼ਰਮਾ ਦੇ ਸਮਰਥਕ ਆਪੋ ਆਪਣੇ ਸਮਰਥਕਾਂ ਦੇ ਹੱਕ ਮੈਂ ਚੰਦ ਜਿੱਤੂਗਾ, ਮੇਰਾ ਬਾਬਾ ਜਿੱਤੂਗਾ, ਮੈਂ ਚੰਦ ਜਿੱਤੂਗਾ, ਮੈਂ ਜਿੱਤੂਗਾ, ਮੈਂ ਮੰਗਲ ਮੰਗਲ ਰਹਿਣ ਨਹੀਂ ਦੇਣਾ, ਮੰਗਲ ਮੰਗਲ ਰਹਿਣ ਨਹੀਂ ਦੇਣਾ। ਇਹ ਨਾਰੇ ਆ ਜਿਹੜੇ ਨਾ, ਇਹ ਕੋਈ ਖਿਆਲੀ ਪਲਾਉ ਨਹੀਂ। ਇਹ ਕਮਰੇ 'ਚ ਏਸੀ ਵਾਲੇ ਕਮਰੇ 'ਚ ਬੈਠ ਕੇ ਕਿਸੇ ਥਿੰਕ ਟੈਂਕ ਨੇ ਨਹੀਂ ਬਣਾਏ ਹੋਏ। ਇਹ ਕਿਸੇ ਏਸੀ ਵਾਲੇ ਕਮਰੇ 'ਚ ਬੈਠ ਕੇ ਪੀਕੇ ਸ਼ਰਮਾ ਨੇ ਨਹੀਂ ਬਣਾਏ ਹੋਏ। ਜਿਹੜੇ ਹਾਇਰ ਹੁੰਦੇ ਆ ਨਾ, ਵੱਡੀਆਂ ਪਾਰਟੀਆਂ ਕੰਪਨੀਆਂ ਨੂੰ ਹਾਇਰ ਕਰਦੀਆਂ ਵੀ ਸਾਡੀ ਇਲੈਕਸ਼ਨ ਦੇ ਐਫਟੀ ਨਾਰੇ ਕੀ ਹੋਣਗੇ, ਅੱਛੇ ਦਿਨ ਆਏਂਗੇ, ਬੇਟੀ ਪੜਾਓ, ਬੇਟੀ ਬਚਾਓ, ਇਦਾਂ ਦੇ ਨਾਰੇ। ਉਹ ਝੂਠੇ ਤੇ ਦਾਅਵੇ, ਉਹ ਭੁੱਖਿਆਂ ਦੇ ਬਣਾਏ ਹੋਏ, ਭੁੱਖੜਾਂ ਦੇ, ਮਾੜੀ ਸੋਚ ਦੇ ਉਹ ਦਾਅਵੇ ਹੁੰਦੇ ਆ। ਇਹ ਸਾਡੀ ਸੱਚੀ ਤੇ ਸੁੱਚੀ ਸੋਚ ਦੇ ਸੱਚੇ ਨਾਰੇ ਆ। ਅੰਗਲ ਮੰਗਲ ਰਹਿਣ ਨਹੀਂ ਦੇਣਾ, ਅੰਗਲ ਮੰਗਲ ਰਹਿਣ ਨਹੀਂ ਦੇਣਾ, ਸਾਡੀ ਕੁਰਬਾਨੀ ਜਾਇਆ ਨਾ ਜਾਵੇ, ਹੋਰ ਕੋਈ ਗੁਲਾਮ ਬਣਾਇਆ ਨਾ ਜਾਵੇ, ਸਾਡੇ ਮਰੇ ਹੋਏ ਸਿਸਟਮ ਤੋਂ ਕੋਈ ਗੁਲਾਮ ਕਿਉਂ ਛਡਾਇਆ ਨਾ ਜਾਵੇ। ਇਹ ਸ਼ਾਇਰੀ ਨਹੀਂ ਹੈਗੀ, ਇਹ ਸੱਚਾਈ ਆ। ਸਾਡੀ ਕੁਰਬਾਨੀ ਹੈ ਜਿਹੜੀ ਬਾਪੂ ਗੋਪਾਲ ਕਹਿੰਦਾ ਜਾਇਆ ਨਾ ਜਾਵੇ। ਜੇ ਅਸੀਂ 40 ਸਾਲ ਗੁਲਾਮ ਰਹੇ ਨਾ, ਉਹ ਹੁਣ ਜਾਇਆ ਨਾ ਜਾਵੇ, ਕੋਈ ਹੋਰ ਗੁਲਾਮ ਬਣਾਇਆ ਨਾ ਜਾਵੇ, ਸਾਡੇ ਮਰੇ ਹੋਏ ਸਿਸਟਮ ਤੋਂ ਕੋਈ ਗੁਲਾਮ ਹੋਰ ਕਿਉਂ ਛਡਾਇਆ ਨਾ ਜਾਵੇ। ਕਿਉਂ ਨਹੀਂ ਛਡਾਇਆ ਜਾਂਦਾ ਜੀ, ਇਹ ਪੁੱਛ ਰਿਹਾ ਬਾਪੂ ਗੋਪਾਲ। ਇਹ ਸ਼ਾਇਰੀ ਸਾਡੇ ਟੀਮ ਦੇ ਮੈਂਬਰ ਗੁਰਵਿੰਦਰ ਸਿੰਘ ਗਿੱਕਾ ਜੀ ਨੇ ਲਿਖੀ ਹੈ ਜੀ। ਇਹਦੇ ਅੰਤਰਾ ਇਹਨਾਂ ਨੇ ਲਿਖਿਆ। ਇਦਾਂ ਹੀ ਜਿਹੜੀ ਆਹ ਸ਼ਾਇਰੀ ਹੈ ਨਾ ਜੀ, ਮੈਂ 40 ਲਾਈਟ ਪੈਂਦੀ ਆ, ਠੀਕ ਆ, ਮੈਂ 40 ਸਾਲਾਂ ਤੋਂ ਗੁਲਾਮ ਆ, ਹੁੰਦਾ ਤੁਹਾਡਾ ਪੰਜਾਬ ਬਦਨਾਮ ਆ, ਜਿਹੜੇ ਦੇਖ ਕੇ ਵੀ ਨਹੀਂ ਬੋਲੇ ਮੇਰੇ ਹਾਲਾਤ ਨੂੰ, ਮੈਂ ਕਿਹੜੀ ਜ਼ੁਬਾਨ ਨਾਲ ਕਹਾਂ ਸਰਦਾਰ ਇਹਨਾਂ ਕੈਰਾਂ ਦੀ ਜਮਾਤ ਨੂੰ, ਇਹਨਾਂ ਚੰਦ ਲੋਕਾਂ ਕਰਕੇ ਹੁੰਦਾ ਸਾਰਾ ਪੰਜਾਬ ਬਦਨਾਮ ਆ, ਮੈਂ 40 ਸਾਲਾਂ ਤੋਂ ਗੁਲਾਮ ਆ, ਹੁੰਦਾ ਤੁਹਾਡਾ ਪੰਜਾਬ ਬਦਨਾਮ ਆ। ਇਹ ਸ਼ਾਇਰੀ ਹੈ ਨਾ ਜਿਹੜੀ, ਇਹ ਕਵਿਤਾ ਜਿਹੜੀ ਕਵੀ ਦੀ ਰਚਨਾ, ਇਹ ਸਾਡੇ ਵਿੱਚੋਂ ਹੀ ਸਾਡੀਆਂ ਸੱਚਾਈਆਂ ਨੂੰ ਪਛਾਣਦੇ ਹੋਏ
ਸਾਡੇ ਜਜ਼ਬਾਤਾਂ ਨੂੰ ਜ਼ਾਹਰ ਕਰ ਰਹੀ ਹੈ। ਇਹ ਸਾਡੀ ਸਰਪੰਚੀ ਦੀ ਇਲੈਕਸ਼ਨ ਹੈ ਨਾ ਜਿਹੜੀ, ਇਹ ਈਵੀਐਮ ਮਸ਼ੀਨਾਂ ਨਾਲ ਨਹੀਂ ਹੋਣੀ। ਇੱਥੇ ਕੋਈ ਪ੍ਰੈਜ਼ਾਈਡਿੰਗ ਅਫਸਰ ਨਹੀਂ ਲੱਗੇ ਹੋਏ, ਇੱਥੇ ਕੋਈ ਚੋਣ ਕਮਿਸ਼ਨਰ ਨਹੀਂ ਹੈਗਾ, ਇੱਥੇ ਕੋਈ ਇਹ ਨਹੀਂ ਹੈਗੇ ਵੀ ਝੂਠੇ ਦਾਅਵੇ ਤੇ ਫੋਕੇ ਦਾਅਵੇ ਨਹੀਂ ਹੈਗੇ, ਇੱਥੇ ਸ਼ਰਾਬ ਨਹੀਂ ਵਰਤਾਈ ਜਾਣੀ ਜਿਵੇਂ ਸਾਡੇ ਲੀਡਰ ਸ਼ਰੇਆਮ ਨਸ਼ਾ ਵੇਚਦੇ ਵਰਤਾਉਂਦੇ ਆ, ਇੱਥੇ ਚਿੱਟਾ ਨਹੀਂ ਵੰਡਿਆ ਜਾਣਾ ਜਿਵੇਂ ਸਾਡੇ ਲੀਡਰ ਵੰਡਦੇ ਆ, ਇੱਥੇ ਡੋਡੇ ਫੀਮ, ਇੱਥੇ ਭੁੱਕੀ ਦੇ ਟਰੱਕ ਨਹੀਂ ਲੈਣੇ ਜਿਵੇਂ ਸਾਡੇ ਲੀਡਰ ਚੁਣਨ ਦੇ ਮਾਰੇ ਕਰਦੇ। ਅਸੀਂ ਉਹ ਸਿਸਟਮ ਦਾ ਹਿੱਸਾ, ਅਸੀਂ ਉਹ ਸਿਸਟਮ ਦੇ ਵਿੱਚ ਰਹੇ ਹੋਏ ਆ, ਅਸੀਂ ਉਸ ਸਿਸਟਮ ਨੂੰ ਚਲਾਇਆ, ਵਿੱਚ ਰਹਿ ਕੇ ਦੇਖਿਆ। ਇੱਕ ਪਿੰਡ 'ਚ ਇਲੈਕਸ਼ਨਾਂ ਦੀ ਰਾਤ ਨਾ, ਜਿੱਦਣ ਇਲੈਕਸ਼ਨ ਹੋਣੀ ਤੋਂ ਇੱਕ ਰਾਤ ਪਹਿਲਾਂ ਇੱਕ ਪਿੰਡ 'ਚ 10-10 ਲੱਖ ਰੁਪਇਆ ਵੰਡਦੇ ਰਹੇ ਆ ਸਾਡੇ ਨਾਲ ਬੰਦੇ ਹੱਥੀਂ। ਇੱਕ ਰਾਤ ਪਹਿਲਾਂ ਇਲੈਕਸ਼ਨ ਤੋਂ 10 ਲੱਖ ਰੁਪਇਆ ਇੱਕ ਪਿੰਡ 'ਚ ਵੰਡਿਆ ਜਾਂਦਾ ਸੀ। ਤੁਸੀਂ ਸੋਚ ਕੇ ਦੇਖੋ, ਜਿਹਦੇ ਕੋਲੇ 10 ਪਿੰਡਾਂ ਦੀ ਡਿਊਟੀ ਸੀ ਨਾ, ਉਹ ਰਾਤ ਨੂੰ ਇੱਕੋ ਰਾਤ ਨੂੰ ਕਰੋੜ ਰੁਪਇਆ ਵੰਡ ਦਿੰਦਾ ਸੀ, ਤੇ ਸਵੇਰ ਨੂੰ ਕਰੋੜ ਰੁਪਇਆ ਬੂਥਾਂ ਤੇ ਬੈਠਾ ਹੁੰਦਾ ਸੀ ਤਿਆਰ ਹੋਇਆ। ਉਹ ਗਾਂਧੀ ਖੁਦ ਬੂਥਾਂ ਤੇ ਬੈਠ ਜਾਂਦਾ ਸੀ ਜਾ ਕੇ। ਉਹ ਵੋਟ ਪਕਾਊ ਜਿਹਨੇ ਇੱਕ ਰਾਤ 'ਚ ਇੱਕ ਪਿੰਡ ਨੇ 10 ਲੱਖ ਰੁਪਇਆ ਲੈ ਲਿਆ, 2-2 ਹਜ਼ਾਰ ਦੀ 3-3 ਹਜ਼ਾਰ ਦੀ ਵੋਟ ਲੈ ਗਈ। ਖੁਦ ਹੱਥੀਂ ਪ੍ਰੂਫ ਆ, ਕਾਪੀਆਂ ਪਈਆਂ ਹਜੇ ਵੀ, ਹੱਥੀਂ ਪੈਸੇ ਫੜ ਲਏ। ਕਿਸੇ ਨੇ ਡੋਡਿਆਂ ਦੇ ਪੈਕੇਟ ਫੜ ਲਏ, ਕਿਸੇ ਨੇ ਬੋਤਲਾਂ ਫੜ ਲਈਆਂ, ਸ਼ਰਾਬ ਦੀਆਂ ਪੇਟੀਆਂ ਫੜ ਲਈਆਂ, ਕਿਸੇ ਨੇ ਘਰ ਦੇ ਵਿੱਚ ਸਮਰਸੀਬਲ ਬੋਰ ਕਰਾ ਲਿਆ ਵੀ ਮੇਰੀਆਂ 10 ਵੋਟਾਂ ਸਮਰਸੀਬਲ ਲਵਾ ਦਿਓ, ਕਿਸੇ ਨੇ ਕਹਿਤਾ ਮੇਰੀ ਕੁੜੀ ਦਾ ਵਿਆਹ ਮੈਨੂੰ ਫ੍ਰਿਜ ਤੇ ਕੂਲਰ ਲੈ ਦਿਓ, ਕਿਸੇ ਨੇ ਕਹਿਤਾ ਮੇਰੇ ਕਮਰੇ ਦੀ ਛੱਤ ਬਣਾ ਦਿਓ, ਕਿਸੇ ਨੇ ਕਹਿਤਾ ਮੇਰੀਆਂ 10 ਵੋਟਾਂ ਵਾ ਮੈਂ 30,000 ਲਊ 3,000 ਵੋਟ ਦੇ ਹਿਸਾਬ ਨਾਲ। ਕੀ ਉਹ ਬੰਦੇ 5 ਸਾਲ ਆਪਦਾ ਲੋਕਤੰਤਰ ਦਾ ਹੱਕ ਲੈ ਸਕਦੇ ਆ? ਕੀ ਉਹ ਆਜ਼ਾਦ ਸਮਾਜ ਦੇ ਵਿੱਚ ਰਹਿਣਗੇ? ਕੀ ਉਸੇ ਲੀਡਰ ਤੋਂ ਉਹ ਜਾ ਕੇ ਕਹਿਣਗੇ ਧੌਣ ਤੇ ਗੋਡਾ ਰੱਖ ਕੇ ਵੀ ਸਾਡੇ ਪਿੰਡ ਦੀਆਂ ਸੜਕਾਂ, ਸਾਡੇ ਪਿੰਡ ਦੀ ਡਿਸਪੈਂਸਰੀ, ਸਾਡੇ ਪਿੰਡ ਦੇ ਸਕੂਲ, ਸਾਡਾ ਫ੍ਰੀ ਇਲਾਜ ਕਿਉਂ ਨਹੀਂ ਹੁੰਦਾ? ਕਹਿ ਸਕਦੇ ਹੋ ਬੰਦੇ? ਨਹੀਂ ਕਹਿ ਸਕਦੇ, ਕਿਉਂਕਿ ਉਹ ਵਿਕ ਗਿਆ। ਅੱਜ ਦੀ ਗੱਲ ਨੋਟ ਰੱਖ ਲਿਓ, ਸੁੱਤੇ ਹੋਏ ਜਾਗ ਪਿਓ, ਜਾਗੇ ਸਾਰੇ ਹੀ ਸੁੱਤਾ ਕੋਈ ਨਹੀਂ, ਪਰ ਅਸੀਂ ਉਹ ਆ ਵੀ ਜਿਵੇਂ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਮੀਚ ਲੈਂਦਾ, ਬਿੱਲੀ ਨੇ ਨਿੰਗਣਾ ਨਹੀਂ, ਬਿੱਲੀ ਨੇ ਸਾਨੂੰ ਖਾ ਜਾਣਾ, ਅੱਖਾਂ ਮੀਚਣ ਨਾਲ ਕੋਈ ਫਰਕ ਨਹੀਂ ਪੈਣਾ। ਸਾਡਾ ਪੰਜਾਬ ਅੱਜ ਦੀ ਡੇਟ 'ਚ 40% ਪਕਾਊ ਪੰਜਾਬ ਆ। 40% ਵੋਟ ਹਰ ਇੱਕ ਹਲਕੇ ਦੇ ਵਿੱਚ ਵਿਕਦੀ ਆ, ਹਰ ਇੱਕ ਪਿੰਡ ਦੇ ਵਿੱਚ 33, 35, 34% ਵੋਟ ਪਕਾਊ ਆ। ਉਹੀ ਜਿੱਤ ਹਾਰ ਦਾ ਡਿਸੀਜਨ ਕਰੇਗਾ। ਜਿਹੜਾ ਬੰਦਾ ਵੱਧ ਪੈਸਾ ਵੰਡਦਾ ਉਹ ਬੰਦਾ ਜਿੱਤ ਜਾਂਦਾ। ਇੱਕ ਪਾਰਟੀ ਨਾਲ ਅੱਧੀ ਵੋਟ, ਅੱਧੀ ਇੱਕ ਪਾਰਟੀ ਨਾਲ ਵੋਟ ਆ, ਜਿਹੜੀ ਨਿਊਟਰਲ ਵੋਟ ਆ, ਬਕਾਊ ਵੋਟ ਆ, ਉਹ ਫੈਸਲਾ ਕਰਦੀ ਆ ਜਿੱਤ ਹਾਰ ਦਾ। ਉੱਪਰ ਤੋਂ ਲੈ ਕੇ ਥੱਲੇ ਤੱਕ ਇਹੀ ਚੱਲ ਰਿਹਾ ਸਭ। ਜਿਹੜੀ ਸਰਕਾਰ ਬਣ ਗਈ ਉਹਨੇ ਆਪਦੇ ਨੁਮਾਇੰਦਿਆਂ ਨੂੰ ਕਿਹਾ ਹੋਇਆ ਵੀ ਅਗਲੀ ਵਾਰੀ 20-20 ਕਰੋੜ ਰੁਪਇਆ ਲਾਉਣਾ, ਲੁੱਟ ਲਓ, ਚੱਕ ਲਓ, ਜਿੱਥੋਂ ਮਰਜ਼ੀ ਪੈਦਾ ਕਰੋ, 20 ਕਰੋੜ ਰੁਪਇਆ ਸਾਈਡ ਤੇ ਰੱਖ ਕੇ ਫਿਰ ਟੈਕਸ ਲਿਓ ਸਭ। ਤੇ ਜਿਹਨੇ 20 ਕਰੋੜ ਲਾ ਕੇ ਟਿਕਟ ਲਈ ਤੇ ਉਹ ਜਿੱਤਿਆ, ਤੇ ਅਗਲੀ ਵਾਰੀ 20 ਬਣਾਉ ਜਾਂ 40 ਬਣਾਉ ਜਾਂ 100 ਬਣਾਉ, ਉਹ ਛਿੱਤਰ ਤੁਹਾਡੇ ਕਿੰਨੇ ਮਾਰੂ? ਤੇ ਅਸੀਂ ਖਾਈ ਜਾਂਦੇ ਹਾਂ, ਅਸੀਂ ਆਦੀ ਹੋ ਗਏ। ਸਾਡਾ ਸੋਸ਼ਲ ਮੀਡੀਆ ਇੱਕ ਅੱਜ ਸਾਡੇ ਨਾਲ ਖੜਾ ਇਕੱਲਾ ਸਾਥ ਦੇ ਰਿਹਾ, ਪਰ ਉਹਦੇ 'ਚ ਵੀ ਬਹੁਤ ਝੂਠ ਤੇ ਪਖੰਡ ਬਣ ਗਿਆ। ਪਰ ਜਿਹੜਾ ਸਾਡਾ ਇਲੈਕਟ੍ਰੋਨਿਕ ਮੀਡੀਆ, ਅੱਜ ਸਾਡੇ ਨਿਊਜ਼ ਚੈਨਲ ਆ ਜਿਹੜੇ, ਉਹ ਬਸ ਇੱਕੋ ਹੀ ਗੱਲ ਕਹਿ ਰਹੇ ਨੇ, ਰੂਲਿੰਗ ਪਾਰਟੀ ਜਿੰਦਾਬਾਦ, ਰੂਲਿੰਗ ਪਾਰਟੀ ਜਿੰਦਾਬਾਦ। ਜਿਹਦੇ ਕਹਿੰਦੇ ਨਾ ਵੀ ਜਿਹਦੇ ਹੱਥ ਸੋਟਾ, ਬਈ ਉਹੀ ਉਹਨਾਂ ਜਿਹਦੇ ਹੱਥ ਸੋਟਾ ਉਹਦੇ ਨਾਲ ਹੀ ਚੜ੍ਹਦੇ ਸੂਰਜ ਨੂੰ ਸਲਾਮ ਆ। ਅੱਜ ਚਾਹੇ ਸਾਡਾ ਚੌਥਾ ਥੰਮ ਕਹਿੰਦੇ ਹੁੰਦੇ ਸੀ ਇਹਨੂੰ, ਇੱਕ ਲੋਕਤੰਤਰ ਦਾ ਥੰਮ ਆ ਮੀਡੀਆ, ਅੱਜ ਉਹ ਥੰਮ ਵੀ ਡਿੱਗ ਪਿਆ, ਜੋ ਗੋਡੇ ਟੇਕ ਗਿਆ। ਸਾਡਾ ਬਾਲੀਵਾਸ ਕੋਈ ਨਹੀਂ, ਪੰਜਾਬ ਦੀਆਂ ਮੰਗਾਂ ਨੂੰ ਉਠਾਉਣ ਵਾਲਾ ਕੋਈ ਨਹੀਂ। ਕੋਈ ਖਾਲਸਾ ਕਹੀ ਜਾਂਦਾ, ਕੋਈ ਆਪਦੇ ਧਰਮ ਦੀ ਗੱਲ ਕਰੀ ਜਾਂਦਾ, ਕੋਈ ਹਿੰਦੂ ਧਰਮ ਦੀ ਗੱਲ ਕਰ ਰਿਹਾ, ਕੋਈ ਮੁਸਲਮਾਨਾਂ ਦੇ ਘੱਟ ਗਿਣਤੀਆਂ ਦੀ ਗੱਲ ਕਰ ਰਿਹਾ, ਕੋਈ ਮਸੀਹ ਭਾਈਚਾਰੇ ਦੀ ਗੱਲ ਕਰੀ ਜਾਂਦਾ। ਪੰਜਾਬ ਦੀ ਗੱਲ ਕਰਨ ਵਾਲਾ ਕੋਈ ਪਾਰਟੀ ਨਹੀਂ, ਪੰਜਾਬ ਦੀ ਗੱਲ ਕਰਨ ਵਾਲਾ ਕੋਈ ਇਨਸਾਨ ਨਹੀਂ ਇੱਥੇ। ਅੱਜ ਸਾਡੇ ਪੰਜਾਬ ਦੀ ਗੱਲ ਕਰੀਏ, ਸਾਡੇ ਇਹਨਾਂ ਦਾ ਕੌਣ ਆ? ਇਹਨਾਂ ਦੀਆਂ ਕੋਈ ਯੂਨੀਅਨ, ਇਹਨਾਂ ਦੇ ਕੋਈ ਟ੍ਰੇਡ ਮਾਰਕ ਆ, ਇਹਨਾਂ ਦਾ ਕੋਈ ਆਪਦੇ ਧਰਨੇ ਦੇਣ ਵਾਸਤੇ ਕੋਈ ਇਹਨਾਂ ਨੇ ਸਿਸਟਮ ਬਣਾਇਆ ਹੋਇਆ ਹੈ ਹੀ ਨਹੀਂ। ਜਿਹੜੇ ਸੜਕਾਂ ਤੇ ਪਏ ਉਹਨਾਂ ਨੂੰ ਕੋਈ ਨਹੀਂ ਪੁੱਛਦਾ, ਜਿਹੜੇ ਲਿਬਾਸ ਆ ਉਹਨਾਂ ਨੂੰ ਕੋਈ ਨਹੀਂ ਪੁੱਛਦਾ, ਜਿਹੜੇ ਸਿੰਗਰਾਂ ਨਾਲ ਬੰਨੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ, ਜਿਹੜੇ ਗੁਲਾਮ ਬਣਾ ਕੇ ਰੱਖੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ।
ਹਾਲਾਂਕਿ ਇੱਥੇ ਤੱਕ ਅਸੀਂ 200 ਮੈਂਬਰ ਇੱਥੇ ਰਹਿੰਦੇ ਹਾਂ, ਸਾਨੂੰ ਆ ਕੇ ਨਹੀਂ ਕੋਈ ਪੁੱਛਦਾ। ਨਾ ਤਾਂ ਸਰਕਾਰੀ ਨੁਮਾਇੰਦਾ ਅੱਜ ਤੱਕ ਕੋਈ ਆਇਆ ਇੱਥੇ, ਨਾ ਕੋਈ ਅੱਜ ਤੱਕ ਸਾਡੇ ਕੋਲੇ ਕਿਸੇ ਵੀ ਉਸ ਤਰ੍ਹਾਂ ਦੇ ਬੰਦੇ ਨੇ ਸਪੋਰਟ ਕੀਤੀ ਆ ਕਿ ਸਾਡੀ, ਜਿਹਨੂੰ ਅਸੀਂ ਚੁਣਿਆ, ਜਿਹੜੇ ਲੋਕਤੰਤਰ ਦੇ ਥੰਮ ਕਹਾਉਂਦੇ ਆ। ਔਰ ਸਾਡੇ ਨਾਲ ਰੱਬ ਖੜਾ, ਮੇਰਾ ਰੁੱਸੇ ਦਾ ਕਲੰਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸੇ, ਸਾਡਾ ਕਲੰਗੀਆਂ ਵਾਲਾ ਸਾਡੇ ਨਾਲ ਆ, ਸਾਡੇ ਰੱਬ ਸਾਡੇ ਨਾਲ ਨੇ, ਤੁਸੀਂ ਨਾਲ ਹੋ, ਰੱਬ ਰੂਪੀ ਸੰਗਤ ਸਾਡੇ ਨਾਲ ਆ, ਸਾਡੇ ਸੁਪਨੇ ਸਾਡੇ ਨਾਲ ਇੱਕ ਦਿਨ ਜ਼ਰੂਰ ਪੂਰੇ ਹੋਣਗੇ। ਅਸੀਂ ਇਹੀ ਉਮੀਦ ਕਰਦੇ ਹਾਂ ਸੱਚੇ ਪਾਤਸ਼ਾਹ ਸਾਡੀਆਂ ਸੋਚਾਂ ਨੂੰ ਬੂਰ ਪਾਉਣਗੇ, ਸਾਡੀ ਸੋਚਾਂ ਦੀ ਫਸਲ ਨੂੰ ਜ਼ਰੂਰ ਫਲ ਲਾਉਣਗੇ ਇੱਕ ਦਿਨ। ਤੇ ਅਸੀਂ ਸਾਡੇ ਪਰਿਵਾਰ ਵੱਲੋਂ, ਸਾਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਬੇਨਤੀ ਕਰਦੇ ਹਾਂ ਕਿ ਪਲੀਜ਼ ਆਪਣੇ ਆਲੇ ਦੁਆਲੇ ਦੇਖੋ, ਆਪਣੇ ਆਸ-ਪਾਸ ਦੇ ਲੋਕਾਂ ਦੀ ਮਦਦ ਕਰੋ, ਆਪੋ ਆਪਣੇ ਪਿੰਡਾਂ 'ਚ, ਆਪੋ ਆਪਣੀ ਗਲੀ ਮੁਹੱਲਿਆਂ 'ਚ ਸਾਥ ਦਿਓ ਲੋਕਾਂ ਨੂੰ, ਤਾਂ ਹੀ ਏਦਾਂ ਹੱਲ ਪੈ ਸਕਦੀ ਆ। ਜੇ ਕਹੋਗੇ ਸੰਸਥਾਵਾਂ ਕੁਛ ਕਰ ਲੈਣਗੀਆਂ, ਨਹੀਂ ਕਰ ਸਕਦੇ। ਜ਼ਖਮ ਹੋਣ ਤੋਂ ਬਾਅਦ ਪੱਟੀ ਕਰਨ ਦਾ ਕੋਈ ਫਾਇਦਾ ਨਹੀਂ, ਜ਼ਖਮ ਹੋਣ ਤੋਂ ਪਹਿਲਾਂ ਹੱਲ ਕੀਤਾ ਜਾਵੇ, ਜ਼ਖਮ ਨਾ ਹੋਵੇ। ਇਹ ਸਾਡੀ ਬੇਨਤੀ ਆ। ਸੱਚੇ ਪਾਤਸ਼ਾਹ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ, ਤੰਦਰੁਸਤੀ ਬਖਸ਼ੇ, ਸਰਬੱਤ ਦਾ ਭਲਾ ਕਰੇ, ਆ ਕਰੋਨਾ ਦੀ ਮਹਾਮਾਰੀ ਤੋਂ ਬਚਾਵੇ। ਅਸੀਂ ਅਰਦਾਸ ਕਰਦੇ ਹਾਂ। ਸਾਡੇ ਸੁਪਨਿਆਂ ਦੇ ਘਰ 'ਚ ਇੰਨੇ ਨੇੜੇ ਨੇੜੇ ਬੰਦੇ ਸਾਰੇ ਖੜੇ ਆ, ਕਿਸੇ ਦੇ ਮਾਸਕ ਨਹੀਂ ਲੱਗੇ ਹੋਏ। ਸ਼ਾਇਦ ਤੁਸੀਂ ਸੋਚਦੇ ਹੋਵੋਗੇ ਵੀ ਇਹ ਸੋਸ਼ਲ ਡਿਸਟੈਂਸ ਨਹੀਂ ਬਣਾ ਕੇ ਰੱਖਦੇ, ਇਹਨਾਂ ਨੇ ਕੋਈ ਰੂਲ ਨਹੀਂ ਫੋਲੋ ਕੀਤਾ। ਯਕੀਨ ਮੰਨਿਓ 22 ਮਾਰਚ ਤੋਂ ਲੈ ਕੇ ਅੱਜ ਤੱਕ ਸਾਡੇ ਪਰਿਵਾਰ ਦਾ ਮੈਂਬਰ ਕੋਈ ਵੀ ਬਾਹਰ ਨਹੀਂ ਗਿਆ ਤੇ ਕੋਈ ਵੀ ਅੰਦਰ ਨਹੀਂ ਆਉਣ ਦਿੱਤਾ ਅੱਜ ਤੱਕ। ਜਿੰਨੇ ਬੰਦੇ ਸਾਨੂੰ ਮਿਲਣ ਆਉਂਦੇ ਉਹਨਾਂ ਨੂੰ ਪਤਾ ਉਹ ਬਾਹਰੋਂ ਗੇਟਾਂ ਤੋਂ ਅਸੀਂ ਮਿਲ ਕੇ ਉਹਨਾਂ ਨੂੰ ਉੱਥੇ ਹੀ ਮੋੜਦੇ ਹਾਂ। ਉੱਥੇ ਹੀ ਸਾਰਾ ਕੁਝ ਸੈਨੀਟਾਈਜ਼ ਹੋਇਆ, ਉੱਥੇ ਹੀ ਬੰਦਿਆਂ ਨੂੰ ਰੱਖਿਆ ਜਾਂਦਾ। ਜਿਹੜੇ ਹਸਪਤਾਲਾਂ ਤੋਂ ਛੁੱਟੀ ਹੋ ਕੇ ਆਉਂਦੇ ਨੇ ਉਹਨਾਂ ਨੂੰ ਵੀ 15 ਦਿਨ ਲਈ ਬਾਹਰ ਰੱਖਿਆ ਜਾਂਦਾ। ਬਾਹਰ ਇੱਕ ਵਾਰਡ ਬਣਾਈ ਆ, ਅਸੀਂ 15 ਦਿਨਾਂ ਬਾਅਦ ਉਹਨਾਂ ਨੂੰ ਅੰਦਰ ਲਿਆਂਦਾ ਜਾਂਦਾ। ਇਹ ਸਾਡਾ ਅਸੂਲ ਆ। ਇਸ ਕਰਕੇ ਸਾਡਾ ਪਰਿਵਾਰ ਇਕਜੁੱਟ ਹੋਇਆ ਖੜਾ। ਸੋਸ਼ਲ ਡਿਸਟੈਂਸ ਉਹਨਾਂ ਨੇ ਮੇਨਟੇਨ ਨਹੀਂ ਕੀਤਾ ਹੋਇਆ, ਕਿਉਂਕਿ ਅਸੀਂ ਸਾਰੇ ਹੀ ਸੋਸ਼ਲ ਡਿਸਟੈਂਸ ਪੂਰੇ ਸਮਾਜ ਨਾਲ ਬਣਾ ਕੇ ਰੱਖਿਆ, ਸਾਰੇ ਪਰਿਵਾਰ ਨਾਲ। ਇਹੀ ਸਾਡੀਆਂ ਬੇਨਤੀਆਂ ਵਾ। ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਤੂਗਾ ਬਈ ਜਿੱਤੂਗਾ, 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 ਜਿੱਤੂਗਾ ਬਈ ਜਿੱਤੂਗਾ। ਬਾਪੂ ਰਮੇਸ਼ ਤੇਰੀ ਸੋਚ ਤੇ ਮੇਰਾ ਦੇਂਗੇ ਠੋਕੇ, ਬਾਪੂ ਰਮੇਸ਼ ਤੇਰੀ ਸੋਚ ਤੇ ਮੇਰਾ ਦੇਂਗੇ ਠੋਕੇ, ਬਾਪੂ ਰਮੇਸ਼ ਤੇਰੀ ਸੋਚ ਤੇ ਮੇਰਾ ਦੇਂਗੇ ਠੋਕੇ, ਬਾਪੂ ਗੋਪਾਲ ਤੇਰੀ ਸੋਚ ਤੇ ਮੇਰਾ ਦੇਂਗੇ ਠੋਕੇ, ਬਾਪੂ ਗੋਪਾਲ ਤੇਰੀ ਸੋਚ ਤੇ ਮੇਰਾ ਦੇਂਗੇ ਠੋਕੇ। ਅੰਗਲ ਮੰਗਲ ਰਹਿਣ ਦੇਣਾ, ਸੰਗਲ ਪੈ ਨਹੀਂ ਦੇਣਾ, ਅੰਗਲ ਮੰਗਲ ਰਹਿਣ ਨਹੀਂ ਦੇਣਾ, ਪੈਰ 'ਚ ਸੰਗਲ ਪੈ ਨਹੀਂ ਦੇਣਾ, ਅੰਗਲ ਮੰਗਲ ਰਹਿਣ ਨਹੀਂ ਦੇਣਾ, ਸੰਗਲ ਪੈ ਨਹੀਂ ਦੇਣਾ। ਕਾਲੂ ਬਾਬੇ, ਇਹ ਸਾਡਾ ਕਾਲੂ ਵੀਰ ਹੈ ਜੀ, ਸੰਗਲ ਨਾਲ ਬੰਨਿਆ ਹੋਇਆ ਸੀ ਘਰੇ 4 ਸਾਲਾਂ ਤੋਂ ਆਪਣਿਆਂ ਨੇ। ਸਾਡਾ ਨਾਰਾ ਇਹ ਹੈ, ਅੰਗਲ ਮੰਗਲ ਰਹਿਣ ਨਹੀਂ ਦੇਣਾ, ਪੈਰਾਂ 'ਚ ਸੰਗਲ ਪੈ ਨਹੀਂ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।